लिखी सी गुरबाणी बाबा नानक दी है, ਇਹ ਕਿਵੇਂ ਕਬਜ਼ਾ ਕਰਕੇ ਬਹਿ ਗਏ ਤੇ ਤੂੰ ਉਹ ਮਰਿਆਦਾ ਸਾਨੂੰ ਉੱਥੇ ਦੱਸਣ ਦੇ ਅਸੈਂਬਲੀ ਦੇ ਵਿੱਚ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ अपना चैनल ਜਿਹੜਾ ਹੈ ਉਹ ਆਪ ਤਿਆਰ ਕਰੇ, ਲਾਂਚ ਕਰੇ। ਤੇ ਕੇਵਲ ਲਿਫਾਫਾ ਕਲਚਰ ਨੂੰ ਜਨਮ ਦੇ ਕੇ ਸਿੱਖ ਮਰਿਆਦਾ ਲਈ ਵੱਡੀ ਸੱਟ ਮਾਰੀ ਹੈ। ਇੱਕ ਬੇਗੁਰੇ ਬੇਹੁਰਮਤੇ ਉਹ ਆ ਕੇ ਸਾਨੂੰ ਆਪਣੀਆਂ ਸਟੇਜਾਂ ਤੇ ਆ ਕੇ ਸਾਨੂੰ ਸਿੱਖਿਆ ਦੇਣ। ਉਹ ਵੀ ਲੋਕ ਪੀਟੀਸੀ ਦਾ ਨਾਂ ਸੁਣਨ ਨੂੰ ਤਿਆਰ ਨਹੀਂ। ਪੀਟੀਸੀ ਚੈਨਲ ਦੇ ਲੋਕ ਖਿਲਾਫ ਆ। ਦਰਬਾਰ ਸਾਹਿਬ ਤੋਂ ਕੀਰਤਨ ਹੈ ਉਹ ਨਾ ਕਿਸੇ ਵਿਅਕਤੀ ਦੀ ਮਲਕੀਅਤ ਹੈ, ਨਾ ਕਿਸੇ ਸਰਕਾਰ ਦੀ ਮਲਕੀਅਤ ਹੈ। ਕਿਤੇ ਲੱਤ ਤੇ ਨਸੂਰ ਹੋ ਜਾਵੇ, ਲੱਤ ਨਹੀਂ ਵੱਢੀ ਜਾਂਦੀ, ਉਸ ਨਸੂਰ ਦਾ ਇਲਾਜ ਕੀਤਾ ਜਾਂਦਾ। ਲਿਖੀ ਸੀ ਗੁਰਬਾਣੀ ਬਾਬਾ ਨਾਨਕ ਦੀ ਹੈ, ਇਹ ਕਿਵੇਂ ਕਬਜ਼ਾ ਕਰਕੇ ਬਹਿ ਗਏ ਤੇ ਤੂੰ ਉਹ ਮਰਿਆਦਾ ਸਾਨੂੰ ਉੱਥੇ ਦੱਸਣ ਦੇ ਅਸੈਂਬਲੀ ਦੇ ਵਿੱਚ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ अपना चैनल ਜਿਹੜਾ ਹੈ ਉਹ ਆਪ ਤਿਆਰ ਕਰੇ, ਲਾਂਚ ਕਰੇ। ਤੇ ਕੇਵਲ ਲਿਫਾਫਾ ਕਲਚਰ ਨੂੰ ਜਨਮ ਦੇ ਕੇ ਸਿੱਖ ਮਰਿਆਦਾ ਲਈ ਵੱਡੀ ਸੱਟ ਮਾਰੀ ਹੈ। ਇੱਕ ਬੇਗੁਰੇ ਬੇਹੁਰਮਤੇ ਉਹ ਆ ਕੇ ਸਾਨੂੰ ਆਪਣੀਆਂ ਸਟੇਜਾਂ ਤੇ ਆ ਕੇ ਸਾਨੂੰ ਸਿੱਖਿਆ ਦੇਣ। ਉਹ ਵੀ ਲੋਕ ਪੀਟੀਸੀ ਦਾ ਨਾਂ ਸੁਣਨ ਨੂੰ ਤਿਆਰ ਨਹੀਂ। ਪੀਟੀਸੀ ਚੈਨਲ ਦੇ ਲੋਕ ਖਿਲਾਫ ਆ। ਦਰਬਾਰ ਸਾਹਿਬ ਤੋਂ ਕੀਰਤਨ ਹੈ ਉਹ ਨਾ ਕਿਸੇ ਵਿਅਕਤੀ ਦੀ ਮਲਕੀਅਤ ਹੈ, ਨਾ ਕਿਸੇ ਸਰਕਾਰ ਦੀ ਮਲਕੀਅਤ ਹੈ। ਕਿਤੇ ਲੱਤ ਤੇ ਨਸੂਰ ਹੋ ਜਾਵੇ, ਲੱਤ ਨਹੀਂ ਵੱਢੀ ਜਾਂਦੀ, ਉਸ ਨਸੂਰ ਦਾ ਇਲਾਜ ਕੀਤਾ ਜਾਂਦਾ। ਸਤਿ ਸ਼੍ਰੀ ਅਕਾਲ। ਦੀ ਸਪੋਕਸਮੈਨ ਡਿਬੇਟ 'ਚ ਸਾਰਿਆਂ ਦਾ ਸਵਾਗਤ ਹੈ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਕਿ ਸਰਕਾਰ ਨੇ ਵਿਸ਼ੇਸ਼ ਇਜਲਾਸ ਸੱਦਿਆ ਔਰ ਉਸ ਇਜਲਾਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਖਾਸ ਇਜਲਾਸ ਸੱਦਿਆ ਔਰ ਇਹ ਇਜਲਾਸ ਲਾਈਵ ਕੀਤਾ ਗਿਆ ਔਰ ਇਸ ਇਜਲਾਸ ਦੇ ਵਿੱਚ ਮੈਂਬਰਾਂ ਦੇ ਕੀ ਬੋਲ ਨੇ ਪਹਿਲਾਂ ਉਹ ਸੁਣ ਲੈਂਦੇ ਹਾਂ, ਫਿਰ ਇਸ ਦੇ ਉੱਤੇ ਚਰਚਾ ਕਰਾਂਗੇ ਕਿ ਕੀ ਫੈਸਲੇ ਲਏ ਗਏ ਆ, ਅਗਲੇਰੀ ਕਾਰਵਾਈ ਕੀ ਹੋਣ ਵਾਲੀ ਆ। ਪੀਟੀਸੀ ਚੈਨਲ ਬਾਦਲਾਂ ਦਾ, ਅਸੀਂ ਤਾਂ ਬਾਦਲਾਂ ਦਾ ਚੈਨਲ ਬੰਦ ਕਰਾਉਂਦੇ ਆ, ਇੱਕੋ ਹੀ ਹੈ ਨਾ। ਤੇ ਬਦਕਿਸਮਤੀ ਕਹਿ ਲੋ, ਪਤਾ ਨਹੀਂ ਚੰਗਾ ਜਾਤੀ ਦਾ ਸਾਡੀ ਕਸੂਰ ਆ। ਲੋਕ ਪੀਟੀਸੀ ਦਾ ਨਾਂ ਸੁਣਨ ਨੂੰ ਤਿਆਰ ਨਹੀਂ। ਪੀਟੀਸੀ ਚੈਨਲ ਦੇ ਲੋਕ ਖਿਲਾਫ ਆ। ਜਿਹੜਾ ਦਰਬਾਰ ਸਾਹਿਬ ਤੋਂ ਕੀਰਤਨ ਹੈ ਉਹ ਨਾ ਕਿਸੇ ਵਿਅਕਤੀ ਦੀ ਮਲਕੀਅਤ ਹੈ, ਨਾ ਕਿਸੇ ਸਰਕਾਰ ਦੀ ਮਲਕੀਅਤ ਹੈ। ਦਰਬਾਰ ਸਾਹਿਬ ਦਾ ਕੀਰਤਨ ਦਰਬਾਰ ਸਾਹਿਬ ਦੀ ਮਲਕੀਅਤ ਹੈ ਔਰ ਇਹਦੇ ਵਾਸਤੇ ਇੱਕ YouTube ਚੈਨਲ ਤੁਰੰਤ ਬਣਾਉਣਾ ਚਾਹੀਦਾ ਹੈ ताकि जिन्नियां भी जुबाना इस मुद्दे दे ऊपर साडे खिलाफ खुलियां वो सारियां बंद हो। ਸਿੱਖਾਂ ਦੀ ਐਡੀ ਵੱਡੀ ਸ਼ਕਤੀ ਤੇ ਤੁਹਾਨੂੰ ਮੈਨੂੰ ਨਹੀਂ ਲੱਗਦਾ ਪਹਿਲਾਂ ਤਾਂ ਕਿ ਲੋੜ ਹੀ ਪਵੇ, ਤੇ ਜੇ ਪੈ ਵੀ ਜਾਵੇ ਇੱਕ ਵਾਰੀ ਆਵਾਜ਼ ਸਿੱਖਾਂ ਨੂੰ ਮਾਰੋ। ਇੱਕ ਚੈਨਲ ਕਾ ਕੀ ਸਿੱਖ ਤਾਂ 10-10 ਇੱਥੋਂ ਚਲਾ ਸਕਦੇ ਨੇ, ਇੰਨੀ ਸਮਰੱਥਾ ਸਿੱਖ ਕੌਮ ਰੱਖਦੀ ਆ। ਜੇ ਕਿਤੇ ਲੱਤ ਤੇ ਨਸੂਰ ਹੋ ਜਾਵੇ, ਲੱਤ ਨਹੀਂ ਵੱਢੀ ਜਾਂਦੀ, ਉਸ ਨਸੂਰ ਦਾ ਇਲਾਜ ਕੀਤਾ ਜਾਂਦਾ। ਸਿੱਖ ਜਗਤ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਦੇ ਵਕਾਰ ਨੂੰ ਜ਼ਬਰਦਸਤ ਢਾਲ ਦਿੱਤੀ ਹੈ, ਪਰ ਅਸੀਂ ਬਹੁਤੇ ਚੁੱਪਚਾਪ ਬੈਠ ਕੇ ਹੁਕਮ ਮੰਨਦੇ ਰਹੇ ਤੇ ਪੰਚ ਪ੍ਰਧਾਨੀ ਦਾ ਸਿਧਾਂਤ ਛੱਡ ਕੇ ਕੇਵਲ ਤੇ ਕੇਵਲ ਲਿਫਾਫਾ ਕਲਚਰ ਨੂੰ ਜਨਮ ਦੇ ਕੇ ਸਿੱਖ ਮਰਿਆਦਾ ਲਈ ਵੱਡੀ ਸੱਟ ਮਾਰੀ ਹੈ। ਇਜਲਾਸ ਦੇ ਵਿੱਚ ਕਈ ਤਰ੍ਹਾਂ ਦੇ ਫੈਸਲੇ ਲਏ ਗਏ ਆ ਔਰ ਉਹ ਫੈਸਲਿਆਂ ਤੋਂ ਬਾਅਦ ਕਿਸ ਤਰੀਕੇ ਦਾ ਪ੍ਰਭਾਵ ਪਏਗਾ ਸਰਕਾਰ ਤੇ ਦਬਾਅ ਦੀ ਨੀਤੀ ਤਹਿਤ ਕਾਫੀ ਇਹਦੇ ਵਿੱਚ ਵਿਚਾਰਾਂ ਹੋਈਆਂ ਨੇ ਔਰ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਕੀ ਕਿਹਾ ਉਹ ਸੁਣਦੇ ਹਾਂ। ਤੇ ਤੂੰ ਉਹ ਮਰਿਆਦਾ ਸਾਨੂੰ ਉੱਥੇ ਦੱਸਣ ਦੇ ਅਸੈਂਬਲੀ ਦੇ ਵਿੱਚ। ਸੋ ਇਹਨਾਂ ਦਾ ਮੂੰਹ ਵੀ ਇਸ ਗੱਲ ਤੋਂ ਭੁੱਲਣਾ ਚਾਹੀਦਾ ਬਈ ਇੱਕ ਬੇਗੁਰੇ ਬੇਹੁਰਮਤੇ ਉਹ ਆ ਕੇ ਸਾਨੂੰ ਆਪਣੀਆਂ ਸਟੇਜਾਂ ਤੇ ਆ ਕੇ ਸਾਨੂੰ ਸਿੱਖਿਆ ਦੇਣ। ਉਹ ਵੀ ਉਸ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਸਾਨੂੰ ਕਿਹਾ ਜਾਂਦਾ, ਉਹ ਟਵੀਟ ਕੀਤਾ ਗਿਆ ਵੀ ਮਾਡਰਨ ਮਸੰਦ। ਤੇ ਮਾਡਰਨ ਮਸੰਦ ਕੌਣ ਆ? ਜਿਹੜੇ ਗੁਰੂ ਤੋਂ ਬੇਮੁਖ ਆ। ਇਹ ਤਾਂ ਕਹਿਣ ਨਾਲ ਤਾਂ ਨਹੀਂ ਨਾ ਡੈਫੀਨੇਸ਼ਨ ਬਦਲ ਜਾਣੀ। ਕਈ ਮੇਰੇ 'ਚ ਘਾਟਾਂ ਵੀ ਹੋਣਗੀਆਂ, ਕਈ ਮੈਂਬਰ ਮੇਰੇ ਨਾਲ ਰੁੱਸ ਵੀ ਜਾਂਦੇ ਆ ਤੇ ਕਈ ਮੇਰੇ ਨਾਲ ਲੜਦੇ ਵੀ ਆ, ਪਰ ਲੜੋ ਵੀ ਰੁੱਸੋ ਵੀ। ਜਿਵੇਂ ਉੱਥੇ ਨਰਾਦਰ ਕੀਤਾ ਗਿਆ, ਸਭ ਤੋਂ ਵੱਡਾ ਨਰਾਦਰ ਗੁਰੂ ਦੀ ਜਿਹੜੀ ਸਾਬਤ ਸੂਰਤ ਦੀ ਸਾਨੂੰ ਬਖਸ਼ਿਸ਼ ਕੀਤੀ ਸੀ ਵੀ ਐਂ ਕਰ ਲੈਂਦੇ, ਮੈਨੂੰ ਤਾਂ ਐਕਟਿੰਗ ਵੀ ਨਹੀਂ ਕਰਨੀ ਆਉਂਦੀ, ਤੇ ਉਹ ਚੁੱਪ ਕਰਕੇ ਸੁਣ ਰਿਹਾ। ਤੇ ਕਿੱਥੇ ਦੱਸੋ ਮਰਿਆਦਾ ਭੰਗ ਹੋਈ? ਕਦੇ ਵੀ ਦੱਸੋ ਤੁਸੀਂ? ਸਾਰੇ ਆਪਾਂ ਇੱਕੋ ਪਰਿਵਾਰ 'ਚ ਬੈਠੇ ਆ। ਸੋ ਹਰਜਿੰਦਰ ਸਿੰਘ ਧਾਮੀ ਹੋਰੀ ਇੱਥੇ ਜ਼ਿਕਰ ਕਰ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਐਸਜੀਪੀਸੀ ਦੇ ਵਿੱਚ ਦਖਲ ਦਿੱਤਾ ਜਾ ਰਿਹਾ, ਸਾਨੂੰ ਨਰੇਟ ਕੀਤਾ ਜਾ ਰਿਹਾ ਡਿਕਟੇਟ, ਔਰ ਅਸੀਂ ਇਹ ਡਿਕਟੇਸ਼ਨ ਕੋਈ ਸੁਣਨ ਵਾਲੇ ਨਹੀਂ ਆ। ਐਸਜੀਪੀਸੀ ਦੇ ਵਿੱਚ ਇਸ ਐਕਟ ਦੇ ਵਿੱਚ ਕੋਈ ਵੀ ਦਖਲ ਅੰਦਾਜ਼ੀ ਨਹੀਂ ਕਰ ਸਕਦਾ। ਵਾਕਿਆ ਹੀ ਕੋਈ ਦਖਲ ਅੰਦਾਜ਼ੀ ਕਰ ਰਿਹਾ ਜਾਂ ਨਹੀਂ, ਇਸ ਉੱਤੇ ਆਮ ਆਦਮੀ ਪਾਰਟੀ ਨੇ ਰੱਦੇਅਮਲ ਕਰਦੇ ਹੋਏ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਜ਼ਿਕਰ ਹੋਇਆ ਉਹ ਵੀ ਸੁਣਨਾ ਜ਼ਰੂਰੀ ਹੋਵੇਗਾ।
क्या SGPC ਦਾ ਕੰਮ ਹੁਣ ਇਹੀ ਰਹਿ ਗਿਆ ਕਿ ਇੱਕ ਪ੍ਰਾਈਵੇਟ ਚੈਨਲ ਨੂੰ ਕਿਸ ਤਰੀਕੇ ਨਾਲ ਬਚਾਉਣਾ ਹੈ ਜਿਹੜਾ ਕਿ ਮੋਨੋਪੋਲੀ ਸਮਝਦਾ ਗੁਰਬਾਣੀ ਦੇ ਸਰਬਸਾਂਝੀ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਤੇ। ਔਰ ਤੁਸੀਂ ਤੇ ਵੈਸੇ ਵੀ ਇੱਕ ਪਰਿਵਾਰ ਦੀ ਕਠਪੁਤਲੀ ਦੀ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹੋ। ਉਸ ਪਰਿਵਾਰ ਦੇ ਚੈਨਲ ਨੂੰ ਬਚਾਉਣ ਲਈ ਜਿਹੜੀ ਆ SGPC ਆਪਣੇ ਆਪ ਨੂੰ ਦਾਅ ਤੇ ਲਾ ਰਹੀ ਆ। ਇਹ ਕਿੱਥੇ ਪੰਥ ਤੇ, ਇਹ ਪੰਥ ਤੇ ਹਮਲਾ ਨਹੀਂ ਹੈ, ਇਹ ਪੰਥ ਦੇ ਦੋਖੀ ਨਹੀਂ ਹੈ। ਔਰ ਇਜਲਾਸ ਤੇ ਇਜਲਾਸ ਬੁਲਾਉਣੇ ਪੈ ਰਹੇ ਆ, ਲਗਾਤਾਰ ਚਰਚਾਵਾਂ ਹੋ ਰਹੀਆਂ ਨੇ, ਵਿਰੋਧੀ ਸੁਰ ਉੱਠ ਰਹੇ ਨੇ। ਗੱਲ ਇਹ ਵੀ ਨਿਕਲ ਕੇ ਸਾਹਮਣੇ ਆਉਂਦੀ ਆ ਜੋ ਕਿ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਹੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਜਿਹੜਾ ਹੈ ਉਹ ਆਪ ਤਿਆਰ ਕਰੇ, ਲਾਂਚ ਕਰੇ। ਖਾਲਸਾ ਪੰਥ ਦੀਆਂ ਸੰਸਥਾਵਾਂ ਤੇ ਖਾਲਸਾ ਪੰਥ ਕੋਲ ਪੈਸੇ ਦੀ ਜਿਹੜੀ ਹੈ ਉਹ ਕੋਈ ਕਮੀ ਨਹੀਂ ਹੈ। ਉਹ ਭਾਰਤ ਸਰਕਾਰ ਦਾ ਜਿਹੜਾ ਕੇਂਦਰੀ ਸੂਚਨਾ ਪ੍ਰਸਾਰਣ ਮੰਤਰਾਲੇ ਹੈ ਉਹਦੇ ਤੋਂ ਮਨਜ਼ੂਰੀ ਲਈ ਗੱਲਬਾਤ ਜਿਹੜੀ ਹੈ ਉਹ ਚਲਾਉਣ। 1 ਮਹੀਨੇ ਦੇ ਅੰਦਰ ਅੰਦਰ ਸਾਨੂੰ ਉੱਥੋਂ ਜਿਹੜੀ ਕਾਗਜ਼ੀ ਕਾਰਵਾਈ ਜੇ ਪੂਰੀ ਹੋ ਜਾਂਦੀ ਹੈ ਤੇ ਅਸੀਂ ਚੈਨਲ ਜਿਹੜਾ ਹੈ ਉਹ ਪੰਥ ਦਾ ਆਪਣਾ ਉਸ ਰਾਹੀਂ ਗੁਰਬਾਣੀ ਪ੍ਰਸਾਰਣ ਜਿਹੜਾ ਹੈ ਕਰ ਸਕਦੇ ਹਾਂ। ਔਰ ਇਸ ਚਰਚਾ ਦੇ ਵਿੱਚ ਜੁੜੇ ਅਹਿਮ ਮਹਿਮਾਨਾਂ ਨਾਲ ਰਸਮੀ ਤਾਰਫ ਕਰਵਾਉਂਦਾ ਹੋਇਆ ਉਹਨਾਂ ਦਾ ਇਸ ਚਰਚਾ ਦੇ ਵਿੱਚ ਇਸਤਕਬਾਲ ਕਰਾਂਗੇ। ਸਾਡੇ ਨਾਲ ਇਸ ਚਰਚਾ ਦੇ ਵਿੱਚ ਸਿੱਖ ਚਿੰਤਕ ਬੁੱਧੀਜੀਵੀ ਗੁਰਪ੍ਰੀਤ ਸਿੰਘ ਜੀ ਜੁੜੇ ਆ। ਜਨਾਬ ਤੁਹਾਡਾ ਜੀਓ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਵਤਾਰ ਸਿੰਘ ਰਿਆਜ਼ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਤੁਹਾਡਾ ਵੀ ਇਸ ਚਰਚਾ ਦੇ ਵਿੱਚ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਐਡਵੋਕੇਟ ਜਸਤੇਜ ਸਿੰਘ ਆਮ ਆਦਮੀ ਪਾਰਟੀ ਤੋਂ ਆਏ ਨੇ। ਜਸਤੇਜ ਜੀ ਸਤਿ ਸ਼੍ਰੀ ਅਕਾਲ ਜੀ। ਚਰਚਾ ਦੇ ਵਿੱਚ ਤੁਹਾਡਾ ਜੀਓ ਆਇਆਂ ਨੂੰ। ਸਭ ਤੋਂ ਪਹਿਲਾਂ ਰਿਆਜ਼ ਸਾਹਿਬ ਮੈਂ ਤੁਹਾਡੇ ਤੋਂ ਜਾਣਨਾ ਪੁੱਛਣਾ ਚਾਹੂੰਗਾ ਕਿ ਅੱਜ ਜਿਹੜੀ ਉੱਥੇ ਇਕੱਤਰਤਾ ਹੋਈ ਹੈ, ਜਿਹੜਾ ਇਜਲਾਸ ਸੱਦਿਆ ਗਿਆ, ਇਜਲਾਸ ਦਾ ਮੁੱਖ ਮਕਸਦ ਕੀ ਸੀ ਤੇ ਮੰਤਵ ਵੱਲ ਵਧਿਆ ਗਿਆ ਔਰ ਕਿਸ ਤਰੀਕੇ ਦੀਆਂ ਚਰਚਾਵਾਂ ਹੋਈਆਂ, ਕੀ ਗੱਲਬਾਤ ਨਿਕਲ ਕੇ ਆਈ ਹੈ? ਪਹਿਲਾਂ ਤਾਂ ਮੈਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵਿਸ਼ੇਸ਼ ਇਜਲਾਸ ਦਿੱਤਾ ਗਿਆ ਸੀ ਜੀ, ਜਿਹੜਾ ਕਿ ਪੰਜਾਬ ਸਰਕਾਰ ਨੇ ਇੱਕ ਕੋਈ ਬਿੱਲ ਲੈ ਕੇ ਆਂਦਾ ਜਿਹੜਾ ਕਿ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਸੀ ਜੀ। ਔਰ ਅਧਿਕਾਰ ਖੇਤਰ ਅੱਜ ਤੱਕ ਕਦੇ ਇਹ ਗੱਲ ਨਹੀਂ ਹੋਈ ਕਿ ਪੰਜਾਬ ਸਰਕਾਰ ਸ਼੍ਰੋਮਣੀ ਕਮੇਟੀ ਦੇ ਵਿੱਚ ਦਖਲਅੰਦਾਜ਼ੀ ਕਰੇ। ਔਰ ਇਹਨਾਂ ਨੇ ਜਾਣ ਬੁੱਝ ਕੇ ਇੱਕ ਨੀਚਾ ਦਿਖਾਉਣ ਵਾਸਤੇ ਇਹ ਗੱਲ ਕੀਤੀ ਹੈ। ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਸਰਕਾਰ ਜੀ ਇਹ ਜਿਹੜੇ ਇਹਨਾਂ ਦੇ ਬਿੱਲ ਲੈ ਕੇ ਆਉਂਦਾ ਹੈ, ਇਹਨਾਂ ਦਾ ਅਧਿਕਾਰ ਖੇਤਰ ਨਹੀਂ ਹੈਗਾ। ਔਰ ਇਹਨਾਂ ਨੂੰ ਚਾਹੀਦਾ ਕਿ ਉਹ SGPC ਤੋਂ ਮਨਜ਼ੂਰੀ ਲੈਂਦੇ, ਉਹ ਵੀ ਹਿੰਦੁਸਤਾਨ ਦੀ ਜਿਹੜੀ ਲੋਕ ਸਭਾ ਉਹਦੇ ਵਿੱਚ ਇਹ ਬਿੱਲ ਉਹ ਕਰ ਸਕਦੇ ਨੇ, ਨਾ ਕਿ ਪੰਜਾਬ ਸਰਕਾਰ। ਔਰ ਉਹ ਵੀ ਜਦੋਂ ਅਸੀਂ ਇਜਲਾਸ ਦੇ ਵਿੱਚ ਇਹਦੀ ਮਨਜ਼ੂਰੀ ਲੈਣੀ ਪੈਂਦੀ ਹੈ ਸ਼੍ਰੋਮਣੀ ਕਮੇਟੀ ਤੋਂ, ਤਾਂ ਜਾ ਕੇ ਲੋਕ ਸਭਾ ਦੇ ਵਿੱਚ ਇਹ ਜਿਹੜੇ ਬਿੱਲ ਪਾਸ ਹੁੰਦੇ ਨੇ। ਪਰ ਰਿਆਜ਼ ਸਾਹਿਬ ਇੱਕ ਗੱਲ ਸਮਝਣੀ ਚਾਹਾਂਗੇ, ਲੋਕ ਜਿਹੜੇ ਸਾਡੇ ਨਾਲ ਜੁੜੇ ਆ ਇਸ ਵੇਲੇ ਲਾਈਵ, ਕਿ ਇੱਥੋਂ ਤੱਕ ਨੌਬਤ ਕਿਉਂ ਆਈ? ਕਿਉਂਕਿ ਇਸ ਗੱਲ ਦਾ ਜ਼ਿਕਰ ਉਸ ਦਿਨ ਵੀ ਹੋਇਆ ਜਿੱਦਣ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਥਾਪੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਹੋਰਾਂ ਦੀ ਜਦੋਂ ਉਥੇ ਨਿਯੁਕਤੀ ਹੋ ਰਹੀ ਸੀ, ਜਦੋਂ ਉਹਨਾਂ ਨੂੰ ਗੱਦੀ ਨਸ਼ੀਨ ਕੀਤਾ ਜਾ ਰਿਹਾ ਸੀ, ਉਸ ਵੇਲੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਵੀ ਇੱਥੇ ਤੱਕ ਮਸਲਾ ਕਿਉਂ ਪਹੁੰਚਿਆ, ਸਾਨੂੰ ਉਸ ਵਾਲੇ ਵੀ ਪਾਸੇ ਵੀ ਵਿਚਾਰ ਕਰਨਾ ਹੋਵੇਗਾ। ਉਸ ਬਾਰੇ ਕਦੇ ਵਿਚਾਰ ਹੋਇਆ? ਉਸ ਬਾਰੇ ਅੱਜ ਸੋਚਿਆ ਗਿਆ, ਉਸ ਤੇ ਮੰਥਨ ਹੋਇਆ? ਦੇਖੋ ਕੀ ਕੀਤਾ, ਚੈਨਲ ਦੀ ਗੱਲ ਕਰਦੇ ਨੇ ਜੀ, ਜਿਹੜੇ ਚੈਨਲ ਦੀ ਗੱਲ ਕਰਦੇ ਨੇ, ਚੈਨਲ ਸਿਰਫ ਤੇ ਸਿਰਫ ਉਹ ਜਿਹੜਾ PTC ਹੈ ਗੁਰਬਾਣੀ ਪ੍ਰਸਾਰ ਕਰ ਰਿਹਾ ਔਰ ਪੜ੍ਹ ਹੋ ਜੀਆਂ ਪ੍ਰਸਾਰ ਕਰ ਰਿਹਾ ਜੀ। ਕਈ ਨੂੰ ਇਤਰਾਜ਼ ਹੈ ਕਿ ਉਹ PTC ਤੇ ਨਹੀਂ ਹੋਣਾ ਚਾਹੀਦਾ, ਪਰ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਨੇ ਉਹਦੇ ਲਈ ਇੱਕ ਕਮੇਟੀ ਬਣਾਈ ਹੈ ਜਿਹੜਾ ਕਿ PTC ਦੀ ਜੁਲਾਈ ਤੱਕ ਜਿਹੜਾ ਇਹਦਾ ਕੰਟਰੈਕਟ ਉਹ ਖਤਮ, ਉਹਦੇ ਬਾਅਦ ਚ ਅਗਲੀ ਰਣਨੀਤੀ ਹੈ ਜਿਹੜੀ ਉਹ ਤੈਅ ਕੀਤੀ ਜਾਊਗੀ। ਔਰ ਉਹ ਜਿਹੜੀ ਚੈਨਲ ਨੇ
ਉਹਦੇ ਲਈ ਟੈਂਡਰ ਵੀ ਲਏ ਜਾਣਗੇ ਔਰ ਉਹਨੂੰ ਉਹਦੇ ਲਈ ਕੋਈ ਸ਼ਰਤਾਂ ਦੀ ਵੀ ਕੋਈ ਜ਼ਿਕਰ ਕੀਤਾ ਗਿਆ ਖਾਸ ਤਰੀਕੇ ਦੀ? ਨਹੀਂ ਉਹ ਦੇਖੋ ਟੈਂਡਰ ਲੈਣੇ ਨੇ, ਟੈਂਡਰ ਜਿਹਦਾ ਵੀ ਰੇਟ ਠੀਕ ਹੋਊਗਾ ਜੋ ਐਸਜੀਪੀਸੀ ਉਹਨੂੰ ਦਿੱਤਾ ਜਾਊਗਾ। ਯਾਨੀ ਕਿ ਪੈਸਿਆਂ ਦੀ ਕਸੌਟੀ ਤੇ ਪਰਖ ਕੀਤੀ ਜਾਏਗੀ। ਇਹ 30 ਦੀ ਕਮੇਟੀ ਬਣਾਈ ਗਈ ਹੈ ਜੀ, ਉਹਦੇ ਉਹ ਕਮੇਟੀ ਉਹਨੂੰ ਚੈੱਕ ਕਰੂਗੀ। ਰਿਆਜ਼ ਸਾਹਿਬ ਦੀ ਆਵਾਜ਼ ਸਾਡੇ ਨਾਲ ਪੂਰੇ ਤਰੀਕੇ ਨਾਲ ਪਹੁੰਚ ਨਹੀਂ ਰਹੀ, ਕੋਸ਼ਿਸ਼ ਕਰਾਂਗੇ ਮੁੜ ਤੋਂ ਉਹਨਾਂ ਸੰਪਰਕ ਕਰਨ ਦੀ। ਇਸ ਦਰਮਿਆਨ ਸਾਡੇ ਨਾਲ ਸਿੱਖ ਚਿੰਤਕ ਗੁਰਪ੍ਰੀਤ ਸਿੰਘ ਜੀ ਬਣੇ ਆ। ਗੁਰਪ੍ਰੀਤ ਜੀ, ਇਹ ਜਿੰਨਾ ਵੀ ਮਸਲਾ ਉਰੇ ਤੱਕ ਪਹੁੰਚਿਆ ਕਿ ਗੱਲ ਸਿੱਧੀ ਕਹੀ ਜਾ ਰਹੀ ਹੈ, ਮੈਨੂੰ ਕਹਿਣ ਤੋਂ ਕੋਈ ਗੁਰੇਜ਼ ਨਹੀਂ ਕਿ ਪੰਜਾਬ ਸਰਕਾਰ ਦੇ ਉੱਤੇ ਇਲਜ਼ਾਮ ਆ ਰਿਹਾ ਕਿ ਉਹਨੇ ਦਖਲਅੰਦਾਜ਼ੀ ਕੀਤੀ ਹੈ, ਦਖਲਅੰਦਾਜ਼ੀ ਕਰਨ ਦਾ ਉਹਨਾਂ ਕੋਲੇ ਅਧਿਕਾਰ ਕੋਈ ਨਹੀਂ। ਪਰ ਸਵਾਲ ਇਹ ਹੈ ਕਿ ਇਹ ਜਿਹੜੀ ਕਹਾਣੀ ਇਸ ਮੋੜ ਤੇ ਪਹੁੰਚੀ ਹੈ, ਇਸ ਮੁਹਾਨ ਤੇ ਆਰਨ ਦਾ ਕੋਈ ਕਾਰਨ ਵੀ ਤਾਂ ਹੋਊਗਾ। ਉਸ ਪਿੱਛੇ ਦਾ ਜ਼ਿਕਰ ਕੀ ਹੈ, ਉਸ ਪਿੱਛੇ ਦੇ ਇਤਿਹਾਸ ਨੂੰ ਕੀ ਲੁਕਾਉਣ ਦੀ ਕੋਸ਼ਿਸ਼ ਹੋ ਰਹੀ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵਜੋਤ ਸਿੰਘ ਜੀ, ਗੱਲ ਏਦਾਂ ਹੈ ਕਿ ਇੱਥੇ ਆਉਣ ਦਾ ਜਿਹੜਾ ਵੀ ਕਾਰਜ ਹੈਗਾ, ਦੇਖੋ ਅਸੀਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਜੀ ਪਿਛਲੇ 1.5 ਸਾਲ ਪਹਿਲਾਂ ਅਸੀਂ ਪੂਰੀ ਰਿਪੋਰਟ ਬਣਾ ਕੇ ਦਿੱਤੀ ਸੀ ਕਿ ਭਾਈ ਇੱਥੇ ਜਿਹੜਾ ਸਿਰਫ ਇੱਕ ਚੈਨਲ ਨੂੰ ਤੁਸੀਂ ਇਹ ਹੱਕ ਦਿੱਤਾ ਹੋਇਆ, ਇਹ ਨਾ ਕਰੋ, ਇਹ ਫ੍ਰੀ ਟੂ ਬਾਣੀ ਗੁਰਬਾਣੀ ਹੋ ਜਾਣੀ ਚਾਹੀਦੀ ਹੈ। एनएसडीपीसी आप अपना कदम चके उसी चीज को तहत रखा हुआ जसमीत सिंह होरां ने भी अपनी चर्चा दी सी अपना मुख सेवादार अकाल तख्त साहब के अहुदे छड्डण तो पहला। तो कहने का भाव कि एसजीपीसी को डेफिनेटली इस पासे गौर देना चाहिए कि अगर सिख जगत के कुछ ਜਿਹੜੇ ਅਹਿਮ ਨੇ ਉਹ ਕਹਿ ਰਹੇ ਨੇ ਕਿ ਵੀ ਇਸ ਤੁਸੀਂ ਦੇਖੋ, ਉਹਨਾਂ ਨੂੰ ਦੇਖਣਾ ਚਾਹੀਦਾ ਸੀਗਾ। ਪਰ ਇਹ ਕਹਿੰਦਿਆਂ ਹੋਇਆ ਜਿਹੜੇ ਮੇਰੇ ਨੇਮ ਸੀ ਗੁਰਪ੍ਰੀਤ ਸਿੰਘ ਰੰਧਾਵਾ, ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਬਹੁਤ ਪਤੇ ਦੀ ਗੱਲ ਕੀਤੀ ਸੀਗੀ ਜੀ ਕਿ ਭਈ ਅਗਰ ਯੂ ਨਾਟ, ਜਿਹੜਾ ਪੰਜਾਬੀ ਚ ਅੰਗਰੇਜ਼ੀ ਚ ਉਹਨਾਂ ਨੇ ਪੰਜਾਬੀ ਗੱਲ ਕੀਤੀ, ਮੈਂ ਅੰਗਰੇਜ਼ੀ ਚ ਕਹਿ ਦੇਵਾਂ that you do not throw the baby out with the bath water। ਜੀ ਇਹ ਕਹਿਣ ਦਾ ਭਾਵ ਹੈਗਾ ਕਿ ਅਗਰ ਤੁਹਾਨੂੰ ਕੋਈ ਇਹਦੇ ਵਿੱਚ ਕੋਈ ਗਲਤ ਜਾਪੀ ਹੈ, ਪਰ ਤੁਸੀਂ ਨਾ ਇਹ ਜਿਹੜਾ ਤਰੀਕਾ ਇਹਨਾਂ ਨੇ ਵਰਤਿਆ ਸਰਕਾਰ ਨੇ, ਇਹ ਗਲਤ ਹੈ ਜੀ, ਕਿਉਂਕਿ ਇਹਦੇ ਨਾਲ ਨਾ ਤੁਸੀਂ ਪੈਂਡੋਰਾਸ ਬਾਕਸ ਨੂੰ ਖੋਲ ਦਿੰਦੇ ਹੋ। ਅੱਗੇ ਤੋਂ ਤੁਸੀਂ ਅੱਜ ਤੱਕ ਤੁਸੀਂ ਇਸ ਮਸਲੇ ਉੱਤੇ ਤੁਸੀਂ ਇਹਦੇ ਤੇ ਆਪਣਾ ਬਿੱਲ ਲਿਆਉਣਾ, ਇਹਦੇ ਤੇ ਮੈਂ ਸਮਝਦਾ ਕਿ ਆਮ ਸਿੱਖ ਜਗਤ ਜਿਹੜਾ ਹੈਗਾ ਉਹ ਸਮਝਦਾ ਕਿ ਵੀ ਡੈਫੀਨਿਟਲੀ ਜਿਹੜਾ ਗੁਰਪ੍ਰੀਤ ਜੀ ਸਾਡੇ ਨਾਲ ਕਈ ਦਰਸ਼ਕ ਜਿਹੜੇ ਲਾਈਵ ਜੁੜੇ ਆ ਉਹ ਕਈ ਸਵਾਲ ਪਾ ਰਹੇ ਆ। ਉਹਨਾਂ ਦੇ ਵਿੱਚੋਂ ਇੱਕ ਸਵਾਲ ਜਿਹੜਾ ਕਿ ਮੈਂ ਇਸ ਵੇਲੇ ਪੜ੍ਹ ਰਿਹਾ ਸੀ, ਉਹਨਾਂ ਨੇ ਕਿਹਾ ਕਿ ਐਸਜੀਪੀਸੀ ਨੇ ਕਦੇ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਮੋਰਚਾ ਲਾਇਆ, ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੁੱਧ ਮੋਰਚਾ ਲਾਇਆ, ਕਦੇ ਗਰੀਬ ਸਿੱਖਾਂ ਦੀ ਧਰਮ ਤਬਦੀਲੀ ਵਿਰੁੱਧ ਮੋਰਚਾ ਲਾਇਆ, ਹੁਣ ਮੋਰਚਾ ਲਾਉਣ ਦੀ ਗੱਲ ਕੀਤੀ ਹੈ ਜਦੋਂ ਕਿ ਚਲੋ ਨਾ ਵੀ ਕੀਤਾ ਹੋਵੇ। ਮੈਂ ਕਹਿੰਦਾ ਉਹਨਾਂ ਨੇ ਨਹੀਂ ਕੀਤਾ। ਦੇਖੋ ਜੀ, ਮੈਂ ਤੁਹਾਡੇ ਚੈਨਲ ਤੇ ਸ਼ਾਇਦ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਅਸੀਂ ਅਸੀਂ ਹਰਜਨ ਸਿੰਘ ਆਪਣਾ ਧਾਮੀ ਜੀ ਉਹਨਾਂ ਨੂੰ ਆਪ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੋਂ ਪਿਛਲੇ ਸਤੰਬਰ ਇੱਕ ਚਿੱਠੀ ਦਿੱਤੀ ਸੀਗੀ ਕਿ ਸਾਨੂੰ ਦੱਸੋ ਕਿ ਸਾਡੇ ਬੰਦੇ ਕਿਉਂ ਕ੍ਰਿਸਚਨ ਕਰ ਰਹੇ ਨੇ ਜੀ, ਇਹ ਵੀ ਸਿੱਖੀ ਤੇ ਢਾਲ ਲੱਗ ਰਿਹਾ ਹੈ ਤੇ ਤੁਸੀਂ ਇਹਦੇ ਤੇ ਆਪਣੇ 70 ਮੈਂਬਰ ਨੇ, ਉਹਨਾਂ ਨੂੰ ਕਹੋ ਕਿ ਆਪਣੇ ਇਲਾਕੇ ਚ ਆ ਕੇ ਉਹ ਪਤਾ ਕਰਨ ਕਿ ਵੀ ਕਿੰਨੇ ਬਣੇ ਨੇ, ਕੌਣ ਬਣੇ ਨੇ ਤੇ ਕਿਉਂ ਬਣ ਰਹੇ ਨੇ, ਤਾਂ ਕਿ ਅਸੀਂ ਇਹਦੇ ਤੇ ਕੋਈ ਵਿਚਾਰ ਕਰੀਏ ਤੇ ਢਾਲਣ ਦੀ ਮਤਲਬ ਕੋਸ਼ਿਸ਼ ਕਰੀਏ। ਪਰ ਹਾਲੀ ਤੱਕ ਤੁਸੀਂ ਦੇਖੋ ਸਤੰਬਰ ਕੀ ਹੈ। ਕਹਿਣ ਦਾ ਮੇਰਾ ਭਾਵ ਇਹ ਹੈਗਾ, ਅੱਜ ਤੱਕ ਕੋਈ ਐਕਸ਼ਨ ਨਹੀਂ ਹੋਇਆ। ਕਹਿਣ ਦਾ ਮੇਰਾ ਭਾਵ ਹੈਗਾ ਕਿ ਐਸਜੀਪੀਸੀ ਜਿਹੜਾ ਹੈ ਉਹ ਬਿਕੋਜ਼ ਉਹ ਇੱਕ ਸਿਆਸੀ ਦਬਾਅ ਦੇ ਹਿੱਤ ਕੰਮ ਉਹਦੇ ਵਿੱਚ ਉਹਨਾਂ ਨੂੰ ਉਹ ਚੀਜ਼ ਪਾਉਂਦੀ ਉਹਨਾਂ ਨੂੰ ਇਹ ਸਿਆਸਤ ਦੇ ਬੰਦਿਆਂ ਤੋਂ ਉਹਨਾਂ ਨੂੰ ਆਪਣਾ ਕੀ ਕਹਿੰਦੇ ਨੇ ਉਹਨਾਂ ਤੋਂ ਰਾਏ ਲੈਣੀ ਪੈਂਦੀ ਹੈ। ਗੁਰਪ੍ਰੀਤ ਜੀ, ਤੁਹਾਡੀ ਆਵਾਜ਼ ਸਾਡੇ ਕੋਲ ਪੂਰੇ ਤਰੀਕੇ ਨਾਲ ਪਹੁੰਚ ਰਹੀ। ਮੈਂ ਟੀਮ ਨੂੰ ਇੱਕ ਵਾਰੀ ਬੇਨਤੀ ਕਰੂੰਗਾ ਕਿ ਆਵਾਜ਼ ਦੀ ਥੋੜੀ ਜਿਹੀ ਕਲੈਰਿਟੀ ਹੋਵੇ ਤਾਂ ਜੋ ਕਿ ਦਰਸ਼ਕ ਜਿਹੜੇ ਜੁੜੇ ਆ ਉਹ ਟੁੱਟਣ ਨਾ। ਔਰ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ, ਸੀਨੀਅਰ ਮੈਂਬਰ ਨੇ, ਭਾਈ ਮਨਜੀਤ ਸਿੰਘ ਇਸ ਵੇਲੇ ਜੁੜੇ। ਮਨਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਮਨਜੀਤ ਸਿੰਘ ਜੀ, ਅੱਜ ਕੀ ਉੱਥੇ ਫੈਸਲੇ ਲਏ ਗਏ? ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਜਲਾਸ ਸੱਦਿਆ ਗਿਆ ਔਰ ਉਹਦੇ ਵਿੱਚ ਕਿਹੋ ਜਿਹੀਆਂ ਤਕਰੀਰਾਂ ਹੋਈਆਂ, ਖੁੱਲ੍ਹ ਕੇ ਜ਼ਿਕਰ ਕਰਿਓ ਥੋੜਾ ਜਿਹਾ। ਉਹਦੇ 'ਚ ਦੇਖੋ ਜੀ, ਇੱਕ ਤਾਂ ਭਗਵੰਤ ਮਾਨ ਵੱਲੋਂ ਜਿਹੜੀ ਸਰਕਾਰ ਵੱਲੋਂ ਅਸੈਂਬਲੀ 'ਚ ਮਤਾ ਪਾਸ ਕੀਤਾ ਗਿਆ ਸੀ ਜੀ, ਉਹਨੂੰ ਰਿਜੈਕਟ ਕਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਠੀਕ ਹੈ ਜੀ। ਔਰ ਕਿਉਂਕਿ 1925 ਦਾ ਜਿਹੜਾ ਐਕਟ ਆ ਜੀ, ਔਰ ਜਿਹੜਾ ਨਹਿਰੂ ਤੇ ਮਾਸਟਰ ਤਾਰਾ ਸਿੰਘ ਜੀ ਦਾ ਇੱਕ ਪੈਕਟ ਹੋਇਆ ਸੀ, ਸਮਝੌਤਾ ਹੋਇਆ ਸੀ, ਉਹ 'ਚ ਲਿਖਿਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਜਨਰਲ ਹਾਊਸ ਆ ਨਾ ਜੀ, ਉਹ 2/3 ਮੈਜੋਰਟੀ ਨਾਲ ਜੇ ਪਾਸ ਕਰਕੇ ਭੇਜੂਗਾ ਕੋਈ ਤੇ ਤਾਂ ਸੋਧ ਹੋ ਸਕਦੀ ਆ ਇਹ ਐਕਟ ਦੇ ਵਿੱਚ ਜੀ। ਔਰ ਇਹ ਜਿਹੜਾ ਇਹਨਾਂ ਨੇ ਇੱਥੇ ਪਾਸ ਕੀਤਾ ਅਸੈਂਬਲੀ ਦੇ ਵਿੱਚ, ਇਹਦੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਉਹ ਮਤਾ ਨਹੀਂ ਸੀ ਗਿਆ ਔਰ ਗੈਰ ਕਾਨੂੰਨੀ ਆ ਔਰ ਗੈਰ ਪ੍ਰਸੰਗਿਕ ਆ। ਇਸ ਕਰਕੇ ਉਸ ਮਤੇ ਨੂੰ ਸਾਰੇ ਜਨਰਲ ਹਾਊਸ ਨੇ, ਭਾਵੇਂ ਕੋਈ ਵਿਰੋਧੀ ਮੈਂਬਰ ਸੀ ਨਾ, ਉਹਨਾਂ ਨੇ ਵੀ ਸਹਿਮਤੀ ਦਿੱਤੀ ਆ ਕਿ ਜਿੱਥੇ ਤੀਕਰ ਧਰਮ ਦੇ ਵਿੱਚ ਦਖਲ ਆ ਕੋਈ, ਉਹ ਨਹੀਂ ਬਰਦਾਸ਼ਤ ਕੀਤਾ ਜਾ ਸਕਦਾ, ਭਾਵੇਂ ਕੋਈ ਸਰਕਾਰ ਵੀ ਹੋਵੇ। ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਰਿਹਾ ਔਰ ਬੇਅੰਤ ਸਿੰਘ ਦੇ ਰਾਜ 'ਚ ਹੁੰਦਾ ਰਿਹਾ, ਇੱਥੇ ਗਿਆਨੀ ਜੈਲ ਸਿੰਘ ਦੇ ਰਾਜ 'ਚ ਹੁੰਦਾ ਰਿਹਾ, ਪ੍ਰਤਾਪ ਸਿੰਘ ਕੈਰੋਂ ਦੇ ਰਾਜ 'ਚ ਹੁੰਦਾ ਰਿਹਾ। ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਵਾਸਤੇ ਬੜੇ ਇੱਥੇ ਦਾਅ ਪੇਚ ਜਿਹੜੇ ਵਰਤੇ ਗਏ ਆ ਔਰ ਉਹ ਇਹ ਵੀ ਇੱਕ ਉਸੇ ਹੀ ਮਤਲਬ ਘੜੀ ਦਾ ਹਿੱਸਾ। ਮਨਜੀਤ ਜੀ, ਗੱਲ ਸ਼ੁਰੂ ਹੋਈ ਸੀ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ, ਗੁਰਬਾਣੀ ਦੇ ਪ੍ਰਸਾਰ ਨੂੰ ਲੈ ਕੇ, ਵੱਧ ਤੋਂ ਵੱਧ ਪ੍ਰਚਾਰ ਨੂੰ ਲੈ ਕੇ। ਉਸ ਤੋਂ ਬਾਅਦ ਹੀ ਸਰਕਾਰ ਇਜਲਾਸ ਲੈ ਕੇ ਸਾਰੀਆਂ ਗੱਲਾਂ, ਉਸ ਤੋਂ ਬਾਅਦ ਐਸਜੀਪੀਸੀ ਨੇ ਉਸ ਬਾਰੇ ਕੋਈ ਗੱਲ ਹੋਈ? ਉਸ ਏਕਾ ਅਧਿਕਾਰ ਨੂੰ ਤੋੜਨ ਦੀ ਕੋਈ ਗੱਲ ਹੋਈ? ਏਕਾ ਅਧਿਕਾਰ ਤਾਂ ਕੋਈ ਹੈ ਹੀ ਨਹੀਂ। ਗੁਰਬਾਣੀ ਤਾਂ ਮੁਕਤ ਜਾ ਰਹੀ ਆ, ਸਾਰਿਆਂ ਨੂੰ ਜਿਹੜਾ ਜਾ ਰਹੀ ਆ, ਉਹ ਤਾਂ ਦਰਬਾਰ ਸਾਹਿਬ ਤੋਂ ਜਿਹੜੀ ਹੋ ਰਹੀ ਆ ਰਿਲੇ, ਉੱਥੋਂ ਕੋਈ ਪੈਸਾ ਮੰਗਦਾ ਉਹਦੇ ਤੋਂ ਕੋਈ ਨਹੀਂ। ਕਹਿਣ ਤੋਂ ਭਾਵ ਵੀ ਕੋਈ ਵੀ ਗੁਰਬਾਣੀ ਨੂੰ ਪ੍ਰਸਾਰਿਤ ਕਰ ਸਕਦਾ ਆਪਣੇ ਚੈਨਲ ਤੋਂ? ਕੋਈ ਵੀ ਨਹੀਂ ਕਰ ਸਕਦਾ। ਜਿਹੜਾ ਸਿਗਰਟ ਪੀਂਦਾ, ਬੀੜੀ ਪੀਂਦਾ, ਉਹਨੂੰ ਕਿਸ ਤਰ੍ਹਾਂ ਦਰਬਾਰ ਸਾਹਿਬ ਦੇ ਵਿੱਚ ਲਾਗੂ ਕਰਾਂਗੇ ਹੁਣ ਤੋਂ? ਜਾਂ ਕੋਈ ਬੱਤੀਆਂ ਲਾਉਂਦਾ ਹੈ, ਚਾਹੇ ਕੋਈ ਸ਼ਰਾਬੀ ਆਦਮੀ ਹੈ, ਜਿਹੜਾ ਨਾ ਲਾਉਂਦਾ ਹੋਵੇ ਉਹਨੂੰ ਤਾਂ ਹੈ ਅਧਿਕਾਰ ਜਾਂ ਨਹੀਂ ਹੈ? ਨਹੀਂ, ਮੇਰੀ ਬੇਨਤੀ ਇਹ ਆ ਵੀ ਇੱਥੇ ਦਾ ਅਸੂਲ ਆ, ਤੁਹਾਡਾ ਇੱਕ ਚੈਨਲ ਚਲਾਉਣੇ ਹੋ ਤੁਸੀਂ ਜੀ, ਤੁਹਾਡਾ ਕੋਈ ਅਸੂਲ ਹੋਊਗਾ ਉਹਦੇ 'ਚ ਵੀ ਆ ਇਹਦਾ ਐਂਕਰ ਆ ਇਹਨੂੰ ਰਿਲੇ ਕਰਨ ਵਾਲਾ ਆ ਇਹਦਾ ਪੱਤਰਕਾਰ ਆ, ਦੂਜਾ ਅਸੀਂ ਪਦੋ ਪਦੀ ਜਾ ਕੇ ਇੱਥੇ ਰਿਲੇ ਕਰ ਸਕਦੇ ਹਾਂ ਤੁਹਾਡੇ ਆਪਣੇ ਚੈਨਲ ਦੇ ਉੱਤੇ। ਮੈਂ ਜਾ ਕੇ ਪਦੋ ਪਦੀ ਗੱਲ ਕਰ ਸਕਦਾ ਇੱਥੇ ਕੋਈ? ਜੀ ਕਰ ਸਕਦਾ ਮੈਂ ਇੱਥੇ ਚਾਹਾਂ ਤੇ ਹੁਣ ਮੈਂ ਆਖਾਂ ਵੀ ਮੇਰੀ ਮੈਂ ਗੱਲ ਕਰਨੀ ਚਾਹੁੰਦਾ ਤੇ ਮੈਨੂੰ ਕਰਨ ਦਿਓਗੇ ਇੱਥੇ? ਨਹੀਂ, ਪਰ ਹੁਣ ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਕੋਈ ਰੋਕ ਟੋਕ ਤਾਂ ਨਹੀਂ ਹੈਗੀ ਤੁਹਾਨੂੰ ਮਨਜੀਤ ਜੀ? ਜੇ ਦੇਖਿਆ ਜਾਵੇ ਕੋਈ ਰੋਕ ਟੋਕ ਹੈ? ਜੇ ਤੁਹਾਡਾ ਪੱਖ, ਆਪਾਂ ਲਾਈਵ ਇਸ ਵੇਲੇ ਲਾਈਵ ਬੈਠੇ ਆ, ਤੁਸੀਂ ਜੋ ਵੀ ਬੋਲ ਰਹੇ ਹੋ ਸਾਰਾ ਕੁਝ ਲਾਈਵ ਜਾ ਰਿਹਾ ਹੈ, ਉਹਦੇ ਵਿੱਚ ਕੀ ਰੋਕ ਟੋਕ? ਮੇਰੀ ਬੇਨਤੀ ਹੈ, ਮੈਂ ਤੁਹਾਡੀ ਉਸ ਭਾਵਨਾ ਨੂੰ ਜ਼ਰੂਰ ਸਮਝ ਗਿਆ ਮਨਜੀਤ ਜੀ। ਕਹਿਣ ਤੋਂ ਭਾਵ ਹਰ ਚੀਜ਼ ਦੀ ਇੱਕ ਮਰਿਆਦਾ ਹੁੰਦੀ ਹੈ, ਉਸ ਮਰਿਆਦਾ ਦਾ ਖਿਆਲ ਰੱਖਣਾ ਲਾਜ਼ਮ ਹੈ। ਮੈਂ ਇਸ ਗੱਲ ਦਾ ਆਪ ਹਾਮੀ ਆ, ਮੈਂ ਧਾਰਨੀ ਇਸ ਗੱਲ ਦਾ। ਪਰ ਤੁਸੀਂ ਕਹਿ ਰਹੇ ਹੋ ਕਿ ਗੁਰਬਾਣੀ ਪ੍ਰਸਾਰਣ ਤੇ ਕੋਈ ਰੋਕ ਨਹੀਂ, ਤੁਸੀਂ ਇਹ ਗੱਲ ਕਹਿ ਰਹੇ ਹੋ ਕਿਸੇ ਨੂੰ ਕੋਈ ਰੋਕ ਨਹੀਂ, ਇਹ ਤੁਹਾਡੇ ਲਫ਼ਜ਼ ਹੈ, ਮੇਰੇ ਤਾਂ ਨਹੀਂ ਹੈਗੇ। ਨਹੀਂ, ਮੇਰੀ ਬੇਨਤੀ ਸੁਣੋ ਤੁਸੀਂ। ਮੈਂ ਤਾਂ ਤੁਹਾਨੂੰ ਇਹੋ ਹੀ ਆਖਿਆ ਨਾ, ਜਿਹੜੀ ਗੱਲ ਵੀ ਹਰ ਇੱਕ ਗੱਲ ਦੀ ਇੱਕ ਮਰਿਆਦਾ ਹੈ ਜੀ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਮਰਿਆਦਾ ਪੁਰਸ਼ੋਤਮ ਆ ਔਰ ਸੱਚਖੰਡ ਹਰਿਮੰਦਰ ਸਾਹਿਬ ਦੀ ਉਸ ਤੋਂ ਵੀ ਵਿਲੱਖਣ ਮਰਿਆਦਾ ਹੈ ਔਰ ਉਹਦੇ ਤੋਂ ਰਿਲੇ ਕਰਨਾ ਉੱਥੇ ਗੁਰਸਿੱਖ ਬੰਦਿਆਂ ਦਾ ਔਰ ਉੱਥੇ ਉਹਨੂੰ ਸਹੀ ਮਰਿਆਦਾ 'ਚ ਰਹਿ ਕੇ ਕਰਨਾ ਇੱਕ ਬਹੁਤ ਵੱਡਾ ਇਸ਼ੂ ਹੈ। ਛੋਟਾ ਜਿਹਾ ਨਾ ਤੁਸੀਂ ਸਮਝੋ ਇਹ ਗੱਲ ਨੂੰ। ਔਰ ਸਵੇਰੇ 3 ਵਜੇ ਤੋਂ ਉੱਠ ਕੇ ਤੇ 9 ਵਜੇ ਤੱਕ ਖੜੀ ਲੱਤ ਰਹਿਣਾ ਔਰ ਫਿਰ ਉਹਦੀ ਮਰਿਆਦਾ ਨੂੰ ਕਾਇਮ ਰੱਖਣਾ, ਫਿਰ ਉਹਦੇ ਲਈ ਪਿੱਛਾ ਨਹੀਂ ਹੋਣ ਦੇਣਾ। ਕਈ ਗੱਲਾਂ ਨੇ ਉਹਦੇ 'ਚ, ਮਤਲਬ ਇੱਕ ਗੱਲ ਨਹੀਂ ਕਿ ਜਿਹੜੀ ਮੈਂ ਹੁਣੇ ਕੋਈ ਬਰੀਫ ਕਰ ਸਕਦਾ। ਤੋ ਇਸ ਕਰਕੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ ਸਾਨੂੰ ਉਹ ਗੱਲਾਂ ਮਰਿਆਦਾ ਨਾ ਸਮਝਾਉਣ ਜਿਹੜੇ ਖੁਦ ਮਰਿਆਦਾ ਨੂੰ ਆਪਣੇ ਜਿਹਨਾਂ ਨੂੰ ਪਤਾ ਨਹੀਂਗਾ, ਜਿਹਦੇ ਦਾੜੀ ਤੇ ਕੇਸ ਨਹੀਂ ਗਏ, ਉਹ ਸਾਨੂੰ ਮਰਿਆਦਾ ਥੋੜਾ ਸਮਝਾਊਗਾ ਇੱਥੇ ਆਣ ਕੇ ਦੱਸੋ। ਔਰ ਜਿਹੜੇ ਬੰਦੇ ਦੀ ਵੋਟ ਵੀ ਨਹੀਂ ਸ਼੍ਰੋਮਣੀ ਕਮੇਟੀ ਲਈ ਬਣ ਸਕਦੀ, ਉਹ ਕਿਸ ਤਰ੍ਹਾਂ ਮਰਿਆਦਾ ਇੱਥੇ ਆਣ ਕੇ ਸਮਝਾਊਗਾ? ਸੋ ਇਹ ਕਰਕੇ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਹੈ, ਮਤਲਬ ਤੁਹਾਡੇ ਕਹਿਣ ਤੋਂ ਭਾਵ ਜਿਹਦੇ ਸਿਰ ਤੇ ਕੇਸ ਦਾੜੀ ਨਹੀਂ ਹੈ ਉਹ ਗੁਰਬਾਣੀ ਦੀ ਗੱਲ ਨਹੀਂ ਕਰ ਸਕਦਾ? ਨਹੀਂ ਕਰ ਸਕਦਾ ਹੈ, ਪਰ ਉਹ ਇਹ ਆਊਗਾ ਤੇ ਆਪਣੇ ਮਰਿਆਦਾ ਧਾਰਨ ਤਾਂ ਕਰੇ। ਸਾਰਿਆਂ ਨੂੰ ਖੋਲਾ ਅਸੀਂ ਤਾਂ ਨੇ ਵੀ ਆਓ ਦਾੜਾ ਕੇਸ ਰੱਖੋ, ਅੰਮ੍ਰਿਤਧਾਰੀ ਹੋਵੋ, 5 ਬਾਣੀਆਂ ਦੇ ਨਿਤਨੇਮੀ ਹੋਵੋ ਔਰ ਹਰ ਸਿੱਖ ਹੋ ਸਕਦਾ, ਕਿਉਂ ਨਹੀਂ ਹੋ ਸਕਦਾ? ਨਹੀਂ ਮਨਜੀਤ ਜੀ, ਤੁਸੀਂ ਗੱਲ ਘੁਮਾਤੀ। ਮੈਂ ਤਾਂ ਗੱਲ ਪੁੱਛੀ ਸੀ ਪ੍ਰਸਾਰਣ ਦੀ
ਵੀ ਉਹ ਜਿਹੜਾ ਏਕਾਧਿਕਾਰ ਦੀ ਗੱਲ ਹੋ ਰਹੀ ਹੈ, ਜਿਹੜੇ ਸਵਾਲ ਉੱਠ ਰਹੇ ਨੇ ਵਾਰ-ਵਾਰ ਐਸਜੀਪੀਸੀ ਦੇ ਉੱਤੇ ਵੀ ਵੇਖੋ ਉਹਦੇ ਜਗ੍ਹਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਨਾ ਉਹ ਆਪਦਾ ਚੈਨਲ ਖੜਾ ਕਰਨ ਵਾਸਤੇ ਜਾ ਰਹੀ ਆ ਜੀ। ਉਹਦੇ ਤੋਂ ਕੋਈ ਵੀ ਗੁਰਬਾਣੀ ਦਾ ਜਿਹੜਾ ਹੈਗਾ ਨਾ ਪ੍ਰਸਾਰਣ ਔਰ ਉਹਦੇ ਤੋਂ ਅਸੀਂ ਚਲਾਵਾਂਗੇ ਔਰ ਉਹਦੇ ਤੇ ਆਪਣਾ ਜਿਹੜੀ ਆ ਸਾਡੀ ਕਮੇਟੀ ਬਣੀ ਹੋਈ ਆ ਸਬ ਕਮੇਟੀ ਤੇ ਉਹ ਆਪਦਾ ਪ੍ਰਸਾਰਣ ਜਿਹੜਾ ਇਹਦੇ ਤੋਂ ਸ਼ੁਰੂ ਕਰਾਂਗੇ। ਸਰਕਾਰ ਦੀ ਦਖਲਅੰਦਾਜ਼ੀ ਨਹੀਂ ਅਸੀਂ ਬਰਦਾਸ਼ਤ ਕਰਨੀ, ਭਾਵੇਂ ਕੋਈ ਵੀ ਹੋਵੇ ਕਿਸੇ ਦੀ ਵੀ ਸਰਕਾਰ, ਉਹ ਨਹੀਂ ਅਸੀਂ ਬਰਦਾਸ਼ਤ ਕਰਦੇ, ਨਾ ਕਦੇ ਖਾਲਸਾ ਪੰਥ ਨੇ ਕੀਤੀ ਹੈ ਕਦੇ ਬਰਦਾਸ਼ਤ ਇਹੋ ਜਿਹੀ ਗੱਲ ਨਹੀਂ। ਠੀਕ ਹੈ, ਤੁਹਾਡੀ ਗੱਲ ਸਿਆਣੀ ਹੈ, ਪਰ ਗੱਲ ਇਹ ਹੈ ਨਾ ਵੀ ਜੇ ਦੇਰੀ ਹੋਈ ਤਾਂ ਹੀ ਇੱਥੋਂ ਤੱਕ ਗੱਲ ਪਹੁੰਚੀ। ਸਾਰੀਆਂ ਗੱਲਾਂ ਤਾਂ ਕਈ ਫਿਰ ਦੇਰ ਹੋ ਜਾਂਦੀ ਆ, ਕਈ ਗੱਲਾਂ ਆਪਾਂ ਚਾਹੁੰਦੇ ਜ਼ਿੰਦਗੀ ਦੇ ਵਿੱਚ ਵੀ ਹਰ ਇੱਕ ਬੰਦਾ ਚਾਹੁੰਦਾ ਵੀ ਮੈਂ ਬੜੀਆਂ ਉੱਚੀਆਂ ਤਰੱਕੀਆਂ ਤੇ ਚਲੇ ਜਾਂਦੇ, ਕਈ ਵਾਰ ਨਹੀਂ ਪਹੁੰਚਦਾ ਉੱਥੋਂ ਤੱਕ ਦੇਰ ਹੋ ਜਾਂਦੀ ਆ। ਚਲੋ ਠੀਕ ਹੈ, ਜਿਸ ਤਰ੍ਹਾਂ ਤੁਸੀਂ ਪੱਤਰਕਾਰ ਬਣੇ ਹੋ ਸਕਦਾ ਤੁਸੀਂ ਵੱਡੇ ਚੀਫ ਪੱਤਰਕਾਰ ਬਣਨਾ ਚਾਹੁੰਦੇ ਹੋ, ਦੇਰੀ ਤਾਂ ਹੋ ਜਾਂਦੀ ਆ, ਤੁਸੀਂ ਮੈਂ ਮਾਫ ਕਰਨਾ ਕਿਤੇ ਮੇਰੀ ਗੱਲ ਦਾ ਗੇੜਾ ਨਾ ਕਰ ਲਿਓ। ਨਹੀਂ ਮੈਂ ਨਹੀਂ ਕਰਨਾ ਮਨਜੀਤ ਜੀ, ਨਹੀਂ ਕਰਨਾ। ਨਹੀਂ ਮੇਰੀ ਬੇਨਤੀ ਹੈ ਕਿ ਜੇ ਦੇਰ ਆਏ ਦਰੁਸਤ ਆਏ ਕੰਮ ਸਹੀ ਹੋ ਜਾਏ ਤੇ ਕੋਈ ਮਾੜੀ ਨਹੀਂ ਹੈਗੀ। ਸਿਰਫ ਬੇਨਤੀ ਸਾਡੀ ਇੰਨੀ ਹੈ ਕਿ ਭਗਵੰਤ ਮਾਨ ਜੀ ਹੋਣੀ ਜਿਹੜੇ ਆ ਨਾ ਉਹਨਾਂ ਨੂੰ ਲੋਕਾਂ ਨੇ ਚੁਣਿਆ ਹੈ ਭ੍ਰਿਸ਼ਟਾਚਾਰ ਖਤਮ ਕਰਨ ਲਈ ਔਰ ਉਹਨਾਂ ਨੂੰ ਚੁਣਿਆ ਹੈ ਬੇਰੁਜ਼ਗਾਰੀ ਲਈ, ਉਹਨਾਂ ਨੂੰ ਚੁਣਿਆ ਹੈ ਪੰਜਾਬ 'ਚ ਲਾਅ ਐਂਡ ਜਿਹੜਾ ਹੈ ਉਹ ਕਾਇਮ ਰੱਖਣ ਵਾਸਤੇ, ਉਹਨਾਂ ਨੂੰ ਚੁਣਿਆ ਹੈ ਕਿਸਾਨਾਂ ਨੂੰ MSP ਦੇਣ ਵਾਸਤੇ। ਉਹਦਾ ਸਾਰੇ ਮਸਲੇ ਆ ਜੇ ਲੜਕੇ ਪਏ ਆ, ਪਹਿਲਾਂ ਇੱਧਰ ਨੂੰ ਦੂਜੇ ਪਾਸੇ ਨੂੰ ਆਪਾਂ ਦਖਲ ਕਿਉਂ ਕਰਦੇ। ਮਨਜੀਤ ਸਿੰਘ ਜੀ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਨੇ ਲੋਕਾਂ ਨੇ, ਉਹ ਵੀ ਤਾਂ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਜੋੜੇ ਸੀਗੇ, ਚੁਣੇ ਸੀਗੇ, ਉਹ ਇਸ ਵਾਸਤੇ ਤਾਂ ਨਹੀਂ ਚੁਣੇ ਸੀਗੇ ਧਰਮ ਦੇ ਵਿੱਚੋਂ ਪਰਿਵਰਤਨ ਹੁੰਦਾ ਰਹੇ, ਧਰਮ ਦੇ ਵਿੱਚੋਂ ਲੋਕ ਟੁੱਟ ਕੇ ਹੋਰ ਪਾਸੇ ਜਾਂਦੇ ਰਹਿਣ, ਖਾਸ ਕਰਕੇ ਜਿਹੜੀ ਦੂਸਰੀਆਂ ਸ਼੍ਰੇਣੀਆਂ ਦੇ ਦੂਸਰੀ ਜਾਤੀ ਦੇ ਲੋਕ ਹੈ ਉਹ ਅਣਗੌਲਿਆ ਮਹਿਸੂਸ ਹੋਣ ਕਰਕੇ ਦੂਸਰੇ ਧਰਮਾਂ ਵੱਲ ਹਿਜਰਤ ਕਰਦੇ ਰਹਿਣ। ਕੰਮ ਤਾਂ ਐਸਜੀਪੀਸੀ ਨੂੰ ਇਹ ਕੁਝ ਦਿੱਤੇ ਗਏ ਸੀਗੇ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਵੀ ਆਪਣਾ ਚੈਨਲ ਲਿਆਓ ਭਾਈ, ਇੱਕ ਹਫ਼ਤੇ ਦੇ ਵਿੱਚ ਚੈਨਲ ਆਉਣਾ ਚਾਹੀਦਾ, ਦਾਅਵਾ ਵੀ ਕੀਤਾ ਕਿ ਹਾਂ ਅਸੀਂ ਇੱਕ ਹਫ਼ਤੇ 'ਚ ਲਿਆਵਾਂਗੇ। ਤੇ ਫਿਰ ਇਹ ਕੰਮ ਜਿਹੜੇ ਐਸਜੀਪੀਸੀ ਨੂੰ ਸੋਚ ਸਮਝ ਕੇ ਲੋਕਾਂ ਨੇ ਚੁਣਿਆ ਸੀ ਮੈਂਬਰਾਂ ਨੂੰ, ਕੰਮ ਤਾਂ ਉਹ ਵੀ ਨਹੀਂ ਹੋਏ। ਮੇਰੀ ਬੇਨਤੀ ਇਹ ਆ ਜੇ ਮੈਂ ਹੁਣ ਕੋਈ ਹੋਰ ਗੱਲ ਮੀਡੀਆ ਬਾਰੇ ਕਰਾਂ ਤੇ ਫਿਰ ਤੁਸੀਂ ਗਵਾਹ ਕਰ ਲੈਣਾ ਜੀ। ਕੰਮ ਤਾਂ ਜਿਹੜੇ ਆਪਾਂ ਵੀ ਸਹੀ ਗੱਲ ਲੋਕਾਂ ਤੱਕ ਪਹੁੰਚਾਉਣੀ ਆ, ਕਈ ਵਾਰ ਨਹੀਂ ਪਹੁੰਚਦੀ, ਜਿਹੜੀ ਕਈ ਗੱਲਾਂ ਹੋ ਜਾਂਦੀਆਂ, ਮੈਂ ਅਗਲੀ ਗੱਲ ਨਹੀਂ ਕਹਿਣੀ ਚਾਹੁੰਦਾ। ਮੇਰੀ ਸਿਰਫ ਇੰਨੀ ਬੇਨਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਕੋਈ ਤਨਖਾਹ ਨਹੀਂ ਲੈਂਦਾ, ਕੋਈ ਪੈਸੇ ਨਹੀਂ ਲੈਂਦਾ, ਕੋਈ ਗੱਡੀ ਨਹੀਂ ਲੈਂਦਾ। ਅਸੀਂ ਆਪਣੇ ਘਰੋਂ ਤੇਲ ਮਚਾ ਕੇ ਜਾਂਦੇ ਇੱਕ ਸੇਵਾਦਾਰ ਆ, ਸੇਵਾਦਾਰ ਦਾ ਕੰਮ ਆ ਸੇਵਾ ਕਰਨੀ, ਠੀਕ ਹੈ ਨਾ। ਚੈਨਲ ਵਾਲਾ ਵੀ ਪੈਸੇ ਲੈਂਦਾ ਹੋਊਗਾ ਤੇ ਪੱਤਰਕਾਰ ਵੀ ਲੈਂਦਾ ਹੋਊਗਾ, ਦੂਜੇ ਵੀ ਲੈਂਦੇ ਹੋਣਗੇ, ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਨਾ ਉਹਦਾ ਮੈਂਬਰ ਕੋਈ ਭੱਤਾ ਨਹੀਂ ਲੈਂਦਾ, ਕੋਈ ਉਹਦੀ ਤਨਖਾਹ ਨਹੀਂ ਗੀ, ਕੋਈ ਉਹਦਾ ਮਤਲਬ ਗੱਡੀ ਦਾ ਨਹੀਂਗਾ। ਸੋ ਅਸੀਂ ਆਪਣੇ ਘਰਾਂ ਤੋਂ ਤੇਲ ਮਚਾ ਕੇ ਲੋਕਾਂ ਨੇ ਸਾਨੂੰ ਸੇਵਾ ਦਿੱਤੀ, ਅਸੀਂ ਤਾਂ ਸਮਝਦੇ ਸਾਡੇ ਵੱਡੇ ਭਾਗ ਨੇ ਕਿ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਬਹੁਤ ਵੱਡਾ ਪ੍ਰਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ। ਮੈਂ ਜਦੋਂ ਛੋਟਾ ਜਿਹਾ ਸੀ ਨਾ ਤੇ ਉਸ ਟਾਈਮ ਦੇ ਉੱਤੇ ਜਿਹੜਾ ਕੋਈ ਅੰਮ੍ਰਿਤ ਛਕ ਲੈਂਦਾ ਸੀ ਉਹਨੂੰ ਬੜੇ ਭੱਦੇ ਲਫ਼ਜ਼ ਲੋਕ ਵਰਤਦੇ ਹੁੰਦੇ ਸੀ, ਕਸ਼ਹਿਰਿਆਂ ਵਾਲੇ ਤੇ ਕੱਛਿਆਂ ਵਾਲੇ ਕਹਿੰਦੇ ਹੁੰਦੇ ਸੀ। ਔਰ ਮੈਂ ਬੀੜ ਬਾਬਾ ਬੁੱਢਾ ਸਾਹਿਬ ਕਾਲਜ ਪੜ੍ਹਦਾ ਸੀ, ਬਾਬਾ ਖੜਕ ਸਿੰਘ ਜੀ ਨੇ ਬਣਾਇਆ ਸੀ ਉਹ ਕਾਲਜ, ਬੜੇ ਸਤਿਕਾਰਯੋਗ ਸੀ, ਇੱਕ ਵੀ ਬੰਦਾ ਉਸ ਅੰਮ੍ਰਿਤਧਾਰੀ ਨਹੀਂ ਸੀ ਔਰ ਮੈਂ ਇਕੱਲਾ ਉਹਦੇ ਅੰਮ੍ਰਿਤਧਾਰੀ ਸੀ। ਕਾਮਰੇਟਾਂ ਦਾ ਜ਼ੋਰ ਸੀ ਔਰ ਉੱਥੇ ਵੇਰਕੇ ਫੈਡਰੇਸ਼ਨ ਬਣਾਈ, ਵੇਰਕੇ ਉੱਥੇ ਸਿੱਖੀ ਦਾ ਪ੍ਰਚਾਰ ਕੀਤਾ ਔਰ ਅੱਜ ਵੀ ਪਿੰਡੋ ਪਿੰਡੀ ਜਿਹੜਾ ਅੱਜ ਪ੍ਰਚਾਰ ਕਰਨਾ ਸੌਖਾ ਹੈ, ਅੱਜ ਤੋਂ 40 ਸਾਲ ਪਹਿਲਾਂ ਪ੍ਰਚਾਰ ਕਰਨਾ ਹੀ ਬੜਾ ਔਖਾ ਸੀ। ਔਰ ਜਦੋਂ ਇਹ ਗੱਲਾਂ ਕਹੀਆਂ ਜਾਂਦੀਆਂ ਸੀ ਕਿ ਤਰਨਤਾਰਨ ਸਾਹਿਬ ਦੇ ਸਰੋਵਰ 'ਚ ਝੋਨਾ ਲਾ ਦਈਏ ਤੇ ਬੜਾ ਹੋਊਗਾ, ਬੜੀਆਂ ਬੇਹੂਦੀਆਂ ਗੱਲਾਂ ਲੋਕ ਕਰਦੇ ਸੀ, ਲੇਕਿਨ ਅੱਜ ਘਰ ਘਰ ਹਰ ਇੱਕ ਜਿਹੜਾ ਬੰਦਾ ਉਹਨੂੰ ਸਿੱਖੀ ਦਾ ਪਤਾ ਹੈ। ਕਈ ਬੰਦੇ ਇਸ ਕਰਕੇ ਉਹ ਸਿੱਖੀ ਤੋਂ ਪਰੇ ਹੁੰਦੇ ਜਾਂਦੇ ਆ। ਗੁਰਬਾਣੀ ਕਹਿੰਦੀ ਹੈ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪਰੇ। ਹੱਥ 'ਚ ਦੀਵਾ ਫੜ ਕੇ ਗੁਰਬਾਣੀ ਆਂਦੀ ਜੇ ਕੋਈ ਫੂਹ ਛਾਲ ਮਾਰੀ ਜਾਂਦਾ ਤੇ ਉਹਦਾ ਨਾ ਤੁਸੀਂ ਕੁਛ ਕਰ ਸਕਦੇ ਹੋ ਨਾ ਮੈਂ ਕੁਛ ਕਰ ਸਕਦਾ। ਸੋ ਧਰਮ ਵਾਸਤੇ ਤਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ। ਅਰਦਾਸ ਕਿਹਨਾਂ ਦੀ ਕਰਦੇ ਜੇ? ਅਰਦਾਸ ਕਰਦੇ ਜਿਹਨਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ, ਬੰਦ ਕਟਵਾਏ, ਚਰਖੜੀਆਂ ਵਿੱਚ ਜਿਹੜੇ ਤਾਨਰ ਉਹਨਾਂ ਨੂੰ ਨਹੀਂ ਸੀ ਪੈਸੇ ਮਿਲਦੇ, ਉਹਨਾਂ ਨੂੰ ਨਹੀਂ ਉਹਦੇ ਮਿਲਦੇ। ਛੋਟੇ ਸਾਹਿਬਜ਼ਾਦਿਆਂ ਨੂੰ ਵੀ ਬੜੇ ਬੜੇ ਲਾਲਚ ਮਿਲਦੇ ਸੀ। ਸੋ ਸਾਡਾ ਧਰਮ ਲਾਲਚੀਆਂ ਦਾ ਧਰਮ ਨਹੀਂਗਾ, ਸਾਡਾ ਧਰਮ ਕੁਰਬਾਨੀ ਵਾਲਿਆਂ ਦਾ, ਸਮਰਪਿਤ ਵਾਲਿਆਂ ਦਾ, ਚੜ੍ਹਦੀ ਕਲਾ ਦਾ ਸਾਡਾ ਧਰਮ ਆ। ਔਰ ਜਿਹੜੇ ਬੰਦੇ ਨਿਗੇ ਨਿਗੇ ਲਾਲਚਾਂ ਕਰਕੇ ਉੱਧਰ ਚਲੇ ਜਾਂਦੇ, ਉਹ ਇਹਦਾ ਮਤਲਬ ਆ ਵੀ ਉਹ ਪਦਾਰਥਵਾਦੀ ਯੁੱਗ ਆ ਤੇ ਉਹ ਅਸਲ ਸਾਡੇ ਇਤਿਹਾਸ ਜਿਹੜਾ ਹੈ ਉਹ ਪਤਾ ਉਹਨਾਂ ਨੂੰ ਹੈਗਾ, ਪਰ ਜਾਣ ਕੇ ਜੇ ਕੋਈ ਖੂਹ ਛਾਲ ਮਾਰੀ ਜਾਂਦਾ ਤੇ ਉਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 150 ਮੁਲਾਜ਼ਮ ਜਿਹੜਾ ਹੁਣ ਪ੍ਰਚਾਰਕ ਭਰਤੀ ਕੀਤਾ ਸਾਰੇ ਬਾਰਡਰ ਏਰੀਆ ਦੇ ਵਿੱਚ, 150 ਪ੍ਰਚਾਰ ਵੱਖਰਾ
ਔਰ ਘਰ ਘਰ ਜਾ ਕੇ ਬੂਹਾ ਖੜਕਾ ਕੇ ਔਰ ਸੈਂਕੜੇ ਬੰਦੇ ਜਿਹੜੇ ਹਜ਼ਾਰਾਂ ਬੰਦੇ ਆ ਉਹ ਵਾਪਸ ਆ ਗਏ ਨੇ ਆਪਣੇ ਧਰਮ ਵਿੱਚ। ਆਉਂਦੇ ਸਾਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਸੀ, ਸਾਨੂੰ ਲਾਲਚ ਦਿੰਦੇ ਸੀ। ਸੋ ਇਸ ਕਰਕੇ ਕਈ ਵਾਰ ਗੱਲਾਂ ਭਾਈ ਸਾਹਿਬ ਤੁਸੀਂ ਤਾਂ ਬੜੇ ਸਿਆਣੇ ਜੇ, ਕਈ ਵਾਰ ਗੱਲਾਂ ਕਹਿਣੀਆਂ ਸੌਖੀਆਂ ਹੁੰਦੀਆਂ ਹੈ। ਨਹੀਂ, ਮੈਂ ਮਨਜੀਤ ਜੀ ਇਸ ਗੱਲ ਨੂੰ ਮੰਨਦਾ ਕਿ ਕਈ ਵਾਰੀ ਮੌਕੇ ਦੀ ਨਜ਼ਾਕਤ, ਮਾਹੌਲ ਤੇ ਦੂਰ ਬੈਠਿਆਂ ਸਮਝ ਲੈਣਾ, ਬਹੁਤ ਚੀਜ਼ਾਂ ਦੇ ਵਿੱਚ ਫਰਕ ਹੁੰਦਾ ਹੈ। ਪਰ ਗੱਲ ਇਹ ਹੈ ਜਿਹੜੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਆਏ ਸੀਗੇ, ਰੌਲਾ ਪਿਆ ਕਿ ਉਹਨਾਂ ਤੋਂ ਮਾਈਕ ਖੋਹ ਲਿਆ, ਉਹ ਕਾਹਤੋਂ ਖੋਹ ਲਿਆ, ਉਹਨਾਂ ਨੂੰ ਕਿਉਂ ਨਹੀਂ ਗੱਲ ਕਰਨ ਦਿੱਤੀ, ਕੋਈ ਗਲਤ ਬੋਲ ਰਿਹਾ ਸ਼ਬਦ? ਬਿਲਕੁਲ ਉਹਨਾਂ ਤੋਂ ਕਿਸੇ ਨਹੀਂ ਖੋਇਆ, ਉਹ ਸਾਡੇ ਸਤਿਕਾਰਯੋਗ ਨੇ ਜੀ। ਲੇਕਿਨ ਜਿਹੜੀਆਂ ਗੱਲਾਂ ਅਸੀਂ ਅੱਜ ਝੋਣ ਕਰਦੇ ਹਾਂ, ਅੱਜ ਤੋਂ 5 ਸਾਲ ਪਹਿਲਾਂ ਨਹੀਂ ਕਰਦੇ ਅਸੀਂ ਜੀ। ਪਹਿਲਾਂ ਕਿਉਂ ਨਹੀਂ ਕਰਦੇ? ਪਹਿਲਾਂ ਵੀ ਸਾਨੂੰ ਕਰਨੀਆਂ ਚਾਹੀਦੀਆਂ ਸੀ। ਜਿਹੜੀ ਗੱਲ ਅਸੀਂ ਅੱਜ ਕਰਦੇ ਆ ਤੇ ਸਾਨੂੰ 5 ਸਾਲ ਪਹਿਲਾਂ ਵੀ ਕਰਦੇ। ਆਪਾਂ 2-3 ਸਾਲ ਪ੍ਰਧਾਨ ਵੀ ਰਹੇ, ਫਿਰ ਉਹ ਆਪਣੇ ਬੀਬੀ ਜੀ ਸਤਿਕਾਰਯੋਗ ਨੇ ਮੰਤਰੀ ਵੀ ਰਹੇ, ਔਰ ਉਦੋਂ ਕਿਉਂ ਨਹੀਂ ਆਪਾਂ ਕਰਦੇ ਜੀ? ਜਿਹੜਾ ਪਰੇ ਚਲੇ ਜਾਂਦਾ ਹੈ, ਵੇਖੋ ਮੈਂ ਇੱਕ ਗੱਲ ਹੋਰ ਵੀ ਸਾਫ਼ ਕਰਦੇ ਆ। ਕਈ ਵਾਰ ਕਈ ਆਂਦੇ ਆ ਵੀ ਇਹ ਸ਼੍ਰੋਮਣੀ ਅਕਾਲੀ ਦਲ ਬੜਾ ਮਾੜਾ, ਮੈਨੂੰ ਕਹਿਣਗੇ ਜੀ ਇਹ ਤਾਂ ਅਕਾਲੀ ਦਲ ਦੇ ਵਿੱਚ ਬਾਦਲਾਂ ਨਾਲ, ਮੈਂ ਸ਼੍ਰੋਮਣੀ ਅਕਾਲੀ ਦਲ ਨਾਲ ਆ, ਮੈਂ ਕਿਸੇ ਪਰਿਵਾਰ ਨਾਲ ਨਹੀਂ ਹੈਗਾ। ਔਰ ਬੜੇ ਕੁਰਬਾਨੀਆਂ ਤੋਂ ਬਾਅਦ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ, ਔਰ ਮੇਰੇ ਪਿਤਾ ਸੰਤ ਕਰਤਾਰ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਹੈ, ਪੰਥ ਕੋਈ ਕੁੱਤਾ ਵੀ ਖਿਲਾਰੇ ਤੇ ਉਹਨੂੰ ਵੋਟ ਪਾ ਦੇਣੀ ਹੈ। ਸੋ ਇੱਥੇ ਕਈ ਸਾਨੂੰ ਇਹ ਲੋਕ ਕਹੀ ਜਾਂਦੇ ਜੀ ਤੁਸੀਂ ਪਰਿਵਾਰ ਤਾਂ ਬੜਾ ਕੁਰਬਾਨੀ ਵਾਲਾ, ਪਰ ਤੁਸੀਂ ਅਕਾਲੀ ਦਲ ਦੇ ਨਾਲ। ਮੈਂ ਕਿਹਾ ਅਕਾਲੀ ਦਲ ਛੂਟ ਆ, ਦੱਸੋ ਅਕਾਲੀ ਦਲ ਦਾ ਪ੍ਰਧਾਨ ਕਦੀ ਜਥੇਦਾਰ ਮੋਹਨ ਸਿੰਘ ਤੋੜੇ ਵੀ ਰਿਹਾ, ਕਦੀ ਇੱਥੇ ਜਥੇਦਾਰ ਤਲਵੰਡੀ ਵੀ ਰਿਹਾ, ਕਦੀ ਇੱਥੇ ਬਰਨਾਲਾ ਵੀ ਰਹੇ, ਕਦੀ ਇੱਥੇ ਬਾਦਲ ਵੀ ਹੋ ਸਕਦਾ, ਕੱਲ ਨੂੰ ਹੋਰ ਕੋਈ ਇੱਥੇ ਪ੍ਰਧਾਨ ਬਣ ਜਾਏ। ਅਕਾਲੀ ਦਲ ਵੀ ਕਦੀ ਅਕਾਲੀ ਦਲ ਦੇ ਉੱਤੇ ਤਾਂ ਕੋਈ ਕਿੰਤੂ ਪਰੰਤੂ ਨਹੀਂ, ਅਕਾਲੀ ਦਲ ਕਰਦੇ ਆ ਬਿਲਕੁਲ ਕਰਦੇ, ਮੇਰੇ ਤੇ ਕਰਦੇ, ਮੈਂ ਤਾਂ ਇਹ ਗੱਲ ਦੱਸੀ ਆ। ਤੇ ਸ਼੍ਰੋਮਣੀ ਕਮੇਟੀ ਤੇ ਵੀ ਕਰਦੇ ਆ, ਔਰ ਸ਼੍ਰੋਮਣੀ ਕਮੇਟੀ ਪਹਿਲਾਂ ਹੋਣੀ ਚਾਹੀਦੀ, ਮਾੜੀ ਸੋਚ ਹੋਊਗੀ, ਕਰਦੇ ਹੋਣਗੇ, ਨਹੀਂ ਪਤਾ ਹੋਊਗਾ। ਸ਼੍ਰੋਮਣੀ ਕਮੇਟੀ ਪਹਿਲਾਂ ਹੋਂਦ ਵਿੱਚ ਆਈ ਸੀ, ਔਰ ਹਜ਼ਾਰਾਂ ਬੰਦਿਆਂ ਦੇ ਘਰ ਬਰਬਾਦ ਹੋ ਗਏ, ਘਰੋਂ ਬੇਘਰ ਹੋ ਗਏ, ਔਰ ਕਾਲੇ ਪਾਣੀ ਦੀਆਂ ਜੇਲ੍ਹਾਂ ਤੇ ਬਾਜ ਘਾੜ ਦੇ ਸਾਕੇ ਹੋਏ, ਔਰ ਫਾਂਸੀ ਦੇ ਫੰਦਿਆਂ ਨੂੰ ਚੁੰਮਿਆ ਸਾਡੇ ਵੱਡਿਆਂ ਨੇ। ਅੱਜ ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਕਈ ਬੰਦੇ ਜਿਹੜੇ ਆ WhatsApp ਜਿਹਦੇ ਉੱਤੇ ਗਾਲਾਂ ਕੱਢੀ ਜਾਂਦੇ ਆ। ਕੋਈ ਬੰਦਾ ਮਾੜਾ ਹੋ ਸਕਦਾ, ਸਾਡੀ ਸੇਵਾ 'ਚ ਫਰਕ ਹੋਵੇ, ਅਸੀਂ ਉਹਦੇ ਲਈ ਮਾਫੀ ਚਾਹੁੰਦੇ ਆ, ਪਰ ਇਹ ਗੱਲਾਂ ਕਿਉਂ ਕਰਦੇ ਆ ਵੀ ਇੰਸਟੀਟਿਊਸ਼ਨਾਂ ਨੂੰ ਖਤਮ ਕਰਨੀਆਂ ਗੱਲਾਂ? ਠੀਕ ਹੈ ਮਨਜੀਤ ਜੀ, ਆਪਣੀ ਗੱਲ ਥੋੜੀ ਲੰਬੀ ਹੋਈ ਹੈ, ਪਰ ਤੁਸੀਂ ਸਾਡੇ ਨਾਲ ਬਣੇ ਰਹਿਣਾ। ਸਾਡੇ ਨਾਲ ਬਾਕੀ ਵੀ ਪੈਨਲਿਸਟ ਬਣੇ ਹੋਏ, ਜਸਤੇਜ ਸਿੰਘ ਜੀ ਕਾਫੀ ਦੇਰ ਤੋਂ ਬਣੇ ਹੋਏ ਆ। ਜਸਤੇਜ ਜੀ, ਸਿੱਧਾ ਇਲਜ਼ਾਮ ਲੱਗ ਰਿਹਾ ਹੈ ਕਿ ਗੱਲ ਇਹ ਹੈ ਕਿ ਜਿੱਥੇ ਸਰਕਾਰ ਦਾ ਕੋਈ ਪ੍ਰੈਰੋਗੇਟਿਵ ਹੀ ਨਹੀਂ ਹੈਗਾ, ਸਰਕਾਰ ਉੱਥੇ ਦਖਲ ਦੇ ਰਹੀ ਹੈ। ਸਰਕਾਰ ਆਪਣੇ ਜਿਹੜਾ ਉਹਦਾ ਦੌਰਾ ਅਕੀਦਾ ਉਹ ਤੋਂ ਬਾਹਰ ਜਾ ਕੇ ਜਿਹੜਾ ਫੈਸਲੇ ਲੈ ਰਹੀ ਹੈ, ਜੋ ਕਿ ਫੈਸਲੇ ਲੈਣ ਦਾ ਬਿਲਕੁਲ ਵੀ ਅਧਿਕਾਰ ਨਹੀਂ। ਮੈਂ ਨਵਜੋਤ ਜੀ, ਪਹਿਲੀ ਗੱਲ ਮਨਜੀਤ ਜੀ ਨੂੰ ਸਤਿ ਸ੍ਰੀ ਅਕਾਲ ਜੀ, ਗੁਰਪ੍ਰੀਤ ਜੀ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੇ ਮੈਂ ਮਨਜੀਤ ਜੀ ਨੂੰ ਸੁਣ ਰਿਹਾ ਸੀਗਾ ਜੀ, ਤੇ ਮੈਂ ਓਨੈਸਟਲੀ ਦੱਸ ਰਿਹਾ ਕਿ ਬਈ ਇੰਨਾ ਮਾਣ ਸਤਿਕਾਰ ਫੀਲ ਹੋਇਆ ਨਾ ਮੈਨੂੰ, ਮਤਲਬ ਐਜ਼ ਅ ਸਿੱਖ। ਚਲੋ ਮੈਂ ਉਹ ਨਹੀਂ ਕਹਿੰਦਾ ਕਿ ਵੀ ਹਾਂਜੀ ਬਾਲ ਕੱਟੇ ਹੋਏ ਆ ਜਾਂ ਚਲੋ ਕੇਸ ਕੱਟੇ ਹੋਏ ਆ, ਬਟ ਮਨਜੀਤ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ, ਨੋ ਡਾਊਟ, ਮਤਲਬ ਬਹੁਤ ਚੰਗਾ ਲੱਗਿਆ। ਪਰ ਮੈਂ ਅੱਜ ਮਨਜੀਤ ਜੀ ਨੂੰ ਇੱਕ ਗੱਲ ਕਲੈਰੀਫਾਈ ਕਰ ਦਿੰਦਾ ਕਿ ਅੱਜ ਤੱਕ ਕਿਸੇ ਨੇ ਅਕਾਲੀ ਦਲ ਦੇ ਖਿਲਾਫ ਇੱਕ ਉਂਗਲ ਤੱਕ ਨਹੀਂ ਚੱਕੀ ਆਮ ਆਦਮੀ ਪਾਰਟੀ ਦੀ ਸਰਕਾਰ ਚੋਂ, ਸਪੈਸ਼ਲੀ ਭਗਵੰਤ ਸਿੰਘ ਮਾਨ ਜੀ ਤੋਂ। ਤੇ ਐਟਲੀਸਟ ਅਕਾਲੀ ਦਲ ਨੂੰ ਤੇ ਬਾਦਲ ਪਰਿਵਾਰ ਨੂੰ ਤੁਸੀਂ ਇੱਕ ਨਾ ਦੇਖੋ, ਮੇਰੀ ਇਹ ਤੁਹਾਨੂੰ ਬੇਨਤੀ ਹੈ। ਤੁਸੀਂ ਅੱਜ ਇੰਨਾ ਸੋਹਣਾ ਬੋਲੇ ਹੋ, ਐਂਡ 'ਚ ਇੰਨਾ ਵਧੀਆ ਬੋਲੇ ਹੋ, ਪਰ ਅੱਜ ਤੱਕ ਪੀਟੀਸੀ ਨੇ ਇਹ ਬੋਲ ਨਾ ਤੁਹਾਡੇ, ਨਾ ਇਹੋ ਜਿਹੇ ਬੋਲ ਕਿਸੇ ਹੋਰ ਐਸਜੀਪੀਸੀ ਮੈਂਬਰ ਦੇ, ਮਾਨਯੋਗ ਐਸਜੀਪੀਸੀ ਮੈਂਬਰ ਦੇ ਕਿਉਂ ਨਹੀਂ ਅੱਜ ਤੱਕ ਪੀਟੀਸੀ ਨੇ ਚਲਾਏ? ਅੱਜ ਤੱਕ ਪੀਟੀਸੀ ਦਾ ਕੀ ਮੋਟਿਵ ਰਿਹਾ ਹੈ? ਜਦੋਂ ਤੁਸੀਂ ਇੱਕ ਪਾਸੇ ਕਹਿਤਾ ਫ੍ਰੀ ਪ੍ਰਸਾਰਣ, ਤੁਹਾਨੂੰ ਪਤਾ ਹੋਣਾ ਚਾਹੀਦਾ ਐਂਡ ਪਤਾ ਵੀ ਹੋਣਾ ਹੈ, ਵਿਦ ਆਲ ਡਿਊ ਰਿਸਪੈਕਟ ਮੇਰੀ ਬੇਨਤੀ ਇਹ ਹੈ ਕਿ ਪੀਟੀਸੀ ਪੂਰਾ ਦਾ ਪੂਰਾ ਚਾਰਜ ਲੈਂਦਾ ਹੈ, ਐਂਡ ਸਾਡੇ ਵਰਗੇ ਲੋਕ ਸਿਰਫ ਗੁਰਬਾਣੀ ਨੂੰ ਸੁਣਨ ਲਈ ਪੀਟੀਸੀ ਲੈਣ ਨੂੰ ਮਜਬੂਰ ਹੁੰਦੇ ਆ। ਉਸ ਤੋਂ ਬਾਅਦ ਉਹਦਾ ਦੁਰਉਪਯੋਗ ਕਿਵੇਂ ਹੁੰਦਾ ਹੈ? ਪੀਟੀਸੀ ਡਿਬੇਟਾਂ ਚਲਾਉਂਦਾ ਹੈ, ਕਈ ਨਿਊਜ਼ ਚਲਾਉਂਦਾ, ਘੁਮਾ ਫਿਰਾ ਕੇ ਸਿਰਫ ਇੱਕ ਫੈਮਿਲੀ ਨੂੰ, ਇੱਕ ਬਾਦਲ ਪਰਿਵਾਰ ਨੂੰ, ਉਹਨਾਂ ਨੂੰ ਅਹਿਮੀਅਤ ਦੇ ਕੇ। ਕੀ ਉਹ ਠੀਕ ਹੈ? ਤੇ ਅੱਜ ਤੁਸੀਂ ਇੰਨਾ ਵਧੀਆ ਬੋਲੇ ਹੋ, ਮੈਂ ਤੁਹਾਨੂੰ ਧਰਮ ਦਾ ਸੱਚ ਕਹਿ ਰਿਹਾ, ਮੈਂ ਐਡਵੋਕੇਟ ਵੀ ਹਾਂ, ਠੀਕ ਹੈ, ਪਰ ਮੈਨੂੰ ਇੱਕ ਗੱਲ ਦੱਸੋ, ਤੁਸੀਂ ਕਦੀ ਇਹ ਆਵਾਜ਼ ਚੱਕੀ ਕਿ 5 ਮਿੰਟ ਪਹਿਲਾਂ ਪੀਟੀ ਜਦੋਂ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਹੈ ਤੇ ਕਿਹੋ ਜਿਹੀ ਐਡਾਂ ਚੱਲਦੀਆਂ?
मैं वो वर्ड भी नहीं यूज कर सकता। लोगों ने ऑब्जेक्शंस नहीं है उन्होंने एड्स के उपर। जिवें गुरबानी का प्रसारण बंद होंदा है 5 मिनट बाद वो जी एडां चलदियां। ਜਿਹੜੀ आम आदमी पार्टी भगवंत सिंह मान जी की अगवाई च लड़ाई लड़ रही है, ये लड़ाई कोई ईगो की लड़ाई नहीं है। पर अज जो इजलास तुसी बुलाया, अज जो असैंबली की, ਉਹਦੇ ਚ जो शब्दावलियां वरतियां गईयां एंड जिहो जे मते पास होए, वो सब नूं पता लग्या अज कि भी वो सिर्फ ते सिर्फ एक एंड एसजीपीसी की तो कोई निजी लड़ाई हो नहीं सकती, पर वो पता लग रहा सीगा एक निजी लड़ाई का हिस्सा बन रही है एसजीपीसी। क्योंकि एक बादल परिवार करके। कल जिहड़ी मीटिंग हुई है, कल उत्थे धामी साहब वर्दी धामी साहब उत्थे अकाली दल के ऑफिस गए एंड अज एक सैट लाइन्स के उपर रेजोल्यूशन आ जाते हैं। ये किवें हो सकता पॉसिबल? साडी लड़ाई कोई पहली गल तो कोई लड़ाई है ही नहीं, किसी ने कोई लड़ाई का शब्द नहीं वरत्या। जसतेज जी मैं गुरप्रीत जी ਨੂੰ जोड़ना चाहना इस मसले ਦੇ ਉੱਤੇ। ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇੱਕ ਪ੍ਰਸਾਰਣ ਦੀ ਲੜਾਈ ਹੈ, ਇੱਕ ਪਰਿਵਾਰ ਦੀ ਏਕਾਧਿਕਾਰ ਹੈ, ਉਸ ਲਈ ਫੇਰ ਤੋਂ ਐਸਜੀਪੀਸੀ ਨੂੰ ਵਰਤਿਆ ਜਾ ਰਿਹਾ ਹੈ, ਜਿਵੇਂ ਪਹਿਲਾਂ ਵੀ ਇਲਜ਼ਾਮ ਲੱਗਦੇ ਰਹੇ ਆ ਗੁਰਪ੍ਰੀਤ ਜੀ ਕਿ ਐਸਜੀਪੀਸੀ ਨੂੰ ਆਪਣੇ ਹਿੱਤਾਂ ਲਈ ਵਰਤਿਆ ਜਾਂਦਾ ਰਿਹਾ ਹੁਣ ਤੱਕ। बिल्कुल, देखो एक गल तो स्पष्ट है कि भी मेरी आवाज आ रही है ठीक? बिल्कुल, बहुत बढ़िया आ रही है जी जी। अच्छा, तो एक गल तो स्पष्ट है कि देखो एसजीपीसी ने पिछले 2 दहाकियां तो या उस तो बाद भी इंप्रेशन पाया है कि भी ये सिर्फ अकाली दल का एक स्पोक्स पर्सन हैगा या माउथपीस है, ठीक है ना। जदों भी उन्होंने वो जिहड़ी गल ज्ञानी हरप्रीत सिंह उन्होंने की सीगी कि बई मैनू ना जो पूछा कि जी सियासत जी है वो भारी हो गई है धर्म के उत्ते, उन्होंने मकसद भी है, कहने का मकसद यही सीगा कि सियासत की गल्लां जिहड़ियां ने वो एसजीपीसी ज्यादा करती है, धार्मिक गल्लां जिहड़ियां ने वो पूरे का पिछा होकर करदियां ने। सो मेरा कहने का मतलब है कि ये जिहड़ा काम हैगा एसजीपीसी ने अपने आप ही अपने सिर से एक थोपिया है कि इन्होंने इंप्रेशन बनाया है सिख जगत के सिर्फ एक सियासी पार्टी के बुलारे पेश आते हैं। इंप्रेशन को एसजीपीसी मैं बेनती करा मैंबर ने उन्होंने इस बाहर निकलना चाहिए। देखो उत्थे ये भी गल बात हुई है, लोगों ने अपन गल्लां बातां बड़ियां स्पष्ट कीतियां कि जी पीटीसी को सख्त नफरत है। क्यों है? क्योंकि ये एक सियासी पार्टी के प्रधान का चाचा है। और यह कहंदियां होया मैं बिल्कुल कि वो जिहड़ी गल कीती है कि बई जिहड़ा काम हैगा कि भी प्रसार जिहड़ा हैगा वो मुफ्त होना चाहिए, वो फ्री टू एयर होना चाहिए, वो सारा काम ठीक है। पर यह जिहड़ा हिला वरत्या सरकार ने ਇਹਦਾ ਜਿਹੜਾ ਹੈਗਾ ਨਾ ਇਹ ਇਹਨਾਂ ਨੇ ਗਲਤ ਤਰੀਕਾ ਵਰਤਿਆ, ਕਿਉਂਕਿ ਇਹਦੇ ਨਾਲ ਲਾਈਕ ਆਈ ਟੋਲਡ ਯੂ ਇਹਦੇ ਨਾਲ एसजीपीसी एक्ट ਜਿਹੜਾ ਹੈ ਨਾ ਇਹ ਓਪਨ ਹੋ ਜਾਂਦਾ ਹੈ ਔਰ ਫਿਊਚਰ ਜਿਹੜੇ ਜਦੋਂ ਵੀ ਕੋਈ ਸਰਕਾਰ ਆਏਗੀ ਉਹਦੇ ਤੇ ਅਸੀਂ ਚਰਚਾ ਚਾਹੁੰਦੇ। ਸੋ ਇਹ ਚੀਜ਼ ਜਿਹੜੀ ਹੈ ਜੀ ਬਿਲਕੁਲ ਗਲਤ ਹੈ। ਮੇਰਾ ਖਿਆਲ ਜਿਹੜੀ ਗੱਲ ਉੱਥੇ ਨਿਕਲੀ ਸੀ ਕਿ ਹਾਲਾਂਕਿ ਕਈ एसजीपीसी ਮੈਂਬਰਾਂ ਨੇ ਉੱਥੇ ਜਿਹੜੇ ਕਿ बिल्कुल ही बादल किसी भी बादल नाल नहीं सहमति रखते या उन्होंने बोलना नहीं बोलते, उन्होंने भी आ गल की है। और उन्होंने भी मेरा ख्याल है इत्थे यही जो दिता है कि भी एक्ट दे विच कोई तब्दीली नहीं होनी चाहिए। नहीं ठीक है गुरप्रीत जी, साडे नाल उत्थे जिहड़े मौजूद मैंबर रहे आ वो सारे नाल असीं गलबात की कोशिश कर रहे हैं। इस तो पहला मनजीत जी भी गल करके गए आ। हुण बीबा जी किरणजोत कौर जी साडे नाल इस वेले जुड़े ने, एक वड्डा इतिहास है इस परिवार का। किरणजोत जी तुहाडा रोजाना स्पोक्समैन ते स्वागत है जी, सत श्री अकाल। वाहिगुरू जी का खालसा वाहिगुरू जी की फतेह। किरणजोत जी, जो अज का इजलास होया सब ने उत्थे तकरीबन सारियां तकरीरां सुनियां, उस तो बाद दे ले गए फैसले और उन्हां दा मकसद मंतव दा दिशा तुसीं सही सोचदे हो? जिवें जसतेज जी कह रहे सीगे कि मुड़ तो फिर कमेटी नूं एक परिवार अपने हितां लई ढाल बना के वरत लेना चाहुंदा है। मेरा ख्याल है कि परिवार की नफरत विच असीं इन्ने अन्ने हो गए हैं कि असीं ये नहीं देख रहे कि जिहड़ी कुर्बानियां नाल बनी हुई साडी संस्था
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਵਿੱਚ ਸਰਕਾਰ ਦਖਲਅੰਦਾਜ਼ੀ ਕਰ ਰਹੀ ਹੈ। ਜੇ ਪੰਜਾਬ ਸਰਕਾਰ ਕੋਲ 92 ਐਮਐਲਏ ਹਨ ਕਿ ਕੀ ਇਹਦਾ ਮਤਲਬ ਹੈ ਕਿ ਉਹ ਬੁਲਡੋਜ਼ ਕਰਨਗੇ ਜਿਹੜਾ ਸਿੱਖ ਗੁਰਦੁਆਰਾ ਐਕਟ ਹੈ, ਆਪਣੀ ਮਨਮਰਜ਼ੀ ਦੀਆਂ ਉਹਦੇ ਵਿੱਚ ਤਬਦੀਲੀਆਂ ਕਰਨਗੇ। ਸੋ ਬੇਸਿਕ ਮੁੱਦਾ ਤਾਂ ਇਹ ਹੈ ਕਿ ਜੇ ਇੱਕ ਚੇਂਜ ਲਿਆਣੀ ਹੈ, ਉਹ ਚੇਂਜ ਲਿਆਣੀ ਹੈ ਸ਼੍ਰੋਮਣੀ ਕਮੇਟੀ ਨਾਲ ਗੱਲ ਕਰੋ। ਇੱਕ ਤਰੀਕਾ ਹੈ ਜਨਰਲ ਹਾਊਸ ਸ਼੍ਰੋਮਣੀ ਕਮੇਟੀ ਦਾ ਉੱਤੇ ਫੈਸਲਾ ਕਰੇ ਔਰ ਫਿਰ ਉਹ ਸਰਕਾਰ ਨੂੰ ਅਗਰ ਕਵੇ ਕਿ ਵੀ ਇਹ ਅਮੈਂਡਮੈਂਟ ਕਰ ਦਿਓ ਤੇ ਤਾਂ ਸਰਕਾਰ ਅਮੈਂਡਮੈਂਟ ਕਰਦੀ ਹੈ ਤੇ ਜਾਇਜ਼ ਹੈ ਜੀ, ਪਰ ਆਪਣੀ ਮਰਜ਼ੀ ਦੇ ਨਾਲ। ਕਿਉਂਕਿ ਤੁਸੀਂ ਦੇਖੋ ਇਸ ਮੁਲਕ ਵਿੱਚ ਜਿਹੜੀ ਸਰਕਾਰ ਹੈ ਸਰਕਾਰ ਸੈਕੂਲਰ ਹੈ ਜੀ, ਉਹ ਕੋਈ ਸਿੱਖਾਂ ਦੀ ਸਰਕਾਰ ਨਹੀਂ ਹੈਗੀ ਜੀ, ਨਾ ਉਹ ਸਿੱਖ ਪਾਰਟੀ ਨੂੰ ਨਾ ਕੋਈ ਸਿੱਖਾਂ ਦੀ ਪਾਰਟੀ ਹੈ, ਨਾ ਉਹ ਸਿੱਖਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਉਹ ਆਮ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਜੀ। ਤੇ ਇਹਦੇ ਵਿੱਚ ਵਿਸ਼ੇਸ਼ ਜਿਹੜਾ ਸਿੱਖਾਂ ਦੀ ਇੱਕ ਕੁਰਬਾਨੀਆਂ ਨਾਲ ਬਣੀ ਹੋਈ ਧਾਰਮਿਕ ਸੰਸਥਾ ਹੈ, ਉਹਦੇ ਵਿੱਚ ਇਹਨਾਂ ਨੂੰ ਦਖਲ ਦੇਣ ਦਾ ਅਧਿਕਾਰ ਕਿਹਨੇ ਦਿੱਤਾ ਹੈ? ਬਿਲਕੁਲ ਗਲਤ ਪਿਰਤਾਂ ਪਾ ਰਹੇ ਔਰ ਇਹ ਜਿਹੜੀਆਂ ਪਿਰਤਾਂ ਇਹ ਗਲਤ ਹਨ। ਅੱਜ ਦੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਹੈ ਉਹਦੇ ਵਿੱਚ ਇਸੇ ਗੱਲ ਦੇ ਉੱਪਰ ਯੂਨਾਨੀਮਸਲੀ ਫੈਸਲਾ ਹੋਇਆ ਹੈ। ਭਾਵੇਂ ਸਾਡੇ ਨਾਲ ਕੋਈ ਪੋਲੀਟੀਕਲ ਵਿਰੋਧਤਾ ਰੱਖਣ ਵਾਲੇ ਮੈਂਬਰ ਸਨ, ਚਾਹੇ ਪੋਲੀਟੀਕਲ ਹਮਾਇਤ ਵਾਲੇ ਮੈਂਬਰ ਸਨ, ਸਾਰਿਆਂ ਨੇ ਇਹ ਮਹਿਸੂਸ ਕੀਤਾ। ਔਰ ਸਿਰਫ ਹਾਊਸ ਨਹੀਂ, ਮੇਰੀ ਹੋਰ ਵੀ ਅਜਿਹੇ ਬੰਦਿਆਂ ਨਾਲ ਗੱਲ ਹੋਈ ਹੈ ਜਿਹੜੇ ਕਿ ਵੱਖੋ-ਵੱਖ ਸੰਸਥਾਵਾਂ ਦੇ ਨੇ ਔਰ ਉਹ ਵੀ ਇਸ ਗੱਲ ਨੂੰ ਮੰਨਦੇ ਕਿ ਜਿਹੜੀ ਸਰਕਾਰ ਦੀ ਦਖਲਅੰਦਾਜ਼ੀ ਸ਼੍ਰੋਮਣੀ ਕਮੇਟੀ 'ਚ ਅਸੀਂ ਉਹਦੇ ਨਾਲ ਸਹਿਮਤ ਨਹੀਂ ਜੀ। ਕਿਰਨਜੋਤ ਜੀ ਇੱਕ ਮਿੰਟ ਲਈ ਬਣੇ ਰਹਿਣਾ। ਜਸਤੇਜ ਜੀ ਇਹੀ ਗੱਲ ਹੈ ਜਿਹੜਾ ਮੈਂ ਤੁਹਾਨੂੰ ਸਵਾਲ ਵਾਰ-ਵਾਰ ਪੁੱਛ ਰਿਹਾ, ਜੋ ਕਿਰਨਜੋਤ ਕੌਰ ਜੀ ਨੇ ਕਿਹਾ ਤੇ ਬਾਕੀ ਸਾਰੇ ਮੈਂਬਰਾਂ ਨੇ ਕਿਹਾ। ਜਵਾਬ ਹੈ ਕਿਉਂਕਿ ਅਸੀਂ ਲਾਈਵ ਬੈਠੇ ਹਾਂ ਇਸ ਵੇਲੇ। ਮੈਂ ਨਹੀਂ ਚਾਹੁੰਦਾ ਕਿ ਬਾਅਦ ਦੇ ਵਿੱਚ ਬਹੁਤ ਸਾਰੇ ਤਰ੍ਹਾਂ ਦੇ ਇਲਜ਼ਾਮ ਲੱਗਦੇ ਆ। ਜਿਹੜੀ ਗੱਲ ਆ ਉਹ ਸਾਰੀ ਖਰੀ ਦੀ ਖਰੀ ਤੇ ਸਪਸ਼ਟ ਤੌਰ ਤੇ ਉੱਤੇ ਜਾਵੇ। ਪਹਿਲੀ ਗੱਲ ਮੈਂ ਇਸ ਤੋਂ ਪਹਿਲੇ ਸੈਗਮੈਂਟ 'ਚ ਵੀ ਇਹ ਗੱਲ ਕਹੀ ਕਿ ਬਈ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਭਗਵੰਤ ਸਿੰਘ ਮਾਨ ਜੀ ਨੇ ਕੋਈ ਵੀ ਇਹੋ ਜਿਹਾ ਕਦਮ ਨਹੀਂ ਚੱਕਿਆ ਜਿਹਦੇ ਨਾਲ ਐਸਜੀਪੀਸੀ ਦੇ ਐਕਟ ਦੇ ਵਿੱਚ, ਐਸਜੀਪੀਸੀ ਦੇ ਗੁਰਦੁਆਰਾ ਮੈਨੇਜਮੈਂਟ ਦੇ ਵਿੱਚ ਕੋਈ ਕਿਸੇ ਤਰੀਕੇ ਦਾ ਐਡਮਿਨਿਸਟ੍ਰੇਸ਼ਨ 'ਚ ਅਸੀਂ ਕੋਈ ਇੰਟਰਵੈਂਸ਼ਨ ਨਹੀਂ ਕੀਤਾ। ਸਿਰਫ ਐਂਡ ਸਿਰਫ ਇੱਕ ਗੁਰਬਾਨੀ ਦੇ ਪ੍ਰਸਾਰਨ ਦੀ ਗੱਲ ਹੈਗੀ ਹੈ। ਬਸ ਮੇਰੀ ਇੱਕ ਰਿਕੁਐਸਟ ਹੈ ਬੀਬੀ ਜਗੀਰ ਜੀ ਕੌਰ ਤੋਂ ਕਿ ਬਈ ਇੱਕ ਗੱਲ ਦੱਸ ਦੇਣ ਕਿ ਬਈ ਕੀ ਇਹ ਇਸ ਹੱਕ 'ਚ ਖੜੇ ਹੈ ਕਿ ਵੀ ਇੱਕ ਚੈਨਲ ਹੁਣ ਸਾਡੇ ਨਾਲ ਬੀਬੀ ਕਿਰਨਜੋਤ ਕੌਰ ਨੇ ਮੈਂ ਤੁਹਾਨੂੰ ਦਰੁਸਤ ਕਰਾਂ। ਹਾਂਜੀ ਸੌਰੀ ਬੀਬੀ ਕਿਰਨਜੀਤ ਜੀ ਕੌਰ ਕੋਲੋਂ ਮੇਰਾ ਇੱਕ ਬੜਾ ਛੋਟਾ ਸਵਾਲ ਹੈ ਕਿ ਇਹ ਇਸ ਪੱਖ ਦੇ ਵਿੱਚ ਇਸ ਹੱਕ 'ਚ ਖੜੇ ਹੈ ਕਿ ਵੀ ਇੱਕ ਫੈਮਿਲੀ ਜਿਹਦਾ ਚੈਨਲ ਸਿਰਫ 6 ਕਰੋੜ ਦੀ ਮਾਲਕੀਅਤ ਸੀਗੀ 2006 ਦੇ ਵਿੱਚ, ਤੇ ਜਦੋਂ ਦਾ ਪ੍ਰਸਾਰਣ ਸਟਾਰਟ ਹੋਇਆ 2012 ਤੋਂ ਬਾਅਦ ਅੱਜ 1000 ਕਰੋੜ ਦੀ ਉਹ ਕੰਪਨੀ ਬਣ ਗਈ ਹੈ। ਕੀ ਅੱਜ ਇਸ ਹੱਕ 'ਚ ਖੜੇ ਕਿ ਵੀ ਗੁਰਬਾਨੀ ਦਾ ਪ੍ਰਸਾਰਣ ਸਿਰਫ ਇੱਕ ਚੈਨਲ ਨੂੰ ਦਿੱਤਾ ਜਾਣਾ ਚਾਹੀਦਾ ਜਾਂ ਸਰਬ ਸਾਂਝੀ ਗੁਰਬਾਨੀ ਹੋਣੀ ਚਾਹੀਦੀ ਹੈ? ਤੇ ਕੀ ਇਹਨਾਂ ਨੂੰ ਵਾਕਈ 'ਚ ਇਹ ਗੱਲ ਲੱਗਦੀ ਹੈ ਕਿ ਵੀ ਸਿੱਖ ਇਹ ਦੋਨੋਂ ਗੱਲਾਂ ਰਿਲੇਟ ਕਿਵੇਂ ਕਰ ਰਹੀ ਹੈ ਕਿ ਵੀ ਪ੍ਰਸਾਰਣ ਹੈ ਬ੍ਰੌਡਕਾਸਟਿੰਗ? ਇੱਕ ਮਿੰਟ ਬਸ, ਇੱਕ ਸੈਕਿੰਡ ਹਾਂਜੀ, ਫਿਰ ਤੁਸੀਂ ਜਲਦੀ ਕੰਪਲੀਟ ਕਰੋ ਜਵਾਬ ਨਾ। ਆਪਾਂ ਸਿਰਫ ਇੱਕ ਇੰਸਟੈਂਸ ਲੈ ਲੈਣੀ ਹੈ, ਇੱਕ ਐਗਜ਼ਾਮਪਲ। ਜੇ ਅੱਜ ਦੀ ਡੇਟ 'ਚ ਗੁਰਬਾਨੀ ਦਾ ਪ੍ਰਸਾਰਣ ਕਿਸੇ ਟੀਵੀ ਚੈਨਲ ਦੇ ਰਾਹੀਂ ਨਾ ਹੁੰਦਾ ਤੇ ਉਸ ਵੇਲੇ ਜੇ ਇਹ ਲਾਅ ਪਾਸ ਹੁੰਦਾ ਕਿਸੇ ਵੀ ਸਰਕਾਰ ਤੋਂ ਕਿ ਗੁਰਬਾਨੀ ਦਾ ਪ੍ਰਸਾਰਣ ਕੱਲ ਤੋਂ ਫ੍ਰੀ ਹੈ ਸਾਰੇ ਦੁਨੀਆ 'ਚ, ਤੇ ਉਸ ਵੇਲੇ ਸ਼ਲਾਘਾ ਕਰਦੇ ਜਾਂ ਉਸ ਗੱਲ ਨੂੰ ਇਹ ਕਹਿੰਦੇ ਵੀ ਇਹ ਆਬਜੈਕਸ਼ਨੇਬਲ ਹੈ, ਇਹ ਇੰਟਰਵੈਂਸ਼ਨ ਹੈ? ਚਲੋ ਹਾਂਜੀ, ਕਿਰਨਜੋਤ ਕੌਰ ਜੀ। ਕਿਰਨਜੋਤ ਜੀ ਆਵਾਜ਼ ਆ ਰਹੀ ਹੈ? ਲੱਗਦਾ ਕਿ ਕਿਰਨਜੋਤ ਜੀ ਦੀ ਆਵਾਜ਼। ਹਾਂਜੀ ਤੁਹਾਨੂੰ ਸਵਾਲ ਕੀਤਾ ਜਸਤੇਜ ਜੀ ਨੇ। ਕਿਰਨ ਜੀ ਮੈਨੂੰ ਸੁਣਿਆ ਹੀ ਨਹੀਂ, ਉਹਨਾਂ ਨੇ ਕਿਹਾ ਕੀ ਹੈ ਤੇ ਮੈਂ ਜਵਾਬ ਕੀ ਦਿਆਂ? ਜਸਤੇਜ ਜੀ ਕਾਈਂਡਲੀ ਬੜਾ ਸ਼ਾਰਟ ਜਿਹੜਾ ਹੈ ਨਹੀਂ ਆ ਰਹੀ ਜੀ ਮੈਨੂੰ। ਠੀਕ ਹੈ, ਜਸਤੇਜ ਜੀ ਮੈਂ ਦੁਬਾਰਾ ਸਵਾਲ ਕਰ ਦੇਣਾ। ਜਸਤੇਜ ਜੀ ਦੁਬਾਰਾ ਸਵਾਲ ਪੁੱਛ ਲਵੋ। ਸਿਰਫ ਦੋ ਨੇ, ਹੈ ਇੱਕੋ ਸਵਾਲ ਹੈ ਕਿ ਤੁਸੀਂ ਇਸ ਹੱਕ 'ਚ ਖੜੇ ਹੋ ਕਿ ਵੀ ਸਿਰਫ ਇੱਕ ਚੈਨਲ ਕੋਲ ਗੁਰਬਾਨੀ ਦੇ ਪ੍ਰਸਾਰਣ ਦਾ ਸਿਰਫ ਐਕਸਕਲੂਸਿਵ ਰਾਈਟਸ ਹੋਣੇ ਚਾਹੀਦੇ? ਐਂਡ ਦੂਜੀ ਗੱਲ, ਇੱਕ ਆਪਾਂ ਇੱਕ ਇੰਸਟੈਂਸ ਲੈ ਲੈਂਦੇ ਹਾਂ ਕਿ ਜੇ ਗੁਰਬਾਨੀ ਦਾ ਪ੍ਰਸਾਰਣ ਕਿਸੇ ਚੈਨਲ ਦੇ ਰਾਹੀਂ ਇਸ ਵੇਲੇ ਨਾ ਹੋ ਰਿਹਾ ਹੁੰਦਾ। ਮੈਨੂੰ ਕੁਝ ਨਹੀਂ ਸਮਝ ਆ ਰਹੀ, ਤੁਹਾਡੀ ਆਵਾਜ਼ ਗੂੰਜ ਰਹੀ ਹੈ। ਮੈਂ ਸਵਾਲ ਕਰ ਲੈਣਾ ਜੀ। ਮੈਂ ਉਹਨਾਂ ਦਾ ਆਵਾਜ਼ ਨਹੀਂ ਆ ਰਹੀ ਜੀ ਜਸਤੇਜ ਜੀ ਪੁੱਛ ਰਹੇ। ਆਪਣਾ ਪਹਿਲੇ ਲਾਈਨ ਸਹੀ ਕਰੋ ਜੀ। ਮੇਰੀ ਆਵਾਜ਼ ਹੁਣ ਪਹੁੰਚ ਰਹੀ ਹੈ ਕਿਰਨ ਜੀ? ਮੇਰੀ ਆਵਾਜ਼ ਆ ਰਹੀ ਹੈ? ਹੈਲੋ, ਮੇਰੀ ਆਵਾਜ਼ ਆ ਰਹੀ ਹੈ ਕਿਰਨਜੋਤ ਜੀ? ਮੇਰੀ ਆਵਾਜ਼ ਬੜੀ
ਘੱਟ ਆ ਰਹੀ ਹੈ ਜੀ, ਗੂੰਜਦੀ ਪਈ ਹੈ, ਆਵਾਜ਼ ਗੂੰਜ ਰਹੀ ਹੈ। ਮੈਂ ਟੀਮ ਨੂੰ ਕਹੂੰਗਾ ਕਾਈਂਡਲੀ ਇਸ ਚੀਜ਼ ਨੂੰ ਦਰੁਸਤ ਕਰਨ, ਮੈਨੂੰ ਵਾਰ-ਵਾਰ ਇਸ ਗੱਲ ਦਾ ਨਾ ਕਹਿਣਾ ਪਵੇ ਕਿਉਂਕਿ ਸਾਰਿਆਂ ਨੂੰ ਦਿੱਕਤ ਆ ਰਹੀ ਹੈ। ਟੈਕਨੀਕਲ ਟੀਮ ਕਾਈਂਡਲੀ ਇਸ ਚੀਜ਼ ਨੂੰ ਦੇਖਿਆ ਜਾਵੇ ਕਿਉਂਕਿ ਬੜੇ ਸੰਜੀਦਾ ਮੁੱਦੇ ਦੇ ਉੱਤੇ ਅਸੀਂ ਜੁੜ ਬੈਠੇ ਹਾਂ। ਕਿਰਨਜੋਤ ਜੀ, ਉਮੀਦ ਕਰਾਂਗਾ ਕਿ ਜਿਹੜੀ ਸਾਡੀ ਆਵਾਜ਼ ਹੈ ਉਹ ਤੁਹਾਡੇ ਤੱਕ ਜ਼ਰੂਰ ਪਹੁੰਚਦੀ ਹੋ ਸਕੇ ਕਿਉਂਕਿ ਜਿਸ ਮੁੱਦੇ ਦੇ ਉੱਤੇ ਗੱਲ ਕਰ ਰਹੇ ਹਾਂ ਇਹ ਗੱਲ ਲੋਕਾਂ ਤੱਕ ਜਿਹੜੀ ਹੈ ਬਾਖੂਬੀ ਜਾਣੀ ਚਾਹੀਦੀ ਹੈ। ਜਸਤੇਜ ਜੀ, ਜਿਸ ਗੱਲ ਦਾ ਤੁਸੀਂ ਸਵਾਲ ਪਾਇਆ ਸੀਗਾ ਉਹ ਬੀਬੀ ਤੋਂ ਜਵਾਬ ਲਵਾਂਗੇ, ਫਿਲਹਾਲ ਰਾਬਤਾ ਟੁੱਟਿਆ, ਪਰ ਮੈਂ ਉਹਦਾ ਜਵਾਬ ਗੁਰਪ੍ਰੀਤ ਜੀ ਤੋਂ ਲਵਾਂਗਾ। ਗੁਰਪ੍ਰੀਤ ਜੀ, ਤੁਸੀਂ ਇਸ ਤੇ ਕੀ ਰਾਏ ਰੱਖਦੇ ਹੋ? ਦੇਖੋ ਜੀ, ਮੈਂ ਤਾਂ ਪਹਿਲਾਂ ਵੀ ਇਹ ਕਹਿ ਚੁੱਕਿਆ ਕਿ ਵੀ ਜਿਹੜੀ ਗੱਲ ਇਹ ਕਹਿ ਰਹੇ ਨੇ ਕਿ ਵੀ ਇੱਕ ਚੈਨਲ ਕੋਲ ਸਿਰਫ ਰਾਈਟ ਹੋਣਾ ਚਾਹੀਦਾ, ਅਸੀਂ ਸਾਰੇ ਉਹਦੇ ਨਾਲ ਸਹਿਮਤ ਹਾਂ ਕਿ ਨਹੀਂ ਹੋਣਾ ਚਾਹੀਦਾ। ਪਰ ਇਹ ਕਹਿੰਦਿਆਂ ਹੋਇਆ ਇਹਨਾਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ ਕਿ ਭਈ ਅਗਰ ਜਿਹੜਾ ਇਹਨਾਂ ਨੇ ਕਦਮ ਚੱਕਿਆ ਹੈ ਇਹ ਇੱਕ ਪੰਡੋਰਾ ਬਾਕਸ ਖੋਲਣ ਦਾ ਇੱਕ ਕੰਮ ਕਰੇਗਾ। ਅੱਜ ਤੇ ਇਹਨਾਂ ਨੇ ਚਲੋ ਇਸ ਚੈਨਲ ਉੱਤੇ ਗੱਲ ਕਰਤੀ, ਕੱਲ ਨੂੰ ਹੋਰ ਸਰਕਾਰ ਆ ਜਾਏਗੀ, ਉਹਨਾਂ ਨੇ ਹੋਰ ਗੱਲਾਂ ਕਰ ਦੇਣੀਆਂ ਨੇ ਕਿ ਵੀ ਅਸੀਂ ਤੇ ਇਹ ਤੇ ਪ੍ਰੈਸੀਡੈਂਟ ਬਣ ਜੂਗਾ ਨਾ। ਸੋ ਇਹ ਗੱਲ ਕਿਉਂ ਨਹੀਂ ਸਰਕਾਰ ਸਮਝਦੀ ਕਿ ਭਈ ਜਿਹੜਾ ਤੁਹਾਡਾ ਐਕਟ ਹੈਗਾ, ਤੁਸੀਂ ਜਿਹੜਾ ਨਹਿਰੂ ਤੇ ਮਾਸਟਰ ਤਾਰਾ ਸਿੰਘ ਦਾ ਐਕਟ ਸੀਗਾ, ਤੁਸੀਂ ਉਹਦੀ ਉਲੰਘਣਾ ਕਰ ਰਹੇ ਹੋ। ਇਹਦੇ ਵਿੱਚ ਤੁਹਾਡੀ ਕੋਈ ਦਖਲਅੰਦਾਜ਼ੀ ਜਿਹੜਾ ਕੋਈ ਬਣੀ ਪਈ ਹੈ ਕੋਈ ਗੱਲ, ਉਸ ਹਿਸਾਬ ਨਾਲ ਤੁਸੀਂ ਕਰੋ। ਜਿੱਦਾਂ ਬੀਬੀ ਕਿਰਨਜੋਤ ਕੌਰ ਦੀ ਗੱਲ ਕਰ ਰਹੇ ਸੀਗੇ ਕਿ ਉੱਥੇ ਸਪਸ਼ਟ ਕਿਹਾ ਹੋਇਆ ਹੈ ਕਿ ਪਹਿਲਾਂ ਤੁਸੀਂ ਐਸਜੀਪੀਸੀ ਨੂੰ ਅਪਰੋਚ ਕਰੋ, ਤੁਸੀਂ ਉਹਨਾਂ ਨੂੰ ਕਹੋ ਕਿ ਭਾਈ ਤੁਸੀਂ ਆਪਣੇ ਮੈਜੋਰਿਟੀ ਨਾਲ ਤੁਸੀਂ ਇੱਕ ਰੈਜ਼ੋਲੂਸ਼ਨ ਪਾਸ ਕਰੋ, ਅਸੀਂ ਹੁਣ ਇਹਦੇ ਵਿੱਚ ਕਰਦੇ ਹਾਂ, ਫਿਰ ਤੇ ਗੱਲ ਬਣਦੀ ਹੈ। ਪਰ ਤੁਸੀਂ ਆਪ ਹੀ ਵਿਦਆਊਟ ਕੰਸਲਟਿੰਗ ਐਸਜੀਪੀਸੀ ਤੁਸੀਂ ਉਸ ਟੈਕਸ ਨੂੰ ਲਗਣਾ ਕਰੋਗੇ ਕਿ ਮੇਰੇ ਖਿਆਲ ਹਰ ਇੱਕ ਸਿੱਖ ਜਿਹੜਾ ਹੈਗਾ ਉਹ ਇੰਨਾ ਤੇ ਉਹ ਬੇਸਮਝ ਨਹੀਂ ਹੈ ਕਿ ਉਹ ਨਹੀਂ ਦੇਖ ਸਕਦਾ ਕਿ ਗਾਂ ਨੂੰ ਕੀ ਹੋ ਸਕਦਾ ਹੈ, ਕਿ ਕਿੱਦਾਂ ਇਸ ਐਕਟ ਦੇ ਵਿੱਚ ਤਬਦੀਲੀਆਂ ਆ ਸਕਦੀਆਂ ਨੇ ਵਿਦਆਊਟ ਯੂਨੀਲੈਟਰਲੀ ਸਰਕਾਰ ਆਪਣਾ ਕੰਮ ਕਰ ਸਕਦੀਆਂ ਨੇ। ਸੋ ਇਹ ਜਿਹੜੀ ਗੱਲ ਹੈਗੀ, ਮੈਂ ਤਾਂ ਸਰਕਾਰ ਨੂੰ ਕਹਿ ਰਿਹਾ ਇੰਨੇ ਪੜ੍ਹੇ ਲਿਖੇ ਬੰਦੇ ਨੇ ਇੱਥੇ, ਇਹ ਆਪ ਐਡਵੋਕੇਟ ਨੇ, I'm sure as a legal luminary ਇਹਨਾਂ ਨੂੰ ਵੀ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਆ ਜਿਹੜਾ ਅੱਜ ਇਹਨਾਂ ਨੇ ਜਿਹੜਾ ਕੰਮ ਕੀਤਾ ਹੈ ਕਿ ਭਾਵੇਂ ਠੀਕ ਹੈ, with this you open up the whole gambit of SGPC Act। ਠੀਕ ਹੈ ਜਸਤੇਜ ਜੀ, ਜਵਾਬ। ਗੁਰਪ੍ਰੀਤ ਜੀ, ਆਈ ਐਮ ਸ਼ੋਰ, ਦੇਖੋ ਤੁਸੀਂ ਬਹੁਤ ਨੋ ਡਾਊਟ ਐਕਸਪੀਰੀਅੰਸ ਤੁਹਾਡੇ ਕੋਲ ਬਹੁਤ ਜ਼ਿਆਦਾ ਹੈ, ਠੀਕ ਹੈ, ਨੋ ਡਾਊਟ ਰਿਲੀਜਨ ਦਾ ਵੀ ਹੈ ਐਂਡ ਜ਼ਿੰਦਗੀ ਦਾ ਵੀ ਐਕਸਪੀਰੀਅੰਸ ਇਨਫੈਕਟ ਮੇਰੇ ਤੇ ਨਵਜੋਤ ਜੀ ਨਾਲੋਂ ਵੀ ਤੁਹਾਨੂੰ ਜ਼ਿਆਦਾ ਹੋਏਗਾ ਓਬਵੀਅਸਲੀ। ਬਟ ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਬਈ ਪਿਛਲੇ ਸਾਲ ਜਦੋਂ ਗਿਆਨੀ ਹਰਪ੍ਰੀਤ ਜੀ ਨੇ ਗੱਲ ਕੀਤੀ ਸੀਗੀ, ਕੁਝ ਮਹੀਨੇ ਪਹਿਲਾਂ ਹੀ ਕੀਤੀ ਸੀਗੀ ਵੀ ਹਾਂਜੀ ਇੱਕ ਸੈਪਰੇਟ YouTube ਚੈਨਲ ਹੋਏਗਾ, ਪੱਕਾ ਹੋਏਗਾ, ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀਗਾ। ਤੇ ਉਸ ਤੋਂ ਬਾਅਦ ਭਗਵੰਤ ਮਾਨ ਜੀ ਨੇ ਇਹ ਦਿੱਤਾ ਸੀਗਾ ਬਕਾਇਦਾ ਬਿਆਨ ਕਿ ਪੰਜਾਬ ਸਰਕਾਰ ਜੇ ਕੋਈ ਵੀ ਮਸ਼ੀਨਰੀ ਦੀ ਇਸ ਕੰਮ ਵਾਸਤੇ ਲੋੜ ਹੈ, ਕਿਸੇ ਵੀ ਟਾਈਪ ਦੇ ਬ੍ਰੌਡਕਾਸਟਿੰਗ ਮਟੀਰੀਅਲ ਦੀ ਲੋੜ ਹੈ ਤੇ ਪੰਜਾਬ ਸਰਕਾਰ ਫ੍ਰੀ ਮੁਹੱਈਆ ਕਰਾਏਗੀ। ਤੇ ਤੁਹਾਨੂੰ ਵੀ ਪਤਾ ਕਿ ਉਸ ਤੋਂ ਬਾਅਦ ਕੀ ਹੋਇਆ ਕਿ ਵੀ ਜੋ ਸਟੇਟਮੈਂਟ ਭਗਵੰਤ ਮਾਨ ਜੀ ਦੀ ਸੀਗੀ ਉਹਨੂੰ ਖਾਰਿਜ ਕਰ ਦਿੱਤਾ ਗਿਆ ਅਲੱਗ-ਅਲੱਗ ਮੀਡੀਅਮਸ ਦੇ ਰਾਹੀਂ। ਸੋ ਹੁਣ ਉਸ ਤੋਂ ਬਾਅਦ ਤੁਸੀਂ ਮਤਲਬ ਜਦੋਂ ਇਹ ਸਟੈਂਡ ਲੈਂਦੇ ਹੋ ਜਾਂ ਕੋਈ ਵੀ ਇਹ ਸਟੈਂਡ ਲੈਂਦਾ ਹੈ ਕਿ ਵੀ ਕਿਉਂ ਨਹੀਂ ਕੋਈ ਕੰਸਲਟੇਸ਼ਨ ਕੀਤੀ ਗਈ, ਤੁਹਾਨੂੰ ਲੱਗਦਾ ਕਿ ਕੰਸਲਟੇਸ਼ਨ ਦਾ ਕੋਈ ਸਕੋਪ ਛੱਡਿਆ ਸੀਗਾ ਐਸਜੀਪੀਸੀ ਦੇ ਇਸ ਵੇਲੇ ਜਿੰਨੇ ਵੀ ਨੁਮਾਇੰਦੇ ਹੈਗੇ ਆ ਉਹਨਾਂ ਵੱਲੋਂ? ਕਿਉਂਕਿ ਤੁਸੀਂ ਇੱਕ ਪਾਸੇ ਦੇਖੋ, ਮੈਂ ਇਹ ਨਹੀਂ ਕਹਿੰਦਾ ਤੁਸੀਂ ਮੰਨਦੇ ਹੋ ਨਹੀਂ ਮੰਨਦੇ, ਅੱਜ ਸਾਰੇ ਪੰਜਾਬ ਨੂੰ ਪਤਾ ਹੈ ਕਿ ਵੀ ਹਾਂਜੀ ਐਸਜੀਪੀਸੀ ਜੋ ਹੈ ਸਿਰਫ ਇੱਕ ਫੈਮਿਲੀ ਦੇ ਕਹਿਣ ਦੇ ਹਿਸਾਬ ਨਾਲ ਚੱਲ ਰਿਹਾ, ਪਹਿਲੀ ਗੱਲ। ਦੂਜੀ ਗੱਲ, ਅੱਜ ਸਾਰਾ ਪੰਜਾਬ ਇਹ ਕਹਿੰਦਾ ਕਿ ਹਾਂਜੀ ਇੱਕ ਇਕੱਲੇ ਚੈਨਲ ਕੋਲ ਹੱਕ ਹਕੂਕ ਨਹੀਂ ਹੋਣੇ ਚਾਹੀਦੇ ਗੁਰਬਾਣੀ ਪ੍ਰਸਾਰਣ ਦੇ। ਪਰ ਤੀਜੀ ਗੱਲ, ਹੁਣ ਤੁਸੀਂ ਜਦੋਂ ਇੰਨੇ ਜ਼ਿਆਦਾ ਪੜ੍ਹੇ ਲਿਖੇ, ਇੰਨੇ ਜ਼ਿਆਦਾ ਜਾਗਰੂਕ ਇਨਸਾਨ ਏਦਾਂ ਦੀ ਗੱਲਾਂ ਕਰਨਗੇ ਕਿ ਹਾਂਜੀ ਸਾਨੂੰ ਪਤਾ ਇਹ ਦੋਨੋਂ ਗੱਲਾਂ ਠੀਕ ਨੇ, ਪਰ ਉਹਦੇ ਬਾਵਜੂਦ ਇੱਕ ਲੋਕਾਂ 'ਚ ਇੱਕ ਫਿਊਚਰ ਦਾ ਇੱਕ ਡਰ ਪੈਦਾ ਕਰਕੇ ਕਿ ਵੀ ਹਾਂਜੀ ਅੱਜ ਏਦਾਂ ਕਰਤਾ ਤੇ ਕੱਲ ਇਹ ਹੋ ਜਾਏਗਾ, ਤੁਸੀਂ ਜਦੋਂ ਇਹੋ ਜਿਹੀ ਗੱਲਾਂ ਕਰਦੇ ਹੋ ਤਾਂ ਲੋਕੀ ਜਿਹੜੇ ਹੈ ਉਹ ਮਜਬੂਰੀ 'ਚ ਤੁਹਾਡੇ ਵਰਗੇ ਇੱਕ ਸਮਝਦਾਰ ਬੰਦੇ ਦੀ ਗੱਲ ਦੇ ਉੱਪਰ ਵਿਸ਼ਵਾਸ ਕਰਨ ਨੂੰ ਕਈ ਵਾਰੀ ਮਜਬੂਰ ਹੁੰਦੇ ਆ। ਮੇਰੀ ਤੁਹਾਨੂੰ ਇਹ ਬੇਨਤੀ ਹੈ, ਮੈਂ ਤੁਹਾਨੂੰ ਸਵਾਲ ਨਹੀਂ ਪੁੱਛ ਰਿਹਾ, ਮੇਰੀ ਤੁਹਾਨੂੰ ਇਹ ਬੇਨਤੀ ਹੈ, ਲਿਟਰਲੀ ਆਈ ਐਮ ਰਿਕੁਐਸਟਿੰਗ ਯੂ ਕਿ ਵੀ ਇੱਕ ਪਾਸੇ ਜਦੋਂ ਤੁਹਾਨੂੰ ਪਤਾ ਕਿ ਦੋਨੋਂ ਚੀਜ਼ਾਂ ਸਹੀ ਨੇ ਕਿ ਇੱਕ ਚੈਨਲ ਕੋਲ ਹੱਕ ਹਕੂਕ ਨਹੀਂ ਹੋਣੇ ਚਾਹੀਦੇ, ਦੂਜੇ ਪਾਸੇ ਐਸਜੀਪੀਸੀ ਜੋ ਹੈ ਉਹ ਕੱਲਾ ਸਿਰਫ ਇੱਕ ਪਾਰਟੀ ਦੇ ਇੱਕ ਪਰਿਵਾਰ, ਮੈਂ ਪਾਰਟੀ ਵੀ ਨਹੀਂ ਕਹਿ ਰਿਹਾ, ਇੱਕ ਪਰਿਵਾਰ ਦੇ ਕਹਿਣ ਦੇ ਹਿਸਾਬ ਨਾਲ ਨਹੀਂ ਚੱਲਣੀ ਚਾਹੀਦੀ, ਫਿਰ ਤੁਸੀਂ ਤੀਜੀ ਗੱਲ ਨੂੰ ਉਹਦੇ ਨਾਲ ਕਿਵੇਂ ਬਿਠਾ ਕੇ ਰੱਖ ਸਕਦੇ ਹੋ ਕਿ ਵੀ ਹਾਂਜੀ ਹਾਲਾਂਕਿ ਇਹ ਦੋਨੋਂ ਗੱਲਾਂ ਹੈ ਕਿ ਪੂਰਾ ਬਾਦਲ ਫੈਮਿਲੀ ਦੇ ਸਾਹਮਣੇ ਐਸਜੀਪੀਸੀ ਚੱਲ ਰਹੀ ਹੈ, ਤੁਹਾਨੂੰ ਕਿੱਥੋਂ ਉਮੀਦ ਸੀਗੀ ਕਿ ਵੀ ਹਾਂਜੀ ਜੇ ਕੋਈ
जाके भगवंत मान जी या सरकार पंजाब सरकार जाके गल करती तो उन्होंने गल मान ली जाती। क्योंकि मैं क्या क्यों ने, क्योंकि ट्राई हो चुके हैं, क्योंकि भगवंत मान जी ने गल कह दी कि असी हर टाइप का पैसा, हर टाइप का स्पीकर, हर टाइप का इक्विपमेंट, हर कम्युनिकेशन फ्री देवांगे, पर उन्होंने गल खारिज कर दी गई। जी गुरप्रीत जी, साड़ी आवाज पहुंच रही है? हाँ बिल्कुल पहुंच रही है। मेरी पहुंच रही जी? जी जी जी। अच्छा, मैं कह दवां कि ਜਿਹੜੀ मैं ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜਿਹੜੀ ਤੁਸੀਂ ਪਹਿਲਾਂ ਦੋ ਗੱਲਾਂ ਕੀਤੀਆਂ ਨੇ, ਮੈਂ ਤੁਹਾਨੂੰ, ਅਗਰ ਤੁਸੀਂ ਸੁਣਿਆ ਹੋਣਾ ਮੇਰਾ ਪਹਿਲਾ ਜਿਹੜਾ ਲੈਕਚਰ ਸੀਗਾ ਇਸ ਡਿਬੇਟ ਦੇ ਵਿੱਚ, ਮੈਂ ਤੁਹਾਨੂੰ ਕਹਿ ਹਟਿਆ ਕਿ ਕੇਂਦਰੀ ਸਿੱਖ ਸਭਾ ਨੇ ਬਹੁਤ ਟਾਈਮ ਪਹਿਲਾਂ ਇਹਦੇ ਬਾਰੇ ਗੱਲ ਕੀਤੀ ਹੋਈ ਹੈ ਐਸਜੀਪੀਸੀ ਨਾਲ। ਅਸੀਂ ਹੋਰ ਵੀ ਮੁੱਦਿਆਂ ਉੱਤੇ ਐਸਜੀਪੀਸੀ ਨਾਲ ਗੱਲ ਕੀਤੀ ਹੋਈ ਹੈ, ਉਹਨਾਂ ਨੇ ਉਹ ਕੰਮ ਨਹੀਂ ਕੀਤਾ। ਪਰ ਇਹ ਨਹੀਂ ਕਿ ਅਸੀਂ ਟੂ ਸਪਾਈਟ ਫਰੋਮ ਯੋਰ ਫੇਸ ਯੂ ਟੂ ਸਪਾਈਟ ਫਰੋਮ ਯੂ ਵਿਲ ਕੱਟ ਯੋਰ ਨੋਜ਼, ਇਦਾਂ ਜਿਹੜੀ ਗੱਲ ਹੁੰਦੀ ਹੈ ਕਿ ਤੁਸੀਂ ਐਵੇਂ ਕਹਿ ਦੋ ਕਿ ਜੀ ਅਸੀਂ ਅਸੀਂ ਕਹਿੰਦੇ ਹਾਂ ਕਿ ਵੀ ਇਹ ਇੱਕ ਪਰਿਵਾਰ ਦੀ ਹੈ ਤੇ ਉਹ ਹੈਗਾ, ਬਟ ਇਹ ਜਿਹੜਾ ਹੈਗਾ ਅਸੀਂ ਵੀ ਦੇਖੋ, ਅਸੀਂ ਵੀ ਸਹਿਮ ਨਾਲ ਅਸੀਂ ਬੈਠੇ ਹੋਏ ਹਾਂ। 1.5 ਸਾਲ ਹੋਇਆ ਪਹਿਲਾਂ ਅਸੀਂ ਇਹਦੇ ਤੇ ਗੱਲ ਕਰਨੀ ਸ਼ੁਰੂ ਕੀਤੀ ਸੀਗੀ, ਦੂਜੇ ਮੁੱਦਿਆਂ ਉੱਤੇ ਵੀ ਅਸੀਂ ਗੱਲਾਂ ਕਰ ਰਹੇ ਹਾਂ। ਮੈਂ ਤਾਂ ਕਹਿੰਦਾ ਅਗਰ ਸਰਕਾਰ ਇਹੀ ਚਾਹੁੰਦੀ ਹੈ ਨਾ, ਓਨਲੀ ਵੇ ਆਊਟ ਹੈ ਹੁਣ ਸਾਡੇ ਹੱਥ 'ਚ ਹੈਗੀ, ਤੁਸੀਂ ਹੁਣ ਇਹਦੇ ਐਸਜੀਪੀਸੀ ਦੇ ਇਲੈਕਸ਼ਨ ਸਹੀ ਢੰਗ ਨਾਲ ਕਰਾਓ ਤਾਂ ਕਿ ਜਿਹੜੇ ਸੱਚੇ ਸੁੱਚੇ ਸਿੱਖ ਨੇ, ਪਹਿਲੀ ਗੱਲ ਤਾਂ ਉਹ ਵੋਟਾਂ ਪਾਉਣ ਤੇ ਚੰਗੇ ਉੱਥੇ ਬੰਦੇ ਆਉਣ, ਤਾਂ ਕਿ ਸਾਡੀ ਜਿਹੜੀ ਸ਼ੰਕਾ ਹੈਗੀ, ਸਾਡੀ ਸਾਰਿਆਂ ਦੀ ਜਿਹੜੀ ਫੀਲਿੰਗ ਹੈ ਕਿ ਇੱਕ ਪਰਿਵਾਰ ਦਾ ਜਿਹੜਾ ਇੱਕ ਸਿਰਫ ਜੋਰ ਚੱਲਦਾ ਹੈ, ਉਹਨੂੰ ਤਾਂ ਆਪਾਂ ਢਾਲ ਪਾਈਏ ਪਹਿਲਾਂ, ਤੇ ਉਹ ਆਪਾਂ ਕਰ ਸਕਦੇ ਹਾਂ। ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਨਹੀਂ ਜੀ ਆਪਾਂ ਇੱਦਾਂ ਹੀ ਕਰਨਾ ਹੈ, ਦਿਸ ਇਜ਼ ਦ ਵੇ ਕਿ ਅਸੀਂ ਪਰਿਵਾਰ ਦਾ ਜਿਹੜਾ ਜੋਰ ਹੈਗਾ ਅਸੀਂ ਇਹਨੂੰ ਢਾਹ ਦੇਣਾ, ਨਹੀਂ, ਇਹ ਕੰਮ ਗਲਤ ਹੈ। ਇਹ ਦੇਖੋ, ਇਹ ਐਸਜੀਪੀਸੀ ਦਾ ਜਿਹੜਾ ਹੈਗਾ, ਐਂਡ ਆਈ ਐਮ ਗਲੈਡ ਤੁਸੀਂ ਇਹ ਗੱਲ ਕਹਿ ਕੇ। ਅੱਛਾ ਗੁਰਪ੍ਰੀਤ ਜੀ, ਮੇਰਾ ਇੱਕ ਸਵਾਲ, ਜਿਹੜੀ ਆਵਾਜ਼ ਹੈ ਉਹ ਅਗਰ ਮੇਰੇ ਵਰਗੇ ਬੰਦਿਆਂ ਦੀ ਗੱਲ ਸੁਣ ਕੇ ਅਗਰ ਉਹ ਬਾਕੀ ਇਹਦੇ ਤੇ ਗੌਰ ਕਰਦੀ ਹੈ ਤੇ ਮੈਂ ਸ਼ੁਕਰਗੁਜ਼ਾਰ ਹੋਵਾਂਗਾ, ਕਿਉਂਕਿ ਮੈਂ ਸਮਝਦਾ ਹਾਂ ਕਿ ਆਮ ਸਿੱਖ ਨੂੰ ਇਸ ਚੀਜ਼ ਦੀ ਮੁਖਾਲਫਤ ਕਰਨੀ ਚਾਹੀਦੀ ਹੈ ਕਿ ਵੀ ਯੂ ਡੂ ਨਾਟ, ਜਿੱਦਾਂ ਮੇਰੇ ਵੀਰ ਨੇ ਗੱਲ ਕੀਤੀ ਸੀਗੀ, ਅਗਰ ਤੁਹਾਡੇ ਪੈਰ ਦੇ ਵਿੱਚ ਇੱਕ ਖੂਬਸੂਰਤੀ ਹੋ ਜਾਂਦੀ ਹੈ ਤੇ ਤੁਸੀਂ ਉਹਨੂੰ ਟ੍ਰੀਟ ਕਰੋ, ਪੈਰ ਨੂੰ ਨਾ ਵੱਢੋ। तो मेरा कहने का भाव है, ਅਸੀਂ ਸਾਰੇ ਮੰਨਦੇ ਹਾਂ ਕਿ ਇੱਥੇ ਫ੍ਰੀ ਪ੍ਰਸਾਰਣ ਹੋਣਾ ਚਾਹੀਦਾ ਹੈ, ਅਸੀਂ ਤੁਹਾਡੇ ਨਾਲ ਮੋਢਾ ਲੈ ਕੇ ਵੀ ਤੁਰਾਂਗੇ, ਬਟ ਦਿਸ ਇਜ਼ ਨਾਟ ਦ ਵੇ ਟੂ ਡੂ ਇਟ। ਠੀਕ ਹੈ ਜਸਤੇਜ ਜੀ, ਇੱਕ ਸਵਾਲ ਇਹ ਹੈ ਕਿ ਜਿਹੜਾ ਵਾਰ-ਵਾਰ ਜ਼ਿਕਰ ਹੋ ਰਿਹਾ ਹੈ, ਜਸਤੇਜ ਜੀ ਇੱਕ ਵਾਰ ਮੇਰਾ ਸਵਾਲ ਹੈ ਕਿ ਜਿਹੜਾ ਵਾਰ-ਵਾਰ ਜ਼ਿਕਰ ਹੋ ਰਿਹਾ ਹੈ ਕਿ ਸਰਕਾਰ ਆਪ ਮੁਹਾਰੇ ਫੈਸਲਾ ਨਹੀਂ ਲੈ ਸਕਦੀ, ਕੰਸਰਨ ਕਰਕੇ ਫੈਸਲਾ ਕੀਤਾ ਜਾ ਸਕਦਾ, ਇਹ ਗੱਲ ਵੀ ਕੀਤੀ ਜਾ ਸਕਦੀ ਸੀ ਜਾਂ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਜਾਂ ਫਿਰ ਡਾਇਰੈਕਟ ਫੈਸਲਾ ਹੀ ਲਿਆ ਗਿਆ? ਦੇਖੋ, ਪਹਿਲੀ ਗੱਲ ਤਾਂ ਮੈਂ ਇਹ ਗੱਲ ਨੌਲੇਜ 'ਚ ਲਿਆ ਦਿੰਦਾ ਕਿ ਇਹੋ ਜਿਹਾ ਕੁਝ ਵੀ ਐਕਟ ਦੇ ਵਿੱਚ ਲਿਖਿਆ ਨਹੀਂ ਹੋਇਆ ਕਿ ਵੀ ਹਾਂਜੀ ਕਿਧਰੇ ਕਿ ਵੀ ਕੰਸਲਟੇਸ਼ਨ ਬਾਰੇ, ਮਤਲਬ ਮੇਰੀ ਨਜ਼ਰ 'ਚ ਨਹੀਂ ਆਇਆ। ਹੋ ਸਕਦਾ ਮੇਰੀ ਨੌਲੇਜ ਦੇ ਵਿੱਚ ਗੁਰਪ੍ਰੀਤ ਜੀ ਇਸ ਗੱਲ ਦਾ ਇਜ਼ਾਫਾ ਕਰ ਦੇਣ, ਐਂਡ ਮੈਂ ਆਪ ਕਹੂੰਗਾ ਹਾਂਜੀ ਇਹ ਸਹੀ ਕਹਿ ਰਹੇ, ਬਟ ਮੈਂ ਐਕਟ ਦੇ ਵਿੱਚ ਦੇਖਿਆ, ਕਈ ਗੱਲਾਂ ਦੇਖੀਆਂ, ਉਹਦੇ 'ਚ ਕਿਧਰੇ ਇਹ ਨਹੀਂ ਲਿਖਿਆ ਹੋਇਆ। ਐਂਡ ਐਸਜੀਪੀਸੀ ਦੀ ਜਿਹੜੀ ਹਰਿਆਣਾ ਐਸਜੀਪੀਸੀ ਦੀ ਸੁਪਰੀਮ ਕੋਰਟ ਦੀ ਜਜਮੈਂਟ ਹੈ, ਉਹ ਜੇ ਦੇਖਿਆ ਜਾਵੇ ਉਹਦੇ 'ਚ ਵੀ ਇਹ ਗੱਲ ਕਿਧਰੇ ਸਾਹਮਣੇ ਨਹੀਂ ਆਈ ਵੀ ਕੰਸਲਟੇਸ਼ਨ ਨਾਲ ਕੁਝ ਹੋਣਾ ਚਾਹੀਦਾ। ਦੇਖੋ, ਪਹਿਲਾਂ ਜਦੋਂ ਹਰਿਆਣਾ ਐਸਜੀਪੀਸੀ ਬਣੀ ਸੀਗੀ, ਜੇ ਅਸੀਂ ਗੌਰ ਕਰੀਏ ਤਾਂ ਉਸ ਵੇਲੇ ਵੀ ਪੰਜਾਬ ਦੇ ਵਿੱਚ ਬਹੁਤ ਐਸਜੀਪੀਸੀ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਸੀ ਵੀ ਇਹ ਗਲਤ ਹੋ ਰਿਹਾ, ਇਹ ਨਹੀਂ ਹੋ ਸਕਦਾ, ਪਰ ਹੋਇਆ। ਸੁਪਰੀਮ ਕੋਰਟ ਜਦੋਂ ਕੇਸ ਵੀ ਗਿਆ ਤੇ ਉਹ ਹਰਿਆਣਾ ਐਸਜੀਪੀਸੀ ਜਿੱਤੀ ਗਈ। ਐਦਾਂ ਹੀ ਕਈ ਇਹੋ ਜਿਹੇ ਗੁਰਦੁਆਰਾ ਸਾਹਿਬ ਨੇ, ਭਾਵੇਂ ਅਸੀਂ ਪੌਂਟਾ ਸਾਹਿਬ ਗੁਰਦੁਆਰਾ ਸਾਹਿਬ ਲੈ ਲਈਏ, ਭਾਵੇਂ ਅਸੀਂ ਹੋਰ ਵੀ ਗੁਰਦੁਆਰਾ ਸਾਹਿਬ ਹੈਗੇ ਆ, ਆਪਣਾ ਪੌਂਟਾ ਸਾਹਿਬ ਹੋ ਗਏ, ਮਹਾਰਾਸ਼ਟਰ ਦੇ ਵਿੱਚ ਹੈਗੇ ਆ ਜਿਹੜੇ ਗੁਰਦੁਆਰਾ ਸਾਹਿਬ, ਤੇ ਜੇ ਅਸੀਂ ਉਹਨਾਂ ਦੇ ਬੋਰਡ ਮੈਂਬਰ ਦੇਖ ਲਈਏ, ਹਿਮਾਚਲ ਦੇ ਵੀ ਜਿਹੜੇ ਹੈਗੇ ਉਹਨਾਂ 'ਚ ਵੀ ਕਈ ਇਹੋ ਜਿਹੇ ਗੁਰਦੁਆਰਾ ਸਾਹਿਬ ਨੇ, ਜੇ ਉਹਨਾਂ ਦੇ ਅਸੀਂ ਬੋਰਡ ਕਮੇਟੀ ਦੇਖੀਏ, ਉਹਨਾਂ ਦੀ ਕਮੇਟੀ ਦੇਖੀਏ, ਉਹਦੇ 'ਚ ਐਸਜੀਪੀਸੀ ਜਾਂ ਬਾਦਲ ਫੈਮਿਲੀ ਦਾ ਕਿਸੇ ਦਾ ਵੀ ਕੋਈ ਕਹਿਣਾ ਨਹੀਂ ਮੰਨਿਆ ਜਾਂਦਾ। ਉਸ ਬੋਰਡ ਕਮੇਟੀ ਦੇ ਵਿੱਚ ਜੋ ਵੀ ਫੈਸਲੇ ਹੁੰਦੇ ਆ, ਉਹ ਨਾ ਉਹ ਮਾਨਯੋਗ ਐਸਜੀਪੀਸੀ ਨੂੰ ਪੁੱਛ ਕੇ ਹੁੰਦੇ ਆ ਤੇ ਨਾ ਉਹ ਬਾਦਲ ਫੈਮਿਲੀ ਨੂੰ ਪੁੱਛ ਕੇ ਹੁੰਦੇ ਆ। ਸੋ ਇਹ ਇੱਕ ਗੱਲ ਜਿਹੜੀ ਕਹੀ ਜਾ ਰਹੀ ਹੈ, ਫੈਲਾਈ ਜਾ ਰਹੀ ਹੈ, ਮੈਸੇਜ ਦਿੱਤਾ ਜਾ ਰਿਹਾ ਕਿ ਹਾਂਜੀ ਉਹ ਕੰਸਲਟੇਸ਼ਨ ਕਰਨੀ ਜ਼ਰੂਰੀ ਹੈ, ਤੇ ਕੰਸਲਟੇਸ਼ਨ ਕਰਨੀ ਜ਼ਰੂਰੀ ਨਹੀਂ ਹੈ। ਪਰ ਮੈਂ ਪਹਿਲਾਂ ਆਪਣੇ ਸੈਗਮੈਂਟ ਦੇ ਵਿੱਚ ਇਹ ਗੱਲ ਕਹਿ ਚੁੱਕਿਆ ਕਿ ਕੰਸਲਟੇਸ਼ਨ ਤਾਂ ਕਰਨ ਦੀ ਕੋਸ਼ਿਸ਼, ਉਪਰਾਲਾ ਕੀਤਾ ਗਿਆ ਨਾ। ਜਦੋਂ ਭਗਵੰਤ ਮਾਨ ਜੀ ਨੇ ਇਹ ਗੱਲ, ਭਗਵੰਤ ਸਿੰਘ ਮਾਨ ਨੇ ਇਹ ਗੱਲ ਕਹਿਤੀ, ਉਹਨਾਂ ਨੇ ਸਟੇਟਮੈਂਟ ਦੇਤੀ ਕਿ ਹਾਂਜੀ ਜੇ ਕੋਈ ਇਕਵਿਪਮੈਂਟ ਦੀ, ਕੋਈ ਕਮਿਊਨੀਕੇਸ਼ਨ ਦੀ, ਕਿਸੇ ਇੰਸਟਰੂਮੈਂਟ ਦੀ ਲੋੜ ਹੈ, ਭਾਵੇਂ ਜਿੰਨੇ ਮਰਜ਼ੀ ਪੈਸੇ ਹੋਣ ਬਈ ਉਹ ਅਸੀਂ ਫ੍ਰੀ 'ਚ ਦੇਵਾਂਗੇ। ਪਰ ਜਦੋਂ ਉਹਨਾਂ ਦੀ ਗੱਲ ਖਾਰਿਜ ਕਰ ਦਿੱਤੀ ਗਈ ਤੇ ਉਸ ਤੋਂ ਬਾਅਦ ਹੀ ਇਹ ਮਤਾ ਆਇਆ। ਜਸਤੇਜ ਜੀ, ਜ਼ਿਕਰ ਹੋ ਰਿਹਾ ਹੈ
ਕਿ ਹਾਊਸ ਦੇ ਸਪੀਕਰ ਤੇ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਉਹ ਮੁਆਫੀ ਮੰਗਣ ਜਨਤਕ ਤੌਰ ਤੇ, ਨਹੀਂ ਤਾਂ ਫਿਰ ਰੋਸ ਜਿਹੜਾ ਹੈ ਇੱਕ ਜਥਾ ਜਾਇਆ ਕਰੇਗਾ ਜਿਹੜਾ ਕਿ ਸ਼ਾਂਤਮਈ ਤਰੀਕੇ ਨਾਲ ਰੋਸ ਜ਼ਾਹਰ ਕਰੇਗਾ। ਦੇਖੋ, ਹਰ ਇੱਕ ਦਾ ਜੋ ਮੁਜ਼ਾਹਰਾ ਕਰਨ ਦਾ, ਪ੍ਰੋਟੈਸਟ ਕਰਨ ਦਾ ਹਰ ਇੱਕ ਦਾ ਇੱਕ ਆਪਣਾ ਰਾਈਟ ਹੈ। ਨਾ ਤਾਂ ਅਸੀਂ ਆਪ ਹੀ ਇਹੋ ਜਿਹੀ ਪਾਰਟੀ ਨੂੰ ਬਿਲੋਂਗ ਕਰਦੇ ਹਾਂ ਜਿਹੜੀ ਕਿ ਨਿਕਲੀ ਹੀ ਮੁਜ਼ਾਹਰਿਆਂ 'ਚ ਹੋਈ ਹੈ, ਜਿਹੜੀ ਇਸਟੈਬਲਿਸ਼ਮੈਂਟ ਦੀ ਜੇ ਕੋਈ ਨੀਤੀਆਂ ਸੀਗੀਆਂ ਉਹਦੇ ਖਿਲਾਫ, ਪਰ ਸਾਡੇ ਨਾਲ ਪਬਲਿਕ ਸਪੋਰਟ ਸੀਗੀ। ਮੇਰੀ ਇੱਕ ਬੇਨਤੀ ਹੈ, ਇਹ ਅੱਜ ਮੁਜ਼ਾਹਰੇ ਦੀ ਗੱਲ ਕਰਦੇ ਹੈ, ਚਲੋ ਇੱਥੇ ਕੋਈ ਪਾਰਟੀ ਬੈਠੀ ਨਹੀਂ, ਪਰ ਮੈਂ ਇੱਕ ਗੱਲ ਅੱਜ ਕਹਿਣਾ ਚਾਹੁੰਦਾ ਕਿ ਹਰ ਪੋਲੀਟੀਕਲ ਪਾਰਟੀ ਅੱਜ ਜਿਵੇਂ ਗਵਰਨਰ ਕੋਲ ਚਲੇ ਜਾਂਦੀ ਹੈ, ਸਿੱਧਾ ਗਵਰਨਰ ਕੋਲ। ਕਿਉਂਕਿ ਉਹਨਾਂ ਕੋਲ ਅੱਜ ਦੀ ਡੇਟ 'ਚ ਪਬਲਿਕ ਸਪੋਰਟ ਨਹੀਂ ਹੈ। ਜਿਹੜਾ ਇਹ ਅੱਜ ਅਮੈਂਡਮੈਂਟ ਆਈ ਹੈ, ਇਹਦੇ 'ਚ ਪਬਲਿਕ ਸਾਡੇ ਨਾਲ ਹੈ, ਲੋਕ ਵੀ ਸਾਡੇ ਨਾਲ ਹੈ। ਮੈਂ ਇਹ ਨਹੀਂ ਕਹਿੰਦਾ ਤੇ ਗੁਰਪ੍ਰੀਤ ਜੀ ਸਾਡੇ ਨਾਲ ਹੈ ਜਾਂ ਕਿਰਨਜੀਤ ਕੌਰ ਮੈਮ ਕਹਿ ਰਹੀ ਹੈ ਇਹ ਗੱਲ ਠੀਕ ਹੈ, ਪਰ ਬਹੁਤ ਲੋਕ ਹੈ, ਸਾਰੀ ਜਨਤਾ ਹੈ, ਉਹ ਸਾਡੇ ਨਾਲ ਹੈ। ਉਹ ਕਹਿੰਦੇ ਕਿ ਵੀ ਇਹ ਡਿਸੀਜਨ ਠੀਕ ਹੈ, ਪਰ ਉਹਦੇ ਬਾਵਜੂਦ ਜੇ ਮੁਜ਼ਾਹਰਾ ਕਰਨਾ ਚਾਹੁੰਦੇ ਆ ਤਾਂ ਸਾਡੀ ਬੇਨਤੀ ਹੈ ਕਿ ਵੀ ਹਾਂਜੀ ਅਸੀਂ ਜੋ ਕੀਤਾ ਉਹ ਅਸੀਂ ਸੰਵਿਧਾਨ ਦੇ ਮੁਤਾਬਕ ਕੀਤਾ ਹੈ। ਐਂਡ ਕਿਧਰੇ ਵੀ ਅਸੀਂ ਸਿੱਖ ਧਰਮ ਦੇ ਬਾਰੇ ਜਾਂ ਗੁਰਬਾਣੀ ਬਾਰੇ ਜਾਂ ਗੁਰੂ ਨਾਨਕ ਦੇਵ ਜੀ ਦੀ ਕਿਸੇ ਟੀਚਿੰਗਸ ਬਾਰੇ ਜਾਂ ਗੁਰੂ ਸਾਹਿਬ ਦੀ ਕਿਸੇ ਟੀਚਿੰਗਸ ਬਾਰੇ ਅਸੀਂ ਕੋਈ ਗਲਤ ਗੱਲ ਕਦੇ ਵੀ ਨਹੀਂ ਕਹੀ, ਨਾ ਅਸੀਂ ਕਹਿ ਸਕਦੇ, ਕਹਿ ਹੀ ਨਹੀਂ ਸਕਦੇ। ਸੋ ਜਿਹੜੀ ਹੈ ਇਹ ਮੇਰੀ ਬੇਨਤੀ ਹੈ ਕਿ ਵੀ ਗੁਰਪ੍ਰੀਤ ਜੀ ਵਰਗੇ ਬੰਦਿਆਂ ਨੂੰ, ਇਨਫੈਕਟ ਐਕਸਪਰਟਸ ਨੂੰ ਸਗੋਂ ਪਬਲਿਕ ਦੇ ਵਿੱਚ ਇੱਕ ਮੈਸੇਜ ਦੇਣਾ ਚਾਹੀਦਾ ਹੈ ਕਿ ਵੀ ਹਾਂਜੀ ਇਹ ਦੋ ਗੱਲਾਂ ਜਿਹੜੀਆਂ ਹੋ ਰਹੀਆਂ ਠੀਕ ਨੇ, ਬਜਾਏ ਕਿ ਇਹ ਗੱਲ ਕਹਿਣ ਦੇ ਕਿ ਵੀ ਹਾਂਜੀ ਹੱਕ ਨਹੀਂ ਹੈ। ਜਸਤੇਜ ਜੀ ਤੁਹਾਡੇ ਮੁਤਾਬਕ ਤਾਂ ਨਹੀਂ ਠੀਕ ਗਲਤ ਕਹਿਣਗੇ, ਉਹ ਠੀਕ ਹੈ, ਮਾਹਰ ਨੇ, ਉਹ ਤਾਂ ਆਪਣਾ ਪੱਖ ਰੱਖਣਗੇ, ਉਹਨਾਂ ਨੂੰ ਜੋ ਠੀਕ ਲੱਗਦਾ ਹੈ, ਜਾਂ ਉਹ ਨਾ ਤਾਂ ਉਹਨਾਂ ਨੂੰ ਮੈਂ ਡਿਕਟੇਟ ਕਰ ਸਕਦਾ, ਨਾ ਹੀ ਤੁਸੀਂ ਨਰੇਟ ਕਰ ਸਕਦੇ ਹੋ। ਮੈਂ ਬੇਨਤੀ ਕੀਤੀ ਹੈ, ਦੈਟ ਇਜ਼ ਵਾਈ ਆਈ ਯੂਜ਼ ਦਾ ਵਰਡ ਰਿਕੁਐਸਟ। ਰਿਕੁਐਸਟ ਤਾਂ ਕਰਨਾ ਮੇਰਾ ਹੱਕ ਹੈ ਨਾ, ਅੱਗੇ ਗੁਰਪ੍ਰੀਤ ਜੀ ਦੀ ਮਰਜ਼ੀ ਹੈ, ਮੈਂ ਰਿਕੁਐਸਟ ਤਾਂ ਮੈਂ ਤੁਹਾਨੂੰ ਵੀ ਕਰ ਸਕਦਾ, ਬਟ ਗੱਲ ਇਹ ਹੈ ਕਿ ਵੀ ਜਦੋਂ ਦੋ ਗੱਲਾਂ ਸਹੀ ਨੇ ਕਿ ਇੱਕ ਚੈਨਲ ਕੋਲ ਨਹੀਂ ਹੋਣਾ ਚਾਹੀਦਾ, ਤਿੰਨ ਗੱਲਾਂ ਕਹਿ ਰਹੇ ਚੈਨਲ ਹੱਕ ਹਕੂਕ ਨਹੀਂ ਹੋਣਾ ਚਾਹੀਦਾ ਕੱਲਾ, ਦੂਜੀ ਗੱਲ ਇੱਕ ਪਰਿਵਾਰ ਦੇ ਸਾਹਮਣੇ ਐਸਟੀਵੀ ਚੱਲ ਰਹੀ ਹੈ, ਤੀਜੀ ਗੱਲ ਕੀ ਭਗਵੰਤ ਸਿੰਘ ਮਾਨ ਜੀ ਨੇ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ ਇਸ ਤੋਂ ਪਹਿਲਾਂ, ਉਹਦੇ ਬਾਵਜੂਦ ਇਹ ਪਾਸ ਹੋਇਆ। ਫਿਰ ਇਹ ਕਿਵੇਂ ਕਹਿ ਸਕਦੇ ਕਿ ਹਾਂਜੀ ਮੈਂ ਸਮਝ ਗਿਆ ਤੁਹਾਡੀ ਭਾਵਨਾ ਨੂੰ ਸਮਝਦਾ ਹੋਇਆ ਸਵਾਲ ਪੁੱਛੂੰਗਾ ਗੁਰਪ੍ਰੀਤ ਜੀ। ਗੱਲ ਇਹ ਆ, ਠੀਕ ਹੈ, ਜਿਹੜੀ ਪਹਿਲੀ ਗੱਲ ਤੁਸੀਂ ਕਹੀ ਆਪਾਂ ਰੈਪੀਟੀਸ਼ਨ ਦੇ ਵਿੱਚ ਨਹੀਂ ਜਾਂਦੇ, ਦਰੁਸਤ ਹੈ, ਪਰ ਗੱਲ ਇਹ ਹੈ ਵੀ ਇਸ ਮੋੜ ਤੇ ਅਸੀਂ ਪਹੁੰਚੇ ਤਾਂ ਕਿ ਲਗਾਤਾਰ ਜਿਹੜੀ ਸੰਗਤ ਦੀ ਰਿਕੁਐਸਟ ਸੀ, ਪੰਜਾਬੀਆਂ ਦੀ ਰਿਕੁਐਸਟ ਸੀ, ਸਿੱਖਾਂ ਦੀ ਰਿਕੁਐਸਟ ਸੀ, ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਰਿਕੁਐਸਟ ਸੀ, ਉਹਨੂੰ ਅਣਗੌਲਿਆਂ ਕੀਤਾ ਗਿਆ, ਉਹਨੂੰ ਜਾਣ ਬੁੱਝ ਕੇ ਇੱਧਰ ਉੱਧਰ ਕੀਤਾ ਗਿਆ, ਕਿਸੇ ਨਾ ਕਿਸੇ ਬਹਾਨੇ ਕੀਤਾ ਗਿਆ। ਹੁਣ ਧਰਮ ਦੇ ਵਿੱਚ ਦਖਲ ਅੰਦਾਜ਼ੀ ਦੀ ਗੱਲ ਕਰ ਕੀਤਾ ਗਿਆ। ਹਾਲਾਂਕਿ ਇਸ ਗੱਲ ਨਾਲ ਮੈਂ ਵੀ ਸਹਿਮਤ ਹਾਂ ਕਿ ਇਹ ਪਿਰਤਾਂ ਪੈਣੀਆਂ ਕੋਈ ਬਹੁਤੀਆਂ ਸਹੀ ਨਹੀਂ ਹਨ, ਪਰ ਜਿਸ ਤਰੀਕੇ ਦੇ ਨਾਲ ਇੱਕ ਚੀਜ਼ ਦੇ ਉੱਤੇ ਇੱਕੋ ਹੀ ਧਿਰ ਦੀ ਮੋਨੋਪੋਲੀ ਬਣਦੀ ਜਾ ਰਹੀ ਸੀ, ਉਹ ਜਿਵੇਂ ਇੱਕ ਕਮੇਟੀ ਨੂੰ ਜਿਹੜੀ ਕਿ ਇੱਕ ਸਿੱਖਾਂ ਦੀ ਜਿਸ ਨੂੰ ਪਾਰਲੀਮੈਂਟ ਕਿਹਾ ਜਾਂਦਾ ਉਸ ਨੂੰ ਆਪਣੇ ਮੁਤਾਬਕ ਵਰਤਿਆ ਜਾ ਰਿਹਾ ਸੀ। ਜਿਵੇਂ ਅੱਜ ਮੁਲਕ ਦੀਆਂ तमाम ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ ਬੀਜੇਪੀ ਦੇ ਖਿਲਾਫ ਲਾਮਬੰਦ ਹੋ ਰਹੀਆਂ ਨੇ ਕਿ ਸੰਸਦ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ, ਸੰਸਦ ਨੂੰ ਆਪਣੇ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ, ਉਹੀ ਸਾਰਾ ਕੁਝ ਇੱਥੇ ਹੋ ਰਿਹਾ ਹੈ। ਔਰ ਜਦੋਂ ਫਿਰ ਕੋਈ ਅੱਤ ਹੁੰਦੀ ਹੈ ਫਿਰ ਉਹਦੇ ਕਈ ਤਰ੍ਹਾਂ ਦੇ ਨਤੀਜੇ ਹੁੰਦੇ ਆ, ਕਈਆਂ ਨੂੰ ਨਾਲ ਬਹੁਤ ਕੁਝ ਭੁਗਤਣਾ ਪੈਂਦਾ। ਇਸ ਤਰੀਕੇ ਨਾਲ ਜਸਤੇਜ ਜੀ ਕਹਿ ਰਹੇ ਆ, ਜੇ ਮੈਂ ਕੋਈ ਗਲਤ ਕਿਹਾ ਜਸਤੇਜ ਜੀ ਤੁਸੀਂ ਐਡ ਕਰ ਸਕਦੇ ਹੋ। ਨਹੀਂ, ਮੈਂ ਤਾਂ ਬਿਲਕੁਲ ਠੀਕ ਹੈ, ਤੁਸੀਂ ਬਿਲਕੁਲ ਠੀਕ ਗੱਲ ਕਹਿ ਰਹੇ ਹੋ। ਠੀਕ ਹੈ, ਫਿਰ ਮੈਂ ਜਵਾਬ ਲੈ ਲੈਣਾ ਗੁਰਪ੍ਰੀਤ ਜੀ ਦਾ। ਹਾਂਜੀ ਗੁਰਪ੍ਰੀਤ ਜੀ। ਗੱਲ ਏਦਾਂ ਜੀ, ਮੈਂ ਤਾਂ ਪਹਿਲਾਂ ਵੀ ਦੁਹਰਾ ਹਟਿਆ ਕਿ ਵੀ ਜਿਹੜੇ ਦੋ ਪੁਆਇੰਟ ਇਹਨਾਂ ਨੇ ਜਿਹੜੇ ਪਹਿਲਾਂ ਰੱਖੇ ਨੇ ਕਿ ਵੀ ਇੱਕ ਚੈਨਲ ਤੋਂ ਨਹੀਂ ਹੋਣਾ ਚਾਹੀਦਾ, ਇਹਦਾ ਰਾਈਟ, ਅਸੀਂ ਸਾਰੇ ਉਹਦੇ ਨਾਲ ਸਹਿਮਤ ਹਾਂ। ਅਸੀਂ ਇਹ 1.5 ਸਾਲ ਪਹਿਲਾਂ ਇਹਦੇ ਤੇ ਅਸੀਂ ਪੂਰਾ ਚਿੱਠਾ ਵੀ ਭੇਜ ਚੁੱਕੇ ਹਾਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੋਂ AGPC ਵਾਲਿਆਂ ਨੂੰ। ਦੂਜੀ ਗੱਲ ਜਿਹੜੀ ਗੱਲ ਹੈਗੀ, ਜਿਹੜਾ ਕਿ ਸਿਆਸਤ ਦਾ ਜਿਹੜਾ ਦਬਾਅ ਜਿਹੜਾ ਹੈਗਾ AGPC ਉੱਤੇ, ਉਹਦੇ ਉੱਤੇ ਵੀ ਅਸੀਂ ਬਹੁਤ ਟਾਈਮ ਅਸੀਂ ਆਪਣੀਆਂ ਆਵਾਜ਼ਾਂ ਚੱਕੀਆਂ ਹੋਈਆਂ ਨੇ। ਇਹ ਸਾਰਾ ਕੁਝ ਅਸੀਂ ਇਹ ਦੋ ਪੁਆਇੰਟ ਉੱਤੇ ਬਿਲਕੁਲ ਇਹਦੇ ਵਿੱਚ ਕੋਈ ਤੁਰੰਤ ਹੋਇਆ ਨਹੀਂ, ਪਰ ਮੈਂ ਜਿਹੜੀ ਗੱਲ ਕਹਿ ਰਿਹਾ ਇਹ ਪੂਰੀ ਸਮਝ ਆ ਗਈ ਲੋਕਾਂ ਨੂੰ ਕਿ ਭਾਈ ਜਿਹੜਾ ਕੰਮ ਤੁਸੀਂ ਚੱਕਿਆ ਹੈ, ਇਹ ਜਿਹੜਾ ਤਰੀਕਾ ਹੈ, ਇਹਨਾਂ ਨੇ ਗੱਲ ਕੀਤੀ ਐਕਟ ਦੀ, ਐਕਟ ਦੇ ਵਿੱਚ ਕੁਝ ਨਹੀਂ ਹੈ, ਇਹਨਾਂ ਨੇ ਪੈਕਟ ਦੀ ਤਾਂ ਗੱਲ ਹੀ ਨਹੀਂ ਕੀਤੀ। ਜਿਹੜਾ ਨਹਿਰੂ ਤੇ ਮਾਸਟਰ ਦਾਰਾ ਸਿੰਘ ਦਾ ਪੈਕਟ ਸੀਗਾ ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਕਿ ਇਸ ਐਕਟ ਦੇ ਵਿੱਚ ਕੁਝ ਵੀ ਚੀਜ਼ ਤਬਦੀਲ ਹੋਏਗੀ ਤੇ 2/3 ਮੈਜੋਰਟੀ ਔਰ ਦਾ ਹਾਊਸ ਦਾ ਪਹਿਲਾ ਰੈਜ਼ੋਲੂਸ਼ਨ ਆਏਗਾ, ਉਸ ਤੋਂ ਬਾਅਦ ਸਰਕਾਰ ਉਹਦੇ ਉੱਤੇ ਕੰਮ ਕਰੇਗੀ। ਸੋ ਇਹ ਬਾਈਕਾਟ ਦੀ ਵਰਡ ਕੇ ਵੀ ਐਕਟ ਦੇ ਵਿੱਚ ਨਹੀਂ ਹੈ, ਉਹ ਪੈਕਟ ਨੂੰ ਆਪਾਂ ਮਨਜ਼ੂਰੀ ਕਰ ਰਹੇ ਹਾਂ। ਇਹ ਸਾਰੀ ਚੀਜ਼ਾਂ ਹੋਈਆਂ ਨੇ, ਸਿੱਖ ਜਗਤ ਨੇ ਸੋਚਿਆ ਹੋਇਆ ਹੈ
क्योंकि ਜਿਹੜੀ ਗੱਲ ਇਹ ਕਹਿ ਰਹੇ ਨੇ ਕਿ ਵੀ ਉੱਤੇ ਤੱਕ ਹਜ਼ੂਰ ਸਾਹਿਬ ਪਟਨਾ ਸਾਹਿਬ ਤੇ ਵਿਗਿਆ ਬਣ ਗਿਆ ਹੈ, ਸਰਕਾਰ ਆਪਣੇ ਬੰਦੇ ਅਪਾਇੰਟ ਕਰਦੇ ਨੇ। Now do we want the same thing to happen in SGPC in the Gurdwara there? No, like जैसे भी ਗੱਲ ਕਹਿ ਰਹੇ ਨੇ ਕਿ ਵੀ ਹਰਿਆਣੇ ਦੇ ਲੋਕਾਂ ਨੇ ਆਪਣੇ ਬੰਦੇ ਉੱਤੇ ਅਪਾਇੰਟ ਕਰਦੇ ਸਰਕਾਰ ਨੇ, ਸਾਨੂੰ ਇਹ ਖਦਸ਼ਾ ਕਿ ਵੀ ਇੱਥੇ ਵੀ ਉਹਦੇ ਉੱਤੇ ਅਸੀਂ ਬਣੇ ਹੋਏ ਹਾਂ। ਹਾਂ, ਇਹ ਗੱਲ ਸਪਸ਼ਟ ਹੈ। ਅੱਜ ਤੱਕ ਅਨਫੋਰਚੂਨੇਟਲੀ ਮੇਰੀ ਕੌਮ ਨੇ ਇਹੋ ਜਿਹੇ ਬੰਦੇ ਉੱਤੇ ਚੁਣ ਕੇ ਦਿੱਤੇ ਨੇ ਮੇਨਲੀ ਜਿਹੜੇ ਕਿ ਇੱਕ ਪਾਰਟੀ ਨੂੰ ਜਾਂ ਇੱਕ ਪਰਿਵਾਰ ਨੂੰ ਜਿਹੜਾ ਕਿ ਐਲੀਜੈਂਸ ਬਿਲੋਂਗ ਕਰਦੀ ਹੈ, ਠੀਕ ਹੈ ਨਾ। ਉਹਦੇ ਨਾਲ ਸਾਨੂੰ ਇਹ ਸਾਰੀ ਚੀਜ਼ਾਂ ਮਿਲਦੀਆਂ ਨੇ ਤੇ ਮੈਂ ਤਾਂ ਇਹ ਬੇਨਤੀ ਕਰਾਂਗਾ ਆਪਣੀ ਕੌਮ ਨੂੰ ਕਿ ਭਾਈ ਤੁਸੀਂ ਸੁਚੇਤ ਹੋ ਜਾਓ। ਅਗਰ ਤੁਸੀਂ ਜਿਹੜੀ ਗੱਲ ਤੇਜ਼ੀ ਕਹਿ ਰਹੇ ਨੇ ਕਿ ਵੀ ਲੋਕੀ ਸਾਰੇ ਇਹਨਾਂ ਦੇ ਨਾਲ ਨੇ, ਤੇ ਲੋਕੀ ਹੁਣ ਐਸੀ ਇਲੈਕਸ਼ਨ ਦੌਰਾਨ ਨਹੀਂ ਕਿ ਆਪਣਾ ਉਹਦੇ ਵਿੱਚ ਆਪਣਾ ਕੋਈ ਚੀਜ਼ ਜ਼ਾਹਿਰ ਕਰਦੇ ਕਿ ਭਾਈ ਅਸੀਂ ਬਾਕੀ ਅਸੀਂ ਇਸ ਪਰਿਵਾਰ ਦੀ ਜਿਹੜੀ ਪਾਰਟੀ ਹੈ ਜਿਹਦੇ ਨਾਲ ਅਸੀਂ ਨਹੀਂ ਖੜੇ ਹੋਏ, ਅਸੀਂ ਇਹਨਾਂ ਨੂੰ ਨਹੀਂ ਲੈ ਕੇ ਆਉਣਾ, ਜਿਹੜੇ ਇਹਨਾਂ ਦੇ ਨੁਮਾਇੰਦੇ ਹੋਣਗੇ ਅਸੀਂ ਉਹਨਾਂ ਨੂੰ ਨਹੀਂ ਲੈ ਕੇ ਆਉਂਦੇ। ਇਹ ਅਗਰ ਮੈਸੇਜ ਚਲੇ ਜਾਊਗਾ ਜਿਹੜਾ ਇਹਨਾਂ ਨੇ ਆਪਣੀ CID ਨੂੰ ਪਤਾ ਕੀਤੀ ਹੈ ਕਿ ਲੋਕੀ ਇਹਨਾਂ ਦੇ ਨਾਲ ਨੇ ਦੇ ਉੱਤੇ, ਤੇ ਠੀਕ ਹੈ ਸਾਨੂੰ ਪਤਾ ਲੱਗ ਜੂਗਾ, ਕਰਾਓ ਇਲੈਕਸ਼ਨ, ਪਤਾ ਲੱਗੇ। ਜਸਤੇਜ ਜੀ, ਹਾਂਜੀ ਜਵਾਬ ਆਪਨੇ। ਮੈਂ ਹੁਣ ਇੱਕ ਗੱਲ ਬਾਰ-ਬਾਰ ਮੈਂ ਰਿਪੀਟ ਨਹੀਂ ਕਰਦਾ। ਤੁਸੀਂ ਦੇਖੋ ਹੁਣ ਦੋ ਗੱਲਾਂ, ਇੱਕ ਖਦਸ਼ੇ ਦੀ ਗੱਲ ਕੀਤੀ, ਦੂਜਾ ਤੁਸੀਂ ਕਹਿ ਰਹੇ ਹੋ ਵੀ ਹਾਂਜੀ ਲੋਕਾਂ ਨੂੰ ਮਤਲਬ ਦੱਸਣਾ ਚਾਹੀਦਾ ਕਿ ਵੀ ਹਾਂਜੀ ਕਿਹਦੇ ਨਾਲ ਖੜੇ ਕਿਹਦੇ ਨਾਲ ਨਹੀਂ। ਕੀ ਤੁਸੀਂ ਇਹ ਕਾਲ ਇਹ ਗੱਲ ਕਦੇ SGPC ਦੇ ਉੱਪਰ ਜਦੋਂ ਇੱਕ ਫੈਮਿਲੀ ਦਾ ਚੱਲ ਰਿਹਾ ਹੈ ਡਾਇਰੈਕਸ਼ਨਸ, ਕਦੀ ਉਸ ਖਿਲਾਫ ਕਦੇ ਇੰਨੇ ਕੌਨਫੀਡੈਂਸ ਨਾਲ ਗੱਲ ਕਹੀ ਹੈ ਕਦੇ? ਅੱਜ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਇਹ ਇੱਕ ਐਜ਼ ਅ ਸਿੱਖ ਹੋਣ ਦੇ ਨਾਤੇ, ਚਲੋ ਮੈਂ ਨਹੀਂ ਹੁੰਦਾ ਕੋਈ ਤੁਹਾਨੂੰ ਡਿਕਟੇਟ ਕਰਾਉਣ ਵਾਲਾ, ਪਰ ਖਦਸ਼ੇ ਦੇ ਬੇਸ ਦੇ ਉੱਪਰ ਤੁਸੀਂ ਕਹਿੰਦੇ ਹੋ ਕਿ ਹਾਂਜੀ ਇਹ ਗਲਤ ਹੋ ਰਿਹਾ। ਇੱਕ ਪਾਸੇ ਉਸ ਖਦਸ਼ੇ ਕਾਰਨ ਉਹ ਇੱਕ ਜਿਹੜੀ ਪੁਰਾਣੀ ਇੱਕ ਕਸਟਮ ਚੱਲਦਾ ਆ ਰਿਹਾ ਹੈ ਕਈ ਸਾਲਾਂ ਤੋਂ ਇੱਕ ਚੈਨਲ ਦੇ ਹੱਕ ਦੇ ਵਿੱਚ ਕਿ 6 ਕਰੋੜ ਤੋਂ 1000 ਕਰੋੜ ਬਣ ਗਈ, ਭਾਵੇਂ ਉੱਥੇ ਭੱਦੀਆਂ ਐਡ ਚੱਲਦੀਆਂ ਗੁਰਬਾਨੀ ਤੋਂ ਪਹਿਲਾਂ, ਤੁਸੀਂ ਉਸ ਸਭ ਉਹ ਜਿਹੜੀ ਇੱਕ ਚੇਂਜ ਆਉਣ ਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੁਸੀਂ ਸਿਰਫ ਇੱਕ ਖਦਸ਼ੇ ਦੇ ਬੇਸ ਤੇ ਕੀ ਤੁਸੀਂ ਹਿਸਟਰੀ ਦਾ ਪਾਰਟ ਬਣਨਾ ਚਾਹੁੰਦੇ ਹੋ ਕਿ ਵੀ ਹਾਂਜੀ ਉਸ ਵੇਲੇ ਚੇਂਜ ਹੋ ਰਿਹਾ ਸੀਗਾ ਸਾਰਾ ਕੁਝ ਤੇ ਤੁਸੀਂ ਤੇ ਹੋਰ ਕਈ ਲੋਕਾਂ ਨੇ ਉਸ ਚੇਂਜ ਨੂੰ ਰੋਕਤਾ? ਕੀ ਤੁਸੀਂ ਇਸ ਹਿਸਟਰੀ 'ਚ ਉਹਦਾ ਨਾਮ ਦਰਜ ਕਰਵਾਉਣਾ ਚਾਹੁੰਦੇ ਹੋ? ਹਾਲਾਂਕਿ ਤੁਹਾਨੂੰ ਪਤਾ ਅਗਰ ਇਸ ਹਿਸਾਬ ਨਾਲ ਹੋ ਰਿਹਾ ਤੇ ਮੈਂ ਉਸ ਹਿਸਟਰੀ ਦਾ ਪਾਰਟ ਬਣਨਾ ਚਾਹੁੰਦਾ, ਕਿਉਂਕਿ ਮੇਰੇ ਹਿਸਾਬ ਨਾਲ ਇਹ ਤਰੀਕਾ ਜਿਹੜਾ ਹੈਗਾ ਇਹ ਗਲਤ ਹੋ ਰਿਹਾ। ਜਿਹੜਾ ਮਕਸਦ ਹੈ ਇਹ ਠੀਕ ਹੈ, ਤਰੀਕਾ ਗਲਤ ਵਰਤਿਆ ਜਾ ਰਿਹਾ। ਸੋ ਬੇਸਿਕਲੀ ਤੁਸੀਂ ਇਹ ਕਹਿ ਰਹੇ ਹੋ ਕਿ ਜੋ ਹੋ ਰਿਹਾ ਉਹ ਠੀਕ ਹੋ ਰਿਹਾ ਪਰ ਢੰਗ ਗਲਤ ਹੈ। ਸੋ ਢੰਗ ਜੋ ਹੋ ਰਿਹਾ ਠੀਕ ਉਹ ਤੁਸੀਂ ਹੋਣ ਨਹੀਂ ਦੇਣਾ ਚਾਹੁੰਦੇ। ਨਹੀਂ, ਮੈਂ ਨਹੀਂ, ਤੁਸੀਂ ਮੇਰੀ ਗੱਲ ਨਹੀਂ ਸਮਝ ਰਹੇ। ਫਿਰ ਮੈਂ ਕਹਿ ਰਿਹਾ ਅਸੀਂ ਤੇ ਪਹਿਲਾਂ, ਤੁਸੀਂ ਤੇ ਮੇਰੀ ਗੱਲ ਇਹਦਾ ਮਤਲਬ ਸੁਣੀ ਨਹੀਂ। ਅਸੀਂ ਤੇ ਬਥੇਰੇ ਸਾਲਾਂ ਤੋਂ ਅਸੀਂ ਕਹਿ ਰਹੇ SGPC ਨੂੰ ਕਿ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਗਲਤ ਕਰ ਰਹੇ ਹੋ, ਪਰ ਅਸੀਂ ਕਹਿ ਕੇ ਠੀਕ ਹੈ। ਹੁਣ ਅਸੀਂ ਕੌਣ ਹੁੰਦੇ ਹਾਂ? ਅਸੀਂ ਤਾਂ ਸਿਰਫ SGPC ਦੇ ਇਲੈਕਟਡ ਬੋਡੀ ਹੈ, ਉਹ ਦੇ ਆਰ ਸਿਟਿੰਗ ਦੇयर। ਉਹ ਤੱਕ ਨਵੇਂ ਬੰਦੇ ਨਹੀਂ ਆਉਣਗੇ, ਸ਼ਾਇਦ ਨਵੇਂ ਬੰਦੇ ਆ ਕੇ ਸਾਡੀ ਗੱਲ ਸੁਣ ਲੈਣਗੇ। ਇਹਨਾਂ ਨੇ ਤਾਂ ਸੁਣੀ ਨਹੀਂ, ਇਹ ਤਾਂ ਹਾਲੀ ਵੀ ਆਪਣੇ SAD ਬਾਦਲ ਦੀ ਗੱਲ ਸੁਣਦੇ ਨਹੀਂ। ਸਰਕਾਰ ਨੇ ਸੁਣ ਕੇ ਜੇ ਉਹਦੇ ਉੱਪਰ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਤੁਸੀਂ ਸਿਰਫ ਇੱਕ ਖਦਸ਼ੇ ਦੇ ਬੇਸ ਦੇ ਉੱਪਰ, ਇੱਕ ਹਾਈਲੀ ਇੰਪ੍ਰੋਬੇਬਲ ਚੀਜ਼ ਦੇ ਉੱਪਰ ਤੁਸੀਂ ਇੱਕ ਚੰਗਾ ਕੰਮ ਤੁਸੀਂ ਰੋਕਣਾ ਚਾਹੁੰਦੇ ਹੋ। ਹਾਲਾਂਕਿ ਤੁਸੀਂ how do you call it improbable? It goes against the Nehru-Tara Singh Pact. Finished. End of matter. All due respect, Gurpreet ji, with all due respect, that pact is not part of this act. Please. Yeah, but it is a pact with SGPC and the government of India. Sir, if that pact is not part of the act, ਜੇ ਕੋਈ ਇੱਕ ਦੇਖੋ ਕਈ ਇਹੋ ਜਿਹੀ ਗੱਲਾਂ ਹੋਈਆਂ ਸੈਂਟਰ ਦਾ ਤੁਹਾਨੂੰ ਪਤਾ ਹੈ ਰਵੱਈਆ, ਠੀਕ ਹੈ ਨਾ, ਕਈ ਵਾਰੀ ਬਿਠਾ ਕੇ ਇਹੋ ਜਿਹੀ ਗੱਲਾਂ ਕਰ ਦਿੱਤੀਆਂ ਜਾਂਦੀਆਂ ਜਿੱਥੇ ਇੱਕ ਸਾਈਕੋਲੋਜੀਕਲ ਫੈਕਟਰ ਦੇ ਅੰਦਰ ਹਾਂ ਕਰ ਦਿੱਤੀ ਜਾਂਦੀ ਹੈ। ਪਰ ਜੇ ਉਸ ਚੀਜ਼ ਨੂੰ ਤੁਸੀਂ ਕਿਧਰੇ ਬਲੈਕ ਐਂਡ ਵਾਈਟ 'ਚ ਨਹੀਂ ਲੈ ਕੇ ਆਏ ਤੇ ਫਿਰ ਇਹਦੇ 'ਚ ਕਿਸ ਦਾ ਮਤਲਬ, ਮੈਂ ਕਹਿੰਦਾ ਕੀ ਕੀ ਪੈਕਟ ਤੇ ਭਾਜੀ ਬਲੈਕ ਐਂਡ ਵਾਈਟ 'ਚ ਹੀ ਹੈ, ਉਹਦੇ ਸਪਸ਼ਟ ਲਿਖਿਆ ਹੋਇਆ ਹੈ ਪੈਕਟ। Sir, by black and white, I mean it is not part of the act, and administration.
Yeah, you're a lawyer. You know more than I do. You know more than I do. It can be an addendum. It can be an addendum to the act. It is part of the act. It is a fallout of the act. Whatever you like, whatever word you like to put, वो हो सकता है. मेरा कहने का मतलब है, देखो काजी मेरी बात सुनो. साडी इंटेंट, भगवंत मान की इंटेंट, साडी इंटेंट ਦੇ ਵਿੱਚ ਕੋਈ अंतर नहीं है. ठीक है ना? We all want जो ਇੱਥੇ ਸਰਕਾਰ ਵੀ ਚਾਹੁੰਦੀ ਹੈ, ਅਸੀਂ ਵੀ ਸਾਡੇ ਵਰਗੇ ਵੀ ਚਾਹੁੰਦੇ ਨੇ. ਅੱਜ ਤੋਂ ਵੀ ਅਸੀਂ ਕਈ ਸਾਲਾਂ ਤੋਂ ਇਹ ਚਾਹੁੰਦੇ ਹਾਂ. ਪਰ ਇਹ ਜਿਹੜਾ ਤਰੀਕਾ ਵਰਤਿਆ ਨਾ, ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਯੂ ਪਲੀਜ਼ ਰਿਅਲਾਈਜ਼ ਕਿ once you do this thing, what will be the future? Today you are sitting there, you might have different कि ਤੁਸੀਂ ਇਸ ਦੇ ਵਿੱਚ ਕੋਈ ਤਬਦੀਲੀਆਂ ਹੋ ਕੇ ਜਾਓਗੇ. Tomorrow some other government comes there, ਉਹ ਆ ਕੇ ਕਿਸੇ ਵੀ ਚੀਜ਼ ਤੇ ਉਹ ਕਹਿ ਦੇਣ ਅੱਜ ਜੀ ਅਸੀਂ ਤੁਹਾਡੀ ਇਹ ਮਰਿਆਦਾ ਬੰਦੇ ਆ, ਅਸੀਂ ਉਹ ਏਦਾਂ ਨਹੀਂ ਹੋਣਾ ਚਾਹੀਦਾ. ਸੋ ਸਾਡਾ ਜਿਹੜਾ ਐਪਰੀਹੈਂਸ਼ਨ ਹੈ, ਜਿਹੜੀ ਖਦਸ਼ੇ ਦੀ ਗੱਲ ਤੁਸੀਂ ਕਹਿ ਰਹੇ ਹੋ, ਸਾਡਾ ਐਪਰੀਹੈਂਸ਼ਨ ਵੈਲ ਫਾਊਂਡਡ ਹੈ. ਅਸੀਂ ਗੁਰਪ੍ਰੀਤ ਜੀ ਮੇਰਾ ਸਵਾਲ ਲੈ ਲਿਓ. ਗੁਰਪ੍ਰੀਤ ਜੀ, ਗੱਲ ਇਹ ਹੈ ਕਿ ਜੋ ਪਹਿਲਾਂ ਚੱਲ ਰਿਹਾ ਸੀ ਉਹ ਠੀਕ ਨਹੀਂ ਸੀ, ਤੇ ਜਿਸ ਤਰੀਕੇ ਨਾਲ ਹੋ ਰਿਹਾ ਠੀਕ ਇਹ ਵੀ ਨਹੀਂ ਹੈ. ਕੀ ਇਹਦਾ ਵੇ ਆਊਟ ਕੀ ਹੋਣਾ ਚਾਹੀਦਾ, ਕਿਵੇਂ ਹੋਣਾ ਚਾਹੀਦਾ ਹੱਲ? ਸਿੱਧੀ ਗੱਲ ਹੈ. ਦੇਖੋ ਹੁਣ ਉੱਥੇ ਵੀ ਲੋਕਾਂ ਨੇ ਇਸ ਇਜਲਾਸ ਦੇ ਵਿੱਚ ਆਪਣੀ ਗੱਲਾਂ ਬਾਤਾਂ ਰੱਖੀਆਂ ਨੇ. ਇੱਕ ਮੇਰੇ ਵੀਰ ਨੇ ਕਿਹਾ ਕਿ ਜੀ ਦੇਖੋ ਪੀਟੀਸੀ ਨਾਲ ਸਾਰੇ ਬੰਦਿਆਂ ਨੂੰ ਸਖਤ ਨਫ਼ਰਤ ਹੈ. ਨਾਓ ਵੈਦਰ ਦੈਟ ਇਜ਼ ਬਿਕੋਜ਼ ਆਫ ਦੀ ਬਾਦਲ ਫੈਮਿਲੀ ਔਰ SAD ਔਰ ਐਜ਼ ਅ ਪਾਰਟੀ, ਆਈ ਡੂ ਨਾਟ ਨੋ, ਬਟ ਉਹਨਾਂ ਨੇ ਆ ਵੀ ਗੱਲ ਕੀਤੀ ਹੈ. ਦੂਜਿਆਂ ਨੇ ਵੀ ਬੀਬੀ ਕਿਰਨਜੋਤ ਕੌਰ ਨੇ ਵੀ ਕਿਹਾ ਕਿ ਕਹਿੰਦੇ ਕੋਈ ਇੱਕ ਪਾਰਟੀ ਜਾਂ ਇੱਕ ਚੈਨਲ ਦਾ ਕੋਈ ਹੱਕ ਨਹੀਂ ਹੈਗਾ ਕਿ ਤੁਸੀਂ ਇਹ ਕੰਮ ਕਰੋ. ਸੋ ਲੋਕਾਂ ਨੇ ਆਵਾਜ਼ਾਂ ਚੱਕਣੀਆਂ ਸ਼ੁਰੂ ਕਰ ਦਿੱਤੀਆਂ ਨੇ. ਤੁਸੀਂ ਆਪਾਂ ਦੇਖੋ, ਆਪਾਂ ਧਿਆਨ ਰੱਖੀਏ ਇਹ ਚਰਚਾ ਦੀ ਆ ਗਈ. ਦੇਖੋ ਇੱਕ ਚੀਜ਼ ਹੁੰਦੀ ਹੈ, ਜਦੋਂ ਪਹਿਲਾਂ ਪ੍ਰੋਬਲਮ ਹੁੰਦੀ ਹੈ ਨਾ, ਉਹਦੀ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹਦਾ ਹੱਲ ਵੀ ਨਿਕਲ ਆਉਂਦਾ ਹੈ. ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਗਰ ਜਿੱਦਾਂ ਆਪਣੇ ਕਹਿ ਰਹੇ ਨੇ ਐਡਵੋਕੇਟ ਸਾਹਿਬ ਕਿ ਵੀ ਲੋਕੀ ਜਿਹੜੇ ਪੰਜਾਬ ਦੇ ਨੇ ਜਾਗਰੂਕ ਹੋ ਗਏ ਨੇ, ਉਹਨਾਂ ਨੇ ਹੁਣ ਇਹਦੇ ਉੱਤੇ ਪੂਰਾ ਆਪਣਾ ਜਿਹੜਾ ਹੈਗਾ ਫੈਸਲਾ ਸੁਣਾਉਣਾ ਹੈਗਾ. ਤੇ ਮੇਰਾ ਹਿਸਾਬ ਹੈ ਕਿ ਵੀ ਉਹ ਜਸਤੇਜ ਜੀ ਅੱਜ ਜਸਤੇਜ ਆਪਣੇ ਹਲਕੇ ਦੇ SGPC ਮੈਂਬਰਾਂ ਕੋਲ ਜਾਣ ਤੇ ਉਹਨਾਂ ਨੂੰ ਕਹਿਣ ਕਿ ਵੀ ਤੁਸੀਂ ਇਸ ਚੀਜ਼ ਨੂੰ ਖਤਮ ਕਰੋ, ਕਿਉਂਕਿ ਅਸੀਂ ਇਸ ਚੀਜ਼ ਦੇ ਬਿਲਕੁਲ ਖਿਲਾਫ ਹਾਂ. ਤੇ ਉਹ ਲੋਕ ਜਾ ਕੇ ਪ੍ਰੈਸ਼ਰ ਪਾਉਂਦੇ ਜਿਹੜਾ ਸਿੰਗਲ ਪ੍ਰਸਾਰ ਹੋ ਰਿਹਾ ਉਹਦੇ ਉਲਟ ਲੋਕੀ ਆਵਾਜ਼ ਚੱਕਣ, ਆਪਣੇ SGPC ਮੈਂਬਰਾਂ ਕੋਲ ਜਾ ਕੇ ਦੱਸਣ. ਜਿਹੜਾ ਇੱਕ ਜਸਤੇਜ ਜੀ ਤਰੀਕਾ ਨਹੀਂ ਪਸੰਦ ਆ ਰਿਹਾ ਸਰਕਾਰ ਦਾ ਕਿਸੇ ਨੂੰ ਵੀ, ਮਤਲਬ ਮਸਲੇ ਦੇ ਨਾਲ ਤੁਹਾਡੇ ਸਾਰੇ ਖੜੇ ਆ, ਲੋਕ ਖੜੇ ਆ, ਮੈਂਬਰਾਂ ਖੜੇ ਆ, ਪਰ ਤਰੀਕਾ ਪਸੰਦ ਨਹੀਂ ਆ ਰਿਹਾ. ਮੈਂ ਚਾਹੁੰਦਾ ਕਿ ਇਸ ਮਾਧਿਅਮ ਦੇ ਜ਼ਰੀਏ ਜਾਂ ਇਸ ਡਿਬੇਟ ਦੇ ਜ਼ਰੀਏ ਤੁਸੀਂ ਜ਼ਰੂਰ ਆਪਣੀ ਪਾਰਟੀ ਦੇ ਨਾਲ ਗੁਫ਼ਤਗੂ ਕਰੋ, ਰਾਬਤਾ ਕਾਇਮ ਕਰੋ ਕਿ ਉਸ ਵਿਧੀ ਵਿਧਾਨ ਨੂੰ, ਤਰੀਕੇ ਨੂੰ ਕਾਈਂਡਲੀ ਜੇਕਰ ਫੋਲੋ ਕੀਤਾ ਜਾ ਸਕਦਾ ਹੈ. ਕਿਉਂਕਿ ਜੇਕਰ ਅਸੀਂ ਕਿਸੇ ਮੈਟਰ ਨੂੰ ਹੱਲ ਕਰਨਾ ਹੈ ਤੇ ਉਹਦੇ ਵਿੱਚ ਮੈਨੂੰ ਲੱਗਦਾ ਕਿਸੇ ਤਰੀਕੇ ਦਾ ਅੜੀਅਲ ਤਰੀਕਾ, ਰਵੱਈਆ ਤਾਂ ਹੋ ਹੀ ਨਹੀਂ ਸਕਦਾ ਨਾ ਅਪਣਾਉਣਾ, ਜਦੋਂ ਲੋਕ ਹੀ ਤੁਹਾਡੇ ਨਾਲ ਨੇ. ਅੱਜ ਬਹੁਤ ਸਾਰੇ ਮੈਂਬਰਾਂ ਨੇ ਵੀ ਇੱਥੋਂ ਤੱਕ ਗੱਲ ਕਹਿ ਗਏ ਆ ਕਿ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਨੇ ਉਹ ਵੀ ਤਾਂ ਲੋਕ ਸਿੱਖ ਹੋਣਗੇ, ਜਿਹੜੇ 92 ਵਿਧਾਇਕ ਚੁਣ ਕੇ ਭੇਜਿਆ ਉਹਨਾਂ ਦੇ ਵਿੱਚੋਂ ਵੀ ਲੋਕ ਪਿੰਡਾਂ ਤੋਂ ਹੋਣਗੇ, ਸਿੱਖ ਧਰਮ ਦੇ ਵਿੱਚ ਹੋਣਗੇ, ਗੁਰੂ ਨਾਨਕ ਨਾਮ ਲੇਵਾ ਸੰਗਤ ਹੋਏਗੀ. ਤੇ ਕਾਈਂਡਲੀ ਮੈਨੂੰ ਲੱਗਦਾ ਕਿ ਜੋ ਗੁਰਪ੍ਰੀਤ ਜੀ ਕਹਿ ਰਹੇ ਜਾਂ ਜੋ ਬਾਕੀ ਮੈਂਬਰਾਂ ਕਹਿ ਰਹੇ ਆ ਉਹਨਾਂ ਨੂੰ ਕਾਈਂਡਲੀ ਫੋਲੋ ਕਰ ਲੈਣਾ ਚਾਹੀਦਾ, ਠੀਕ ਹੋਵੇਗਾ ਸ਼ਾਇਦ. ਜਸਤੇਜ ਜੀ ਦੇਖੋ ਨਵਜੋਤ ਜੀ, ਪਹਿਲਾਂ ਜੇ ਕੋਸ਼ਿਸ਼ ਉਪਰਾਲਾ ਨਹੀਂ ਕੀਤਾ ਹੁੰਦਾ ਫਿਰ ਕੋਈ ਕੰਪਲੇਂਟ ਜਿਹੜੀ ਜਾਂ ਜੋ ਵੀ ਇਹ ਆਬਜੈਕਸ਼ਨ ਚੱਕ ਰਹੀ ਹੈ ਮੈਂ ਸਿਰ ਮੱਥੇ ਹੁੰਦੀ. ਪਰ ਜਦੋਂ ਇੱਕ ਪਾਸੇ ਆਪ ਅੱਜ ਪੂਰੇ ਦੇ ਪੂਰੇ ਇਜਲਾਸ ਦੇ ਵਿੱਚ ਜਿਹੜੇ ਗਿਆਨੀ ਹਰਜਿੰਦਰ ਸਿੰਘ ਧਾਮੀ ਜੀ ਨੇ, ਉਹਨਾਂ ਨੇ ਅੱਜ ਪੂਰੇ ਇਜਲਾਸ ਦੇ ਵਿੱਚ ਕੀ ਪਵਿੱਤਰ ਬਾਣੀ ਦੇ ਮੁਫਤ ਪ੍ਰਸਾਰਣ ਬਾਰੇ ਕੋਈ ਗੱਲ ਕੀਤੀ? ਐਂਡ ਇਹ ਗੱਲ ਮੈਂ ਮਤਲਬ ਅੱਜ ਮਾਨ ਸਾਹਿਬ ਨੇ ਵੀ ਨੋਟਿਸ ਕੀਤੀ, ਉਹਨਾਂ ਨੇ ਇਸ ਗੱਲ ਬਾਰੇ ਇੱਕ ਟਵੀਟ ਰਾਹੀਂ ਸਟੇਟਮੈਂਟ ਵੀ ਕੀਤੀ ਹੈ. ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਵੀ ਮੈਂ ਇੱਕ ਬਾਕੀ ਗੱਲਾਂ ਤੋਂ ਇਲਾਵਾ ਮੈਂ ਗੁਰਪ੍ਰੀਤ ਜੀ ਨੂੰ ਇੱਕ ਗੱਲ ਹੋਰ ਕਹੀ ਸੀ ਕਿ ਵੀ ਤੁਹਾਨੂੰ ਸਕੋਪ ਕਿੱਥੇ ਲੱਗਦਾ ਸੀਗਾ, ਕਿੱਥੇ ਸਕੋਪ ਲੱਗ ਰਿਹਾ ਸੀਗਾ ਦੇਖ ਕੇ ਕਿ ਵੀ ਜਦੋਂ ਕੋਈ ਗੱਲ ਮੰਨੀ ਨਹੀਂ ਜਾ ਰਹੀ, ਇੱਕ ਪਰਿਵਾਰ ਦਾ ਪੂਰਾ ਉਹਦੇ ਉੱਪਰ ਕਬਜ਼ਾ ਹੈਗਾ, ਪੂਰੇ ਦੇ ਪੂਰੀ ਸਟੇਟਮੈਂਟ ਜਿਹੜੀ ਇਸ਼ੂ ਹੋ ਰਹੀ ਹੈ, ਰੈਜ਼ੋਲੂਸ਼ਨ ਪਾਸ ਹੋ ਰਿਹਾ, ਕੱਲ ਅਕਾਲੀ ਦਲ ਦੇ ਆਫਿਸ ਦੇ ਵਿੱਚ ਉਹਨਾਂ ਦੀ ਮੀਟਿੰਗ ਹੋ ਰਹੀ ਹੈ, ਤੁਸੀਂ ਫਿਰ ਵੀ ਉਸ ਤੋਂ ਬਾਵਜੂਦ ਇਹ ਗੱਲ ਕਿਵੇਂ ਸੋਚ ਸਕਦੇ ਹੋ ਗੁਰਪ੍ਰੀਤ ਜੀ ਕਿ ਇਹਦੇ ਚ ਕੋਈ ਵੀ ਕੰਸਲਟੇਸ਼ਨ ਦਾ ਕੋਈ ਰੂਮ
ਵਾਸ देयर एनी रूम फॉर इट? ਜਦੋਂ ਪਹਿਲਾਂ ਇੱਕ ਵਾਰੀ ਸਰਕਾਰ ਸਰਿਆਂ ਕਹਿ ਚੁੱਕੀ, then ਫਿਰ see the point is again ਤੁਸੀਂ ਮੇਰੀ ਗੱਲ ਨਹੀਂ ਸਮਝ ਰਹੇ ਜਤੇਜ ਜੀ। ਮੈਂ ਤਾਂ ਕਹਿ ਰਿਹਾ ਕਿ ਭਾਈ ਮੇਰੇ ਕਿ ਵੀ ਅਸੀਂ ਵੀ ਦੇਖੋ ਅਸੀਂ ਧੀਰਜ ਰੱਖਿਆ, ਅਸੀਂ 1.5 ਸਾਲ ਤੋਂ ਅਸੀਂ ਇਹਦੇ ਪਿੱਛੇ ਪਏ ਹੋਏ ਆ। ਅਸੀਂ ਪਿਛਲੇ ਸਤੰਬਰ ਤੋਂ ਜਿਹੜੀ ਆਪਣੀ ਕ੍ਰਿਸਚਨ ਵਾਲੀ ਗੱਲ ਸੀਗੀ ਉਹਦੇ ਪਿੱਛੇ ਪਏ ਹੋਏ ਆ। ਅਸੀਂ ਬਾਰ-ਬਾਰ ਅਸੀਂ ਉਹਦੇ ਪਿੱਛੇ ਪਏ ਜਾ ਰਹੇ ਆ, ਪਰ ਉਹਦੇ ਨਾਲ ਅਸੀਂ ਇਹ ਚੀਜ਼ ਜਾਰੀ ਰੱਖੀ ਹੈ। ਪਰ ਇਹ ਨਹੀਂ ਕਿ ਅਸੀਂ ਕਹਿ ਦਈਏ ਕਿ ਵੀ ਅੱਜ ਨਹੀਂ ਆਪਾਂ ਜੀ ਸਾਡਾ 1.5 ਸਾਲ ਹੋ ਗਿਆ ਜੀ, ਹੁਣ ਅਸੀਂ ਦੂਜਾ ਤਰੀਕਾ ਵਰਤਾਂਗੇ ਜੀ ਦੇਖੀ ਜੀ, ਤੇ ਉਹ ਵੀ ਤਰੀਕਾ ਦੇਖ ਰਿਹਾ ਹੋਇਆ ਕਿ ਉਹ ਤਰੀਕਾ ਬਾਕੀ ਉਹ ਅਗਾਂਹ ਨੂੰ ਜਾ ਕੇ ਸਾਨੂੰ ਕੋਈ ਹਾਨੀਕਾਰਕ ਚੀਜ਼ ਨਾ ਦੇ ਦੇਵੇ। ਮੈਂ ਤੁਹਾਨੂੰ ਇਹ ਗੱਲ ਦੱਸਾਂ, ਅਸੀਂ ਅੱਜ ਸਿੱਖ ਜਗਤ ਜਿਹੜਾ ਹੈਗਾ, ਅਸੀਂ ਕੇਂਦਰੀ ਸਿੰਘ ਸਭਾ ਤੋਂ ਅਸੀਂ ਅੱਜ ਤੁਸੀਂ ਸਾਰੇ ਸਾਹਿਬ ਜਾਣਦੇ ਹੋ, ਅਸੀਂ ਉੱਥੇ ਦੋਹਰਾ ਪੜ੍ਹਦੇ ਹਾਂ। ਦੋਹਰਾ ਗਿਆਨੀ ਗਿਆਨ ਸਿੰਘ ਨੇ ਜਦੋਂ ਅਸੀਂ ਗੁਰਦੁਆਰੇ ਛਡਾਏ ਸੀਗੇ, ਸਿੰਘ ਸਭਾ ਦੇ ਮੂਵਮੈਂਟ ਤੇ ਸੀਗਾ ਨਾ ਜੀ, ਜਦੋਂ ਗੁਰਦੁਆਰੇ ਛਡਾਏ ਸੀਗੇ ਅਸੀਂ ਉੱਥੇ ਗਿਆਨੀ ਗਿਆਨ ਸਿੰਘ ਦਾ ਦੋਹਰਾ ਜਿਹੜਾ ਸੀਗਾ ਉਹ ਉਹਦੇ ਵਿੱਚ ਆ ਗਿਆ ਜੀ, ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇ। ਠੀਕ ਹੈ ਨਾ, ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਦੀ ਇਹੀ ਬੰਦੋਂ ਅਸੀਂ ਦੋਹਰਾ ਪੜ੍ਹਦੇ ਹਾਂ। ਜਦ ਗਿਆਨੀ ਪ੍ਰਹਲਾਦ ਸਿੰਘ ਦਾ ਦੋਹਰਾ ਜਿਹੜਾ ਪਹਿਲਾ ਪ੍ਰਚਲਿਤ ਸੀਗਾ ਉਹ ਸੀਗਾ ਗੁਰ ਖਾਲਸਾ ਦੀ ਬਾਣੀ ਪ੍ਰਗਟ ਗੁਰਾਂ ਕੀ ਦੇ। ਖਾਲਸੇ ਦੀ ਗੱਲ ਦੇਖੋ, ਹੁਣ ਅਸੀਂ ਉਸ ਟਾਈਮ ਕਿਉਂਕਿ ਉੱਥੇ ਮੂਰਤੀਆਂ ਆ ਗਈਆਂ ਸੀਗੀਆਂ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਦੇਹੀ ਰੂਪ ਦੇ ਵਿੱਚ ਪੇਸ਼ ਕਰਤਾ। ਇਟ ਵਾਸ ਅ ਸ਼ਾਰਟ ਟਰਮ ਗੇਨ ਫॉर ਅ ਲੌਂਗ ਟਰਮ ਲਾਸ। ਅੱਜ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਜਗਤ ਜਿਹੜਾ ਹੈਗਾ ਸਿਰਫ ਦੇਹੀ ਰੂਪ ਦੇ ਵਿੱਚ ਨਾ ਕਿ ਸ਼ਬਦ ਪੂਜ ਰਿਹਾ। ਠੀਕ ਹੈ ਨਾ, ਇਹ ਜਿਹੜੀ ਗੱਲਾਂ ਨੇ ਨਾ, ਸੋ ਸ਼ਾਰਟ ਟਰਮ ਗੇਨ ਫॉर ਲੌਂਗ ਟਰਮ ਲਾਸ ਅਸੀਂ ਉਹ ਅਵੋਇਡ ਕਰਨਾ ਚਾਹੁੰਦੇ ਹਾਂ। ਠੀਕ ਹੈ। ਬਲਜੀਤ ਸਿੰਘ ਦਾਦੂਵਾਲ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਾਹਿਬ ਜੁੜੇ, ਇੱਕ ਵਾਰੀ ਉਹਨਾਂ ਦਾ ਪੱਖ ਵੀ ਜਾਣ ਲੈਂਦੇ ਆ। ਦਾਦੂਵਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਚਰਚਾ ਚੱਲ ਰਹੀ ਹੈ ਅੱਜ ਸੱਦੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ ਦੇ ਮੰਤਵ ਮਕਸਦ ਬਾਬਤ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਹ ਇਜਲਾਸ ਜਿਸ ਚੀਜ਼ ਨੂੰ ਲੈ ਕੇ ਸੱਦਿਆ ਗਿਆ ਸੀ ਉਸ ਤੋਂ ਸ਼ਾਇਦ ਉਹ ਭਟਕ ਗਏ ਆ। ਸਰਕਾਰ ਦੀ ਜਿਹੜੀ ਇੱਛਾ ਸ਼ਕਤੀ ਹੈ ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ, ਉਸ ਤੋਂ ਫਿਰ ਤੋਂ ਧਿਆਨ ਭਟਕਾਉਣ ਦੀ ਗੱਲ ਹੋ ਰਹੀ ਹੈ। ਕਿਵੇਂ ਦੇਖਦੇ ਸਮਝਦੇ ਹੋ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਆ ਧਾਲੀਵਾਲ ਸਾਹਿਬ ਕਿ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਦਰਵਾਜ਼ੇ ਖੁਦ ਖੋਲੇ ਆ ਜੀ। ਸਰਕਾਰਾਂ ਦੇ ਦਖਲ ਦਾ ਧਾਰਮਿਕ ਮਾਮਲਿਆਂ 'ਚ ਇਤਰਾਜ਼ ਆ ਜੀ, ਪਰ ਇਹ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਪਊਗਾ ਕਿ ਮੋਰੀਆਂ ਇਹ ਦਰਵਾਜ਼ੇ ਖੋਲੇ ਕਿਹਨੇ ਆ, ਦਖਲ ਸ਼ੁਰੂ ਕਦੋਂ ਤੋਂ ਹੋਇਆ ਵਾ ਜੀ। ਅੱਜ ਵੀ ਜੇਕਰ ਉਸ ਦਖਲ ਨੂੰ ਤੁਸੀਂ ਬੰਦ ਕੀਤਾ ਹੁੰਦਾ ਤੇ ਅੱਜ ਸਾਡੇ ਸਾਹਮਣੇ ਇਹ ਗੱਲਾਂ ਨਾ ਆਉਂਦੀਆਂ। ਮੈਂ ਪਹਿਲਾਂ ਇੱਕ ਮੁਹਾਵਰਾ ਵਰਤ ਕੇ ਹਟਿਆ ਕਿ ਕੀਤੀਆਂ ਦੁੱਲੇ ਦੀਆਂ ਪੇਸ ਲੱਧੀ ਦੇ ਆਈਆਂ ਜੀ। ਇਹ ਜਿਹੜੀ ਕੌਮ ਦੇ ਪੇਸ, ਕੌਮੀ ਸੰਸਥਾਵਾਂ ਦੇ ਪੇਸ ਮੁਸ਼ਕਲਾਂ ਆ ਰਹੀਆਂ ਨੇ, ਇਹ ਜਿਨ੍ਹਾਂ ਦੇ ਵੱਲੋਂ ਸ਼ੁਰੂ ਕੀਤੀਆਂ ਗਈਆਂ। ਜਿੰਨਾ ਚਿਰ ਅਸੀਂ ਉਹਨਾਂ ਨੂੰ ਸਾਈਡ ਲਾਈਨ ਨਹੀਂ ਕਰਦੇ, ਨਾ ਸਾਡੀਆਂ ਸੰਸਥਾਵਾਂ ਬਚ ਸਕਣ, ਨਾ ਕੌਮ ਦਾ ਨੁਕਸਾਨ ਬਚ ਸਕੇ। ਅੱਜ ਵੀ ਉੱਥੇ ਖੜੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਸਰਮੌਰ ਸੰਸਥਾ ਵਾ, ਸ਼੍ਰੋਮਣੀ ਅਕਾਲੀ ਦਲ ਸਰਮੌਰ ਸੰਸਥਾ ਵਾ। ਜੇ ਉਸ ਪਰਛਾਵੇਂ ਨੂੰ ਪਾਸੇ ਕਰ ਦੇਵੇ, ਅੱਜ ਐਲਾਨ ਕਰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇ ਪੀਟੀਸੀ ਪਾਸੇ ਜੀ, ਉਹ ਪਰਿਵਾਰ ਦੀ ਦਖਲਅੰਦਾਜ਼ੀ ਪਾਸੇ, ਸਭ ਤੋਂ ਪਹਿਲਾਂ ਬਲਜੀਤ ਸਿੰਘ ਦਾਦੂਵਾਲ ਡਾਂਗ ਲੈ ਕੇ ਆ ਕੇ ਉੱਥੇ ਦਰਵਾਜ਼ੇ ਤੇ ਐਸਜੀਪੀਸੀ ਦੇ ਖੜਾ ਹੋਊਗਾ ਵੀ ਕਿਹੜੀ ਸਰਕਾਰ ਦੀ ਜ਼ਰੂਰਤ ਹੈ ਜਿਹੜੀ ਐਸਜੀਪੀਸੀ ਵੱਲ ਨੂੰ ਦੇਖ ਲੈ, ਧਾਰਮਿਕ ਮਸਲਿਆਂ 'ਚ ਦੇਖ ਲੈ। ਸਭ ਤੋਂ ਪਹਿਲਾਂ ਅਸੀਂ ਹਮਾਇਤ ਵਿੱਚ ਆ ਕੇ ਖੜੇ ਹੋਵਾਂਗੇ, ਪੂਰੀ ਕੌਮ ਖੜੀ ਹੋਊਗੀ ਜੀ। ਪਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਰਪੱਖਤਾ ਨਾਲ ਨਹੀਂ ਚੱਲਦੀ, ਅੱਜ ਵੀ ਇਜਲਾਸ 'ਚ ਕੀ ਹੋਇਆ ਤੁਸੀਂ ਦੇਖੋ, ਤੁਹਾਡੇ ਸਾਹਮਣੇ ਆ ਜੀ। ਜਿਹੜੇ ਮੈਂਬਰਾਂ ਨੇ ਸਲਾਹਾਂ ਦਿੱਤੀਆਂ ਨੇ, ਉਹਨਾਂ ਸਲਾਹਾਂ ਦੀ ਕਹਿੰਦੇ ਅਸੀਂ ਕਦਰ ਕਰਦੇ ਆ, ਕਹਿੰਦੇ ਅਸੀਂ ਕਦਰ ਕਰਦੇ ਆ। ਇਹ ਕੌਮੀ ਭਾਵਨਾਵਾਂ ਨੇ, ਕੌਮੀ ਜਜ਼ਬਾਤ ਨੇ, ਪਰ ਸਿਰਫ ਕਦਰ ਕਰਨ ਦਾ ਮਤਲਬ ਕਹਿਣਾ ਹੀ ਹੁੰਦਾ ਵਾ। ਕਦਰ ਕਰੋ ਇਹਨਾਂ ਕੌਮੀ ਭਾਵਨਾਵਾਂ, ਇਹਨਾਂ ਜਜ਼ਬਾਤਾਂ ਨੂੰ ਸੰਭਾਲੋ, ਇਹਨਾਂ ਨੂੰ ਜਿਹੜਾ ਹੈਗਾ ਵਾ ਜੋ ਕੁਛ ਇਹ ਕਿਹਾ ਜਾ ਰਿਹਾ ਇਹਨੂੰ ਇੰਪਲੀਮੈਂਟ ਕਰੋ, ਸਾਰਾ ਕੁਛ ਹੋ ਜਾਊਗਾ, ਕੋਈ ਸਰਕਾਰ ਨਹੀਂ ਖੜੂ। ਫਿਰ ਸਾਡੇ ਜਦੋਂ ਅਸੀਂ ਮੌਕਾ ਦਿੱਤਾ ਵਾ, ਦੇਖੋ ਮੁੱਖ ਮੰਤਰੀ ਕਤਾਰਾਂ ਤੇ ਜਾਂ ਕੇਸਾਂ ਦੇ ਉੱਤੇ ਕਮੈਂਟ ਕਰੇ, ਕੌਮ ਦਾ ਕੋਈ ਵੀ ਨੁਮਾਇੰਦਾ, ਕੌਮ ਦਾ ਕੋਈ ਵੀ ਸਿੱਖ ਜਿਹੜਾ ਹੈਗਾ ਉਹ ਇਸ ਨੂੰ ਬਰਦਾਸ਼ਤ ਨਹੀਂ ਕਰਦਾ, ਖਿਲਾਫ ਆ।
ਕੋਈ ਵੀ ਗੁਰਬਾਣੀ ਦੀਆਂ ਪੰਕਤੀਆਂ ਵਰਤੇ ਜਿਹਦਾ ਮਕਸਦ ਵੀ ਨਾ ਰਲਦਾ ਹੋਵੇ ਜਾਂ ਸੁੱਧ ਵੀ ਨਾ ਚਾਰੀਆਂ ਜਾਣ, ਅਸੀਂ ਬਿਲਕੁਲ ਉਹਨੂੰ ਕੰਡੈਮ ਕਰਦੇ ਹਾਂ। ਪਰ ਅਸੀਂ ਮੌਕਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ, ਕਹੋ ਕਿ ਪੰਥ ਦੀ ਪਾਰਟੀ ਰਹਿੰਦੇ ਆ, ਪੰਥ ਦੀ ਪਾਰਟੀ ਨੂੰ ਤੁਸੀਂ ਪ੍ਰਤੀਨਿਧ ਹੋ, ਤੁਸੀਂ ਹੋਲੀ ਵਾਲੇ ਦਿਨ ਨਾ ਤੁਹਾਡਾ ਕੰਘਾ ਦਿਸਦਾ, ਨਾ ਕਿਰਪਾਨ ਦਿਸਦੀ ਆ, ਨਾ ਸਿਰ ਤੇ ਦਸਤਾਰ ਆ, ਤੁਸੀਂ ਰੰਗ ਦੇ ਨਾਲ ਆਪਣੇ ਦਾੜੀ ਰੰਗੀ ਆ, ਕੇਸ ਰੰਗੇ ਆ ਜੀ, ਤੇ ਉਹਨਾਂ ਨੂੰ ਤਾਂ ਮੌਕਾ ਮਿਲੇਗਾ ਕਹਿਣ ਦਾ। ਸਾਨੂੰ ਆਪਣੀ ਪੀੜ੍ਹੀ ਥੱਲੇ ਸੋਟੀ ਮਾਰਨੀ ਪਵੇਗੀ। ਜੇ ਅਸੀਂ ਪੀੜ੍ਹੀ ਥੱਲੇ ਸੋਟੀ ਮਾਰ ਲਈਏ ਤਾਂ ਸਾਰੇ ਨਾਲ ਆ ਜਾਣਗੇ। ਜੇ ਅਸੀਂ ਇਹ ਜਿਹੜੀਆਂ ਖੁਦ ਅਸੀਂ ਆਪਣੀਆਂ ਪ੍ਰੋਬਲਮਾਂ ਸਹੇੜੀਆਂ ਨੇ, ਮੁਸ਼ਕਲਾਂ ਪੈਦਾ ਕੀਤੀਆਂ ਨੇ, ਕੁਰੀਤੀਆਂ ਕੀਤੀਆਂ ਨੇ, ਉਹਨਾਂ ਤੋਂ ਤੌਬਾ ਕਰ ਲਈਏ ਤੇ ਅੱਜ ਵੀ ਅਸੀਂ ਉਹਨਾਂ ਨੂੰ ਹੀ ਕਰੀ ਜਾ ਰਹੇ ਹਾਂ, ਅੱਜ ਵੀ ਉਹੀ ਰਿਪੀਟ ਕਰੀ ਜਾ ਰਹੇ ਹਾਂ, ਭਾਵੇਂ ਉਹ ਸੱਤਾ 'ਚ ਹੈ ਜਾਂ ਨਹੀਂ, ਅੱਜ ਸਰਕਾਰ 'ਚ ਨਹੀਂ ਵੀ ਹੈ ਤਾਂ ਵੀ ਅੱਜ ਸ਼੍ਰੋਮਣੀ ਕਮੇਟੀ ਜੇਕਰ ਨਿਰਪੱਖ ਫੈਸਲਾ ਲੈ ਲਵੇ, ਸਾਰੀ ਕੌਮ ਆਜੂ। ਕੋਈ ਸਰਕਾਰ ਦਖਲਅੰਦਾਜ਼ੀ ਸਾਡੇ ਪੰਥਕ ਮਸਲਿਆਂ 'ਚ, ਧਾਰਮਿਕ ਮਸਲਿਆਂ 'ਚ ਨਹੀਂ ਕਰੂ। ਜਦੋਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਤਾਂ ਛੱਡਣਾ ਹੀ ਨਹੀਂ ਜੀ, ਰਹੂਗਾ ਜੀ, PTC ਕੋਲੇ ਰਹੂਗਾ, ਬਾਦਲ ਪਰਿਵਾਰ ਕੋਲੇ ਹੀ ਰਹੂਗਾ, ਅਸੀਂ ਤਾਂ ਟੈਂਡਰ ਕਰਨਾ ਜੀ। ਫਿਰ ਸਾਰੀ ਦੁਨੀਆ ਨੂੰ ਪਤਾ ਵੀ ਘੁੰਮ ਘੁਮਾ ਕੇ ਟੈਂਡਰ ਫਿਰ ਉਸੇ ਪਰਿਵਾਰ ਕੋਲੇ ਆ ਜਾਣਾ, ਘੁੰਮ ਘੁਮਾ ਕੇ ਫਿਰ ਜਿਹੜਾ ਹੈਗਾ ਪ੍ਰਸਾਰਨ ਉਹਨਾਂ ਕੋਲੇ ਆ ਜਾਣਾ। ਜਦੋਂ ਅਸੀਂ ਸਮਝੌਤਾ ਕਰਨ ਲਈ ਤਿਆਰ ਨਹੀਂ ਆ, ਜੇ ਉਹੀ ਆਗੂ ਜਿਹੜੇ ਸਾਰਾ ਕੁਝ ਕਰ ਰਹੇ ਆ ਉਹੀ ਤੋਬਾ ਕਰ ਲੈਣ ਕਿ ਜਿੰਨਾ ਨਹਾਤੀ ਉਹਨਾਂ ਪੁੰਨ, ਜਿੰਨਾ ਨਾਵਾ ਇਕੱਠਾ ਕਰ ਲਿਆ, ਜਾਂ ਜੇ ਉਹ ਸੇਵਾ ਕਹਿੰਦੇ ਚੱਲ ਜਿੰਨੀ ਸੇਵਾ ਕਰ ਲਈ। ਹੁਣ ਜੇ ਪੰਥ ਜਾਂ ਕੌਮ ਪ੍ਰਵਾਨ ਨਹੀਂ ਕਰਦਾ ਤਾਂ ਮੇਰੀ ਭਾਈ PTC ਅਸੀਂ ਨਹੀਂ ਟੈਲੀਕਾਸਟ ਕਰਾਂਗੇ, ਅਸੀਂ ਨਹੀਂ ਪ੍ਰਸਾਰਨ ਕਰਾਂਗੇ, ਜਿਹਦੇ ਤੋਂ ਮਰਜ਼ੀ ਤੁਸੀਂ ਕਰਵਾ ਲਵੋ। ਜੇ ਕੋਈ ਨਹੀਂ ਕਰੂਗਾ ਫਿਰ ਅਸੀਂ ਕਰ ਲਾਂਗੇ ਜੀ। ਠੀਕ ਹੈ ਨਾ। ਤੇ ਜਦੋਂ ਇਹ ਸਾਰਾ ਕੁਝ, ਤੇ ਤਾਂ ਹੀ ਹੁਣ ਸਰਕਾਰ ਨੂੰ ਕਹਿਣ ਦਾ ਮੌਕਾ ਦਿੱਤਾ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਐਲਾਨ ਕਰ ਦੇ ਕਿ PTC ਤੋਂ ਨਹੀਂ ਹੋਊਗਾ, ਅਸੀਂ ਸਰਕਾਰ ਨੂੰ ਕਹਾਂਗੇ ਕਿ ਤੁਸੀਂ ਜਿਹੜਾ ਐਕਟ ਬਣਾਇਆ ਇਹਨੂੰ ਰੱਦ ਕਰ ਦਿਓ। ਅਸੀਂ ਸਰਕਾਰ ਨੂੰ ਕਹਾਂਗੇ ਤੇ ਸਰਕਾਰ ਨੂੰ ਵੀ ਚਾਹੀਦਾ, ਜੇ ਅੱਜ ਸ਼੍ਰੋਮਣੀ ਕਮੇਟੀ ਆਪਾਂ ਨੂੰ ਇਤਰਾਜ਼ ਇਹੀ ਆ ਕਿ ਇੱਕ ਚੈਨਲ ਤੇ ਇੱਕ ਪਰਿਵਾਰ ਇਹਨੂੰ ਕਰ ਰਿਹਾ, ਸਾਨੂੰ ਇਤਰਾਜ਼ ਇਹ ਆ। ਤੇ ਜੇਕਰ ਉਹ ਇਸ ਗੱਲ ਦਾ ਫੈਸਲਾ ਕਰ ਲੈਂਦੇ ਤੇ ਅਸੀਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੀ ਐਕਟ ਰੱਦ। ਕਹਿਣ ਤੋਂ ਭਾਵ ਤੁਹਾਡਾ ਦਾਦੂਵਾਲ ਸਾਹਿਬ ਕਿ ਜੇ ਇੱਕ ਸਰਕਾਰ ਧਾਰਮਿਕ ਮਾਮਲਿਆਂ 'ਚ ਦਖਲ ਨਹੀਂ ਦੇ ਸਕਦੀ ਤਾਂ ਇੱਕ ਪਰਿਵਾਰ ਵੀ ਦਖਲ ਦੇ ਕੇ ਢਾਲ ਬਣਾ ਕੇ ਵਰਤ ਨਹੀਂ ਸਕਦਾ। ਬਿਲਕੁਲ ਸਪਸ਼ਟ ਹੈ, ਇਹਦਾ ਮੇਨ ਜਿਹੜਾ ਤੁਸੀਂ ਅਰਥ ਕੱਢ ਲਿਆ ਬਸ ਆਹੀ ਬਣਦਾ। ਠੀਕ ਹੈ ਦਾਦੂਵਾਲ ਸਾਹਿਬ, ਸਮਾਂ ਕੱਢਿਆ, ਗੱਲਬਾਤ ਕੀਤੀ, ਤੁਹਾਡਾ ਬਹੁਤ ਸ਼ੁਕਰੀਆ। ਔਰ ਇਹ ਚਰਚਾ ਜਿਹੜੀ ਹੈ ਸਾਡੀ ਇਹ ਨਿਰੰਤਰ ਜਾਰੀ ਰਹੇਗੀ। ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਜਸਤੇਜ ਅਰੋੜਾ ਜੀ ਬਣੇ ਹੋਏ ਸੀ, ਉਹਨਾਂ ਦਾ ਵੀ ਬਹੁਤ ਧੰਨਵਾਦ। ਗੁਰਪ੍ਰੀਤ ਜੀ, ਸਿੱਖ ਬੁੱਧੀਜੀਵੀ ਚਿੰਤਕ, ਤੁਹਾਡਾ ਵੀ ਬਹੁਤ ਧੰਨਵਾਦ। ਚਰਚਾ ਨੂੰ ਜਾਰੀ ਰੱਖਾਂਗੇ। ਮੈਂਬਰਾਂ ਨੇ ਇਸ ਇਜਲਾਸ ਦੇ ਦੌਰਾਨ ਕਿਹੜੇ ਅਹਿਮ ਜਿਹੜੇ ਆ ਉਹ ਬੋਲੇ, ਇੱਕ ਵਾਰੀ ਉਹਨਾਂ ਤੋਂ ਸੁਣਦੇ ਆ। PTC ਚੈਨਲ ਬਾਦਲਾਂ ਦਾ, ਅਸੀਂ ਤਾਂ ਬਾਦਲਾਂ ਦਾ ਚੈਨਲ ਬੰਦ ਕਰਾਉਂਦੇ ਆ, ਇੱਕੋ ਹੀ ਹੈ ਨਾ। ਤੇ ਬਦਕਿਸਮਤੀ ਕਹਿ ਲੋ, ਪਤਾ ਨਹੀਂ ਚੰਗਾ ਜਾਤੀ ਦਾ ਸਾਡੀ ਕਸੂਰ ਆ, ਲੋਕ PTC ਦਾ ਨਾਂ ਸੁਣਨ ਨੂੰ ਤਿਆਰ ਨਹੀਂ। PTC ਚੈਨਲ ਦੇ ਲੋਕ ਖਿਲਾਫ ਆ। ਜਿਹੜਾ ਦਰਬਾਰ ਸਾਹਿਬ ਤੋਂ ਕੀਰਤਨ ਹੈ ਉਹ ਨਾ ਕਿਸੇ ਵਿਅਕਤੀ ਦੀ ਮਲਕੀਅਤ ਹੈ, ਨਾ ਕਿਸੇ ਸਰਕਾਰ ਦੀ ਮਲਕੀਅਤ ਹੈ। ਦਰਬਾਰ ਸਾਹਿਬ ਦਾ ਕੀਰਤਨ ਦਰਬਾਰ ਸਾਹਿਬ ਦੀ ਮਲਕੀਅਤ ਹੈ ਔਰ ਇਹਦੇ ਵਾਸਤੇ ਇੱਕ YouTube ਚੈਨਲ ਤੁਰੰਤ ਬਣਾਉਣਾ ਚਾਹੀਦਾ ਹੈ ਤਾਂ ਕਿ ਜਿੰਨੀਆਂ ਵੀ ਜ਼ੁਬਾਨਾਂ ਇਸ ਮੁੱਦੇ ਦੇ ਉੱਪਰ ਸਾਡੇ ਖਿਲਾਫ ਖੁੱਲੀਆਂ ਉਹ ਸਾਰੀਆਂ ਬੰਦ ਹੋਣ। ਸਿੱਖਾਂ ਦੀ ਐਡੀ ਵੱਡੀ ਸ਼ਕਤੀ ਤੇ ਤੁਹਾਨੂੰ ਮੈਨੂੰ ਨਹੀਂ ਲੱਗਦਾ ਪਹਿਲਾਂ ਤਾਂ ਕਿ ਲੋੜ ਹੀ ਪਵੇ, ਤੇ ਜੇ ਪੈ ਵੀ ਜਾਵੇ ਇੱਕ ਵਾਰੀ ਆਵਾਜ਼ ਸਿੱਖਾਂ ਨੂੰ ਮਾਰੋ। ਇੱਕ ਚੈਨਲ ਕਾ ਕੀ ਸਿੱਖ ਤਾਂ 10 ਇੱਥੋਂ ਚਲਾ ਸਕਦੇ ਨੇ, ਇੰਨੀ ਸਮਰੱਥਾ ਸਿੱਖ ਕੌਮ ਰੱਖਦੀ ਆ। ਜੇ ਕਿਤੇ ਲੱਤ ਤੇ ਨਸੂਰ ਹੋ ਜਾਵੇ, ਲੱਤ ਨਹੀਂ ਵੱਢੀ ਜਾਂਦੀ, ਉਸ ਨਸੂਰ ਦਾ ਇਲਾਜ ਕੀਤਾ ਜਾਂਦਾ। ਸਿੱਖ ਜਗਤ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਦੇ ਵਕਾਰ ਨੂੰ ਜ਼ਬਰਦਸਤ ਢਾਲ ਦਿੱਤੀ ਹੈ, ਪਰ ਅਸੀਂ ਬਹੁਤੇ ਚੁੱਪਚਾਪ ਬੈਠ ਕੇ ਹੁਕਮ ਮੰਨਦੇ ਰਹੇ ਤੇ ਪੰਜ ਪ੍ਰਧਾਨੀ ਦਾ ਸਿਧਾਂਤ ਛੱਡ ਕੇ ਕੇਵਲ ਤੇ ਕੇਵਲ ਲਿਫਾਫਾ ਕਲਚਰ ਨੂੰ ਜਨਮ ਦੇ ਕੇ ਸਿੱਖ ਮਰਿਆਦਾ ਲਈ ਵੱਡੀ ਸੱਟ ਮਾਰੀ ਹੈ। ਤੇ ਤੂੰ ਉਹ ਮਰਿਆਦਾ ਸਾਨੂੰ ਉੱਥੇ ਦੱਸਣ ਦੇ ਅਸੈਂਬਲੀ ਦੇ ਵਿੱਚ। ਸੋ ਇਹਨਾਂ ਦਾ ਮੂੰਹ ਵੀ ਇਸ ਗੱਲ ਤੋਂ ਭੁੱਲਣਾ ਚਾਹੀਦਾ ਬਈ ਇੱਕ ਬੇਗੁਰੇ ਬੇਹੁਰਮਤੇ ਉਹ ਆ ਕੇ ਸਾਨੂੰ ਆਪਣੀਆਂ ਸਟੇਜਾਂ ਤੇ ਆ ਕੇ ਸਾਨੂੰ ਸਿੱਖਿਆ ਦੇਣ, ਉਹ ਵੀ ਉਸ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ। ਸਾਨੂੰ ਕਿਹਾ ਜਾਂਦਾ, ਉਹ ਟਵੀਟ ਕੀਤਾ ਗਿਆ ਵੀ ਮਾਡਰਨ ਮਸੰਦ, ਤੇ ਮਾਡਰਨ ਮਸੰਦ ਕੌਣ ਆ?
ਜਿਹੜੇ ਗੁਰੂ ਤੋਂ ਬੇਮੁਖ ਆ। ਇਹ ਤਾਂ ਕਹਿਣ ਨਾਲ ਤਾਂ ਨਹੀਂ ਨਾ ਡੈਫੀਨੇਸ਼ਨ ਬਦਲ ਜਾਣੀ। ਕਈ ਮੇਰੇ 'ਚ ਘਾਟਾਂ ਵੀ ਹੋਣਗੀਆਂ, ਕਈ ਮੈਂਬਰ ਮੇਰੇ ਨਾਲ ਰੁੱਸ ਵੀ ਜਾਂਦੇ ਆ ਤੇ ਕਈ ਮੇਰੇ ਨਾਲ ਲੜਦੇ ਵੀ ਆ, ਪਰ ਲੜੋ ਵੀ ਰੁੱਸੋ ਵੀ। ਜਿਵੇਂ ਉੱਥੇ ਨਰਾਦਰ ਕੀਤਾ ਗਿਆ, ਸਭ ਤੋਂ ਵੱਡਾ ਨਰਾਦਰ ਗੁਰੂ ਦੀ ਜਿਹੜੀ ਸਾਬਤ ਸੂਰਤ ਦੀ ਸਾਨੂੰ ਬਖਸ਼ਿਸ਼ ਕੀਤੀ ਸੀ ਵੀ ਐਂ ਕਰ ਲੈਂਦੇ, ਮੈਨੂੰ ਤਾਂ ਐਕਟਿੰਗ ਵੀ ਨਹੀਂ ਕਰਨੀ ਆਉਂਦੀ, ਤੇ ਉਹ ਚੁੱਪ ਕਰਕੇ ਸੁਣ ਰਿਹਾ। ਤੇ ਕਿੱਥੇ ਦੱਸੋ ਮਰਿਆਦਾ ਭੰਗ ਹੋਈ? ਕਦੇ ਵੀ ਦੱਸੋ ਤੁਸੀਂ? ਸਾਰੇ ਆਪਾਂ ਇੱਕੋ ਪਰਿਵਾਰ 'ਚ ਬੈਠੇ ਆ। ਕਿਆ ਐਸਜੀਪੀਸੀ ਦਾ ਕੰਮ ਹੁਣ ਇਹੀ ਰਹਿ ਗਿਆ ਕਿ ਇੱਕ ਪ੍ਰਾਈਵੇਟ ਚੈਨਲ ਨੂੰ ਕਿਸ ਤਰੀਕੇ ਨਾਲ ਬਚਾਉਣਾ ਹੈ, ਜਿਹੜਾ ਕਿ ਮੋਨੋਪੋਲੀ ਸਮਝਦਾ ਗੁਰਬਾਣੀ ਦੇ, ਸਰਬਸਾਂਝੀ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਤੇ। ਔਰ ਤੁਸੀਂ ਤੇ ਵੈਸੇ ਵੀ ਇੱਕ ਪਰਿਵਾਰ ਦੀ ਕਠਪੁਤਲੀ ਦੀ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹੋ। ਉਸ ਪਰਿਵਾਰ ਦੇ ਚੈਨਲ ਨੂੰ ਬਚਾਉਣ ਲਈ ਜਿਹੜੀ ਆ ਐਸਜੀਪੀਸੀ ਆਪਣੇ ਆਪ ਨੂੰ ਦਾਅ ਤੇ ਲਾ ਰਹੀ ਆ। ਇਹ ਕਿੱਥੇ ਪੰਥ ਤੇ, ਇਹ ਪੰਥ ਤੇ ਹਮਲਾ ਨਹੀਂ ਹੈ, ਇਹ ਪੰਥ ਦੇ ਦੋਖੀ ਨਹੀਂ ਹੈ। ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਜਿਹੜਾ ਹੈ ਉਹ ਆਪ ਤਿਆਰ ਕਰੇ, ਲਾਂਚ ਕਰੇ। ਖਾਲਸਾ ਪੰਥ ਦੀਆਂ ਸੰਸਥਾਵਾਂ ਤੇ ਖਾਲਸਾ ਪੰਥ ਕੋਲ ਪੈਸੇ ਦੀ ਜਿਹੜੀ ਹੈ ਉਹ ਕੋਈ ਕਮੀ ਨਹੀਂ ਹੈ। ਉਹ ਭਾਰਤ ਸਰਕਾਰ ਦਾ ਜਿਹੜਾ ਕੇਂਦਰੀ ਸੂਚਨਾ ਪ੍ਰਸਾਰਣ ਮੰਤਰਾਲੇ ਹੈ, ਉਹਦੇ ਤੋਂ ਮਨਜ਼ੂਰੀ ਲਈ ਗੱਲਬਾਤ ਜਿਹੜੀ ਹੈ ਉਹ ਚਲਾਉਣ। 1 ਮਹੀਨੇ ਦੇ ਅੰਦਰ ਅੰਦਰ ਸਾਨੂੰ ਉੱਥੋਂ ਜਿਹੜੀ ਕਾਗਜ਼ੀ ਕਾਰਵਾਈ ਜੇ ਪੂਰੀ ਹੋ ਜਾਂਦੀ ਹੈ ਤੇ ਅਸੀਂ ਚੈਨਲ ਜਿਹੜਾ ਹੈ ਉਹ ਪੰਥ ਦਾ ਆਪਣਾ ਉਸ ਰਾਹੀਂ ਗੁਰਬਾਣੀ ਪ੍ਰਸਾਰਣ ਜਿਹੜਾ ਹੈ ਕਰ ਸਕਦੇ ਹਾਂ। ਪੀਟੀਸੀ ਚੈਨਲ ਬਾਦਲਾਂ ਦਾ, ਅਸੀਂ ਤਾਂ ਬਾਦਲਾਂ ਦਾ ਚੈਨਲ ਬੰਦ ਕਰਾਉਂਦੇ ਆ। ਇੱਕੋ ਹੀ ਹੈ ਨਾ।